है पंजाब करां की सिफ्त तेरी, है पंजाब करां की सिफ्त तेरी। पंजाब करां की सिफ्त तेरी, शाना दे सब सामान तेरे। जल पौन तेरा हरियाल तेरी, दरिया पर्वत मैदान तेरे। तेरी मां क्यों मिठी बोली दी जी कर दिया सिफ्त न रजदा है। उर्दू हिंदी दिया साजा विच सुर ताल तेरा ही वजदा है। वसे रसे कर बार तेरा, जीवे जागे परवार तेरा। मस्जिद मंदिर दरबार तेरा, मियाँ लाला सरदार तेरा। दुनिया सारी भी सोनी है दुनिया सारी भी सोनी है, पर तेरा रंग न्यारा है। तेरी मिट्टी दा खुला भी शाही महला तो प्यारा है। तेरे जर्रे जर्रे दे अंदर अपना तजई कोई बसदी है। तेरी गोदी दे विच बहंदियां ही दुनिया दी चिंता नसदी है। तेरी गोदी दे विच बहंदियां ही दुनिया दी चिंता नसदी है। ऐ पंजाब करां की सिफ्त तेरी, ऐ पंजाब करां की सिफ्त तेरी। ऐ पंजाब, ऐ पंजाब, है पंजाब। ਦੇ ਸਰੋਤਿਆਂ ਦਾ, ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਸਾਡੇ ਸਰੋਤੇ ਬਹੁਤ ਜ਼ਿਆਦਾ ਉਤਸੁਕ ਹੈਗੇ, ਜਿਹੜੇ ਵਾਰ-ਵਾਰ ਸਾਨੂੰ ਫੋਨ ਕਰਕੇ ਮੈਸੇਜ ਕਰਕੇ ਪੁੱਛ ਰਹੇ ਆ ਵੀ ਕਦੋਂ ਸ਼ੁਰੂ ਕਰ ਰਹੇ ਹਾਂ। ਅਤੇ ਜਿੰਨੀ ਉਤਸੁਕਤਾ ਸੀ ਸਰੋਤਿਆਂ ਦੀ, ਅਸੀਂ ਉਨੇ ਇੱਕ 2-3 ਮਿੰਟ ਲੇਟ ਹੋ ਗਏ ਕੁਝ ਟੈਕਨੀਕਲ ਗੱਲਾਂ ਕਰਕੇ। ਲੇਕਿਨ ਮੈਂ ਆਪਣੇ ਪੰਜਾਬ ਦਰਸ਼ਨ ਦੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇਹ ਦੱਸ ਦੇਵਾਂ ਕਿ ਅੱਜ ਅਸੀਂ ਜਿਨ੍ਹਾਂ ਦੇ ਰੂਬਰੂ ਹੋ ਰਹੇ ਹਾਂ, ਜਿਨ੍ਹਾਂ ਦੇ ਸਨਮੁਖ ਹੋ ਰਹੇ ਹਾਂ, ਜਾਂ ਜਿਨ੍ਹਾਂ ਨੂੰ ਅਸੀਂ ਅੱਜ ਇਹ ਤਕੱਲੁਫ ਦਿੱਤਾ ਪੰਜਾਬ ਦਰਸ਼ਨ 'ਤੇ ਆਉਣ ਦਾ, ਗੱਲਬਾਤ ਕਰਨ ਦਾ, ਉਹ ਇੱਕ ਬਹੁਤ ਵੱਡੀ ਹਸਤੀ ਹੈ ਜਿਨ੍ਹਾਂ ਦਾ ਨਾਂ ਪ੍ਰੋਫੈਸਰ ਮੋਨਿਕਾ ਕੁਮਾਰ। ਉਹ ਡਿਪਾਰਟਮੈਂਟ ਆਫ ਪੋਸਟ ਗ੍ਰੈਜੂਏਟ ਸਟੱਡੀਜ਼, ਰੀਜਨਲ ਇੰਸਟੀਚਿਊਟ ਆਫ ਇੰਗਲਿਸ਼, ਸੈਕਟਰ 32 ਚੰਡੀਗੜ੍ਹ ਵਿੱਚ ਪੜ੍ਹਾਉਂਦੇ ਆ। ਅਤੇ ਉਹਨਾਂ ਦਾ ਤਾਰਫ ਕਰਾਉਣ ਲੱਗਿਆਂ ਸੱਚਮੁੱਚ ਸ਼ਬਦ ਸਾਥ ਨਹੀਂ ਦੇ ਰਹੇ। ਮੈਂ ਥੋੜ੍ਹੇ ਦੇਰ ਤੋਂ ਹੀ ਉਹਨਾਂ ਨਾਲ ਮੇਰੀ ਵਾਕਫੀਅਤ ਹੋਈ। ਉਹਨਾਂ ਨਾਲ ਗੱਲਾਂ ਕਰਦਿਆਂ ਮੈਂ ਦੇਖਿਆ ਕਿ ਉਹ ਬਹੁਤ ਮਿਲਾਪੜੇ, ਧੀਰਜਵਾਨ, ਸੂਝਵਾਨ, ਸੰਵੇਦਨਸ਼ੀਲ, ਸਜਗ ਇੱਕ ਇਨਸਾਨ ਨੇ। ਅਤੇ ਮੈਂ ਹੋਰ ਦੇਖਿਆ ਕਿ ਉਹਨਾਂ ਦੀ ਆਵਾਜ਼ ਵਿੱਚ ਇੱਕ ਸਿਤਾਰ ਦੀ ਟੁਣਕਾਰ ਹੈ ਅਤੇ ਉਹਨਾਂ ਦੇ ਗਿਆਨ ਵਿੱਚ ਨਿਸ਼ਠਾ ਦੀ ਲੋਅ। ਇਸ ਤਰ੍ਹਾਂ ਦੇ ਗੁਣ, ਇਸ ਤਰ੍ਹਾਂ ਦੀ ਗੱਲਾਂ ਬਹੁਤ ਘੱਟ ਲੋਕਾਂ ਦੇ ਵਿੱਚ
ਸਾਨੂੰ ਮਹਿਸੂਸ ਹੁੰਦੀਆਂ। ਲੇਕਿਨ ਮੋਨਿਕਾ ਕੁਮਾਰ, ਉਹਨਾਂ ਦੀ ਜ਼ਿੰਦਗੀ, ਉਹਨਾਂ ਦਾ ਸੁਭਾਅ ਉਹ ਇਹੋ ਜਿਹਾ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਦੋਂ ਉਹਨਾਂ ਨਾਲ ਗੱਲ ਕਰਨੀ ਹੋਵੇ, ਜਿਵੇਂ ਕੋਈ ਸ਼ੀਸ਼ੇ ਵਿੱਚ ਦੇਖ ਰਿਹਾ ਹੋਵੇ। ਤੁਹਾਨੂੰ ਆਪਣੀਆਂ ਖਾਮੀਆਂ, ਆਪਣੇ ਨੁਕਸ, ਆਪਣੇ ਦੋਸ਼ ਉਹ ਦਿਖਣ ਲੱਗ ਪੈਂਦੇ ਆ, ਅਤੇ ਉਹ ਇਸ ਕਰਕੇ ਉਹਨਾਂ ਨਾਲ ਗੱਲ ਕਰਨ ਲੱਗਿਆਂ ਵੀ ਬੜੇ ਹੌਸਲੇ ਨਾਲ ਗੱਲ ਕਰਨੀ ਪੈਂਦੀ ਹੈ। ਅੱਜ ਦਾ ਉਹਨਾਂ ਦਾ ਜਿਹੜਾ ਲੈਕਚਰ ਅੱਜ ਅਸੀਂ ਰੱਖਿਆ, ਉਹਦੀ ਵੀ ਇੱਕ ਖਾਸ ਬੈਕਗਰਾਊਂਡ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਵਿੱਚ ਪੰਜਾਬ ਦੀ ਆਈਡੈਂਟੀਟੀ, ਪੰਜਾਬ ਦੀ ਪਹਿਚਾਣ, ਇਹਦੇ ਬਾਰੇ ਗੱਲ ਚੱਲਦੀ ਰਹਿੰਦੀ ਹੈ। ਅਤੇ ਖ਼ਾਸ ਤੌਰ ਦੇ ਉੱਤੇ ਇਸੇ ਪੰਜਾਬ ਦਰਸ਼ਨ ਦੇ ਉੱਤੇ ਹੀ ਜਿੰਨੇ ਅਸੀਂ ਲੈਕਚਰ ਕਰਾ ਚੁੱਕੇ ਹਾਂ, ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਅਸੀਂ, ਕਿਉਂਕਿ ਸਾਡਾ ਟੌਪਿਕ ਹਮੇਸ਼ਾ ਪੰਜਾਬ ਹੀ ਰਹਿੰਦਾ, ਅਤੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਕੋਈ ਵੀ ਹਸਤੀ, ਕੋਈ ਵੀ ਵਿਅਕਤੀ ਸਾਨੂੰ ਉਹ ਦੱਸੇ ਕਿ ਉਹਦੇ ਮਨ ਦੇ ਅੰਦਰ ਜਿਹੜਾ ਪੰਜਾਬ ਦਾ ਤਸੱਵਰ ਹੈ ਉਹ ਕੀ ਹੈ। ਔਰ ਅਸੀਂ ਦੇਖਿਆ ਕਿ ਜਿੰਨੇ ਵੀ ਲੋਕਾਂ ਨੇ ਸਾਨੂੰ ਆਪਣੇ ਪੰਜਾਬ ਦੇ ਦਰਸ਼ਨ ਕਰਵਾਏ ਜਾਂ ਪੰਜਾਬ ਦਾ ਤਸੱਵਰ ਸਾਡੇ ਨਾਲ ਸਾਂਝਾ ਕੀਤਾ, ਅਤੇ ਉਹਨਾਂ ਵਿੱਚੋਂ ਕਈ ਵਾਰੀ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੇ ਪੰਜਾਬ ਵੱਸਦੇ ਹੋਣ। ਔਰ ਕਈ ਵਾਰੀ ਤਾਂ ਸਾਨੂੰ ਇੰਨੀ ਹੈਰਾਨੀ ਹੁੰਦੀ ਹੈ ਕਿ ਜਿਹੜੇ ਉਹ ਅਲੱਗ-ਅਲੱਗ ਲੋਕਾਂ ਦੇ ਦਿਲਾਂ ਵਿੱਚ ਪੰਜਾਬ ਦੇ ਤਸੱਵਰ, ਪੰਜਾਬ ਦੀ ਤਸਵੀਰ, ਉਹਦੇ ਵਿੱਚ ਕੋਈ ਓਵਰਲੈਪ ਨਹੀਂ ਨਜ਼ਰ ਆਉਂਦਾ ਕਿ ਉਹਦੇ ਵਿੱਚ ਕੋਈ ਸਾਂਝ ਹੋਵੇ ਕਿ ਮੇਰਾ ਪੰਜਾਬ ਦਾ ਤਸੱਵਰ ਠੀਕ ਹੈ ਵੱਖਰਾ ਹੋ ਸਕਦਾ, ਪਰ ਉਹ ਕਿਸੇ ਦੂਜੇ ਨਾਲ ਮਿਲਦਾ ਵੀ ਉਹਦਾ ਕੁਝ ਪਾਰਟ ਦੂਜੇ ਨਾਲ ਮਿਲਦਾ ਹੋਵੇ। ਅਤੇ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਇੱਕੋ ਹੀ ਪੰਜਾਬ, ਅਤੇ ਉਹਦੇ ਵਿੱਚ ਹੀ ਇੰਨੇ ਸਾਰੇ ਪੰਜਾਬ ਕਿ ਇੱਕ ਪੰਜਾਬ ਨਾਲ ਦੂਜੇ ਪੰਜਾਬੀ ਨੂੰ ਕੁਛ ਇਤਰਾਜ਼, ਕੁਛ ਗਿਲੇ ਸ਼ਿਕਵੇ, ਅਤੇ ਦੂਸਰੇ ਦੇ ਪੰਜਾਬ ਨਾਲ ਦੂਸਰੇ ਨੂੰ ਕੁਛ ਗਿਲੇ ਸ਼ਿਕਵੇ, ਇਤਰਾਜ਼। ਇਸ ਤਰ੍ਹਾਂ ਕਿਉਂ ਆ? ਅਤੇ ਮੇਰਾ ਖਿਆਲ ਹੈ ਵੀ ਸ਼ਾਇਦ ਅਸੀਂ ਪੰਜਾਬੀ ਬੰਦੇ ਦੀ ਜਿਹੜੀ ਪਹਿਚਾਣ ਹੈ, ਹਾਲੇ ਤੱਕ ਉਹਨੂੰ ਅਸੀਂ ਡਿਫਾਈਨ ਨਹੀਂ ਕਰ ਸਕੇ, ਜਾਂ ਅਸੀਂ ਡਿਫਾਈਨ ਕਰਨਾ ਚਾਹੁੰਦੇ ਹਾਂ। ਮੈਂ ਆਪ ਇਸ ਸਵਾਲ ਨਾਲ ਹਮੇਸ਼ਾ ਵਾਬਸਤਾ ਰਹਿੰਦਾ, ਲੇਕਿਨ ਪਿੱਛੇ ਜਿਹੇ ਮੈਂ ਡਾਕਟਰ ਮੋਹਨ ਸਿੰਘ ਦੀਵਾਨਾ ਦੀ ਇੱਕ ਕਿਤਾਬ ਪੜ੍ਹੀ, ਪੰਜਾਬੀ ਸਾਹਿਤ ਦੀ ਇਤਿਹਾਸ ਰੇਖਾ, ਅਤੇ ਉਹਦੇ ਵਿੱਚ ਉਹਨਾਂ ਨੇ ਪੰਜਾਬ ਦੀ ਪਹਿਚਾਣ ਦੱਸੀ। ਮੈਂ ਪਹਿਲੀ ਵਾਰੀ ਪੜ੍ਹਿਆ ਕਿ ਉਹਨਾਂ ਨੇ ਪੰਜਾਬ ਦੀ ਪਹਿਚਾਣ ਇਹ ਦੱਸੀ ਕਿ ਪੰਜਾਬ ਦਾ ਮਿਲਾਪੜਾ ਹੋਣਾ, ਵੀ ਇਹ ਪੰਜਾਬ ਦੀ ਪਹਿਚਾਣ ਹੈ। ਜਿੱਥੇ ਤੁਹਾਨੂੰ ਦੋ ਪੰਜਾਬੀ, ਚਾਰ ਪੰਜਾਬੀ ਮਿਲਣਗੇ, ਉਹ ਆਪਸ ਵਿੱਚ ਗੱਲਾਂ ਕਰਨ ਲੱਗ ਪੈਣਗੇ, ਕਿਸੇ ਨਾਲ ਵੀ ਮਿਲਣਗੇ ਉਹ ਛੇਤੀ ਰਾਬਤਾ ਬਣਾ ਲੈਣਗੇ, ਇੱਕ ਦੂਜੇ ਨਾਲ ਮਿਲਣਸਾਰਤਾ ਵਿੱਚ ਆ ਜਾਣਗੇ। ਮੇਰਾ ਖਿਆਲ ਹੈ ਪੰਜਾਬੀ ਦੀ ਜਿਹੜੀ ਇਹ ਲੱਛਣ, ਪੰਜਾਬੀ ਦਾ ਇਹ ਸੁਭਾਅ ਜਾਂ ਪੰਜਾਬੀ ਦੀ ਇਹ ਪਰਿਭਾਸ਼ਾ, ਜਿਹੜਾ ਵੀ ਮਿਲਾਪੜਾਪਣ, ਮਿਲ ਕੇ ਰਹਿਣਾ, ਰਲ ਕੇ ਰਹਿਣਾ, ਇਹ ਮੈਨੂੰ ਬਹੁਤ ਚੰਗੀ ਪਰਿਭਾਸ਼ਾ ਲੱਗੀ। ਜਿਵੇਂ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਸੂਟ, ਪੰਜਾਬੀ ਲਹਿੰਗਾ, ਪੰਜਾਬੀ ਦੁਪੱਟਾ, ਪੰਜਾਬੀ ਜੁੱਤੀ, ਅਤੇ ਉਦੋਂ ਸਾਡਾ ਇਹ ਭਾਵ ਨਹੀਂ ਹੁੰਦਾ ਕਿ ਇਹ ਚੀਜ਼ਾਂ ਜਿਹੜੀਆਂ ਪੰਜਾਬੀ ਨਾਲ ਭਾਸ਼ਾ ਨਾਲ ਕੋਈ ਤਾਲੁਕ ਹੈ। ਲੇਕਿਨ ਜਦੋਂ ਅਸੀਂ ਪੰਜਾਬੀ ਸੱਭਿਆਚਾਰ ਜਾਂ ਖ਼ਾਸ ਤੌਰ 'ਤੇ ਪੰਜਾਬੀ ਸਾਹਿਤ ਦੀ ਗੱਲ ਕਰਦੇ ਹਾਂ, ਅਸੀਂ ਉਹਨੂੰ ਪੰਜਾਬੀ ਭਾਸ਼ਾ ਨਾਲ ਜੋੜ ਦਿੰਦੇ ਹਾਂ। ਔਰ ਮੈਂ ਇਹ ਸਮਝਦਾ ਕਿ ਪੰਜਾਬੀ ਸਾਹਿਤ ਦਾ ਮਤਲਬ ਪੰਜਾਬੀ ਭਾਸ਼ਾ ਨਾਲ ਜੁੜੇ ਹੋਣਾ ਨਹੀਂ ਹੋਣਾ ਚਾਹੀਦਾ। ਉਹ ਸਾਡਾ ਜਿਹੜਾ ਪੰਜਾਬੀ ਦਾ ਬੇਸਿਕ ਕਰੈਕਟਰ ਜਿਹੜਾ ਹੈ, ਜੇ ਉਹਦੇ ਵਿੱਚ ਆਇਆ ਤਾਂ ਉਹ ਪੰਜਾਬੀ ਹੋਣਾ ਚਾਹੀਦਾ ਹੈ। ਉਹਦੀ ਭਾਸ਼ਾ ਕੋਈ ਵੀ ਹੋ ਸਕਦੀ ਹੈ, ਅਤੇ ਜੇ ਕੋਈ ਅੰਗਰੇਜ਼ੀ ਵਿੱਚ ਲਿਖਦਾ ਉਹ ਵੀ ਪੰਜਾਬੀ ਸਾਹਿਤ ਹੋ ਸਕਦਾ। ਪੰਜਾਬੀ ਬੰਦਾ ਜੇ ਅੰਗਰੇਜ਼ੀ ਵਿੱਚ ਲਿਖਦਾ, ਹਿੰਦੀ 'ਚ ਲਿਖਦਾ, ਜਿਸ ਵੀ ਭਾਸ਼ਾ ਵਿੱਚ ਲਿਖੇ, ਅਤੇ ਉਹ ਪੰਜਾਬੀ ਸਾਹਿਤ ਉਹਨੂੰ ਮੰਨਣਾ ਚਾਹੀਦਾ ਹੈ। ਔਰ ਮੇਰੇ ਸਾਹਮਣੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਲਾਈਨ ਆਈ, ਉਹਨਾਂ ਨੇ ਆਪਣੇ ਬਾਣੀ ਵਿੱਚ ਲਿਖਿਆ, ਸਭੈ ਅਛਰ ਵਿਦਿਆ ਸਭੈ ਦੇਸ ਬਾਣੀ, ਸਭੈ ਦੇਸ ਪੂਜਾ ਸਮਸਤੋ ਪ੍ਰਧਾਨੀ। ਵੀ ਹਰ ਅੱਖਰ, ਹਰ ਵਿਦਿਆ, ਹਰ ਪੂਜਾ ਪੱਧਤੀ ਜਿਹੜੀ ਆ ਉਹ ਆਪਣੇ ਆਪ ਵਿੱਚ ਪ੍ਰਧਾਨ ਹੈ। ਉਹਨਾਂ ਵਿੱਚੋਂ ਕਿਸੇ ਇੱਕ ਨੂੰ ਸ਼੍ਰੋਮਣੀ ਮੰਨ ਲੈਣਾ, ਕਿਸੇ ਇੱਕ ਨੂੰ ਪ੍ਰਧਾਨ ਮੰਨ ਲੈਣਾ, ਇਹ ਕੋਈ ਬਹੁਤਾ ਵਧੀਆ ਸਿਧਾਂਤ ਨਹੀਂ ਹੈ। ਇਹ 10ਵੇਂ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਕਲੀਅਰ ਲਿਖਿਆ। ਔਰ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਉਸੇ ਕਿਤਾਬ ਦੇ ਵਿੱਚ ਪੰਜਾਬੀ ਬਾਰੇ ਲਿਖਿਆ ਕਿ ਜਿਹੜੀਆਂ ਪੰਜਾਬੀ ਦੇ ਵਿੱਚ ਜਿੰਨੀਆਂ ਭਾਸ਼ਾਵਾਂ ਉਹਨਾਂ ਨੇ ਗਿਣਤੀ ਕੀਤੀ, ਵੀ ਬੇਸ਼ੱਕ ਪੰਜਾਬੀ ਸੰਸਕ੍ਰਿਤ ਵਿੱਚੋਂ ਪੈਦਾ ਹੋਈ ਆ, ਲੇਕਿਨ ਪੰਜਾਬੀ ਦੇ ਵਿੱਚ ਜਿਹੜੇ ਸ਼ਬਦ ਸਾਨੂੰ ਮਿਲਦੇ ਆ ਉਹ ਸੰਸਕ੍ਰਿਤ, ਅਰਬੀ, ਫਾਰਸੀ, ਤੁਰਕੀ, ਕਸ਼ਮੀਰੀ, ਪਸ਼ਤੋ, ਸਿੰਧੀ, ਬਾਂਗੜ,
ਬ੍ਰਜ, ਦੇਲਵੀ, ਪੁਰਤਗਾਲੀ, ਫਰਾਂਸੀਸੀ, ਅੰਗਰੇਜ਼ੀ, ਰੂਸੀ, ਇਹ 14 ਭਾਸ਼ਾਵਾਂ ਜਿਹੜੀਆਂ ਇਹ ਪੰਜਾਬੀ ਦੇ ਵਿੱਚ ਰਲੀਆਂ ਹੋਈਆਂ। ਔਰ ਮੇਰਾ ਖਿਆਲ ਹੈ ਵੀ ਕੋਈ ਭਾਸ਼ਾ ਜਿਹੜੀ ਆ ਉਦੋਂ ਤੱਕ ਗਰੋ ਨਹੀਂ ਕਰਦੀ ਹੈ, ਉਦੋਂ ਤੱਕ ਤਰੱਕੀ ਨਹੀਂ ਕਰਦੀ ਜਦੋਂ ਤੱਕ ਉਹ ਦੂਸਰੀਆਂ ਭਾਸ਼ਾਵਾਂ ਦੇ ਸੰਪਰਕ ਵਿੱਚ ਨਹੀਂ ਆਉਂਦੀ। ਮੈਂ ਅੱਜ ਹੀ ਕਿਤੇ ਗੱਲ ਕਰ ਰਿਹਾ ਸੀਗਾ ਵੀ ਮੇਰੇ ਸਾਹਮਣੇ ਕੋਈ ਬੰਦੇ ਜਿਹੜੇ ਇਨਸਾਨ ਜਿਹਨਾਂ ਨੂੰ ਅਸੀਂ ਕਹਿੰਦੇ ਆ ਉਹਨਾਂ ਦੀਆਂ ਕੈਟੇਗਰੀਜ਼ ਬਣਾਈਆਂ। ਇੱਕ ਉਹ ਇਨਸਾਨ ਜਿਹੜੇ ਕਿਸੇ ਨੂੰ ਕੁਝ ਨਾ ਦਿੰਦੇ ਆ ਅਤੇ ਨਾ ਲੈਂਦੇ ਆ। ਇੱਕ ਉਹ ਜਿਹੜੇ ਕਿਸੇ ਨੂੰ ਗਿਫਟ ਦੇ ਦਿੰਦੇ ਆ ਪਰ ਉਹ ਆਪ ਲੈਂਦੇ ਨਹੀਂ ਹੈਗੇ। ਇੱਕ ਉਹ ਇਨਸਾਨ ਜਿਹੜੇ ਗਿਫਟ ਲੈ ਲੈਂਦੇ ਆ ਪਰ ਕਦੇ ਕਿਸੇ ਨੂੰ ਦਿੰਦੇ ਨਹੀਂ ਹੈ। ਅਤੇ ਇਹਨਾਂ ਸਾਰਿਆਂ ਵਿੱਚੋਂ ਹੀ ਮੈਂ ਉਹਨੂੰ ਸ਼੍ਰੋਮਣੀ ਮੰਨਦਾ ਜਿਹੜਾ ਬੰਦਾ ਕਿਸੇ ਨੂੰ ਦਿੰਦਾ ਵੀ ਹੈ ਅਤੇ ਕਿਸੇ ਤੋਂ ਕੁਝ ਲੈਂਦਾ ਵੀ ਹੈ। ਕੁਛ ਜਿਹਨੂੰ ਕਹਿੰਦਾ ਵੀ ਗਿਫਟ ਲੈ ਵੀ ਲੈਂਦਾ ਅਤੇ ਗਿਫਟ ਦੇ ਵੀ ਦਿੰਦਾ ਹੈ। ਯਾਨੀ ਆਦਾਨ ਪ੍ਰਦਾਨ ਜਿਹੜਾ ਕਰਨਾ ਇਹ ਸ਼੍ਰੋਮਣੀ ਚੀਜ਼ ਹੈਗੀ ਆ। ਅਤੇ ਜਿਹੜੀ ਪੰਜਾਬੀ ਭਾਸ਼ਾ ਇਹ ਆਪਣੇ ਸ਼ਬਦ ਜਿਹੜੀ ਆ ਦੂਸਰੀਆਂ ਭਾਸ਼ਾਵਾਂ ਨੂੰ ਦਿੰਦੀ ਵੀ ਆ ਅਤੇ ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਲੈਂਦੀ ਵੀ ਆ। ਜਿੰਨੇ ਅਸੀਂ ਇਸ ਆਦਾਨ ਪ੍ਰਦਾਨ ਵਿੱਚ ਖੁੱਲ੍ਹ ਦਿਲ ਹੋਵਾਂਗੇ, ਜਿੰਨੇ ਅਸੀਂ ਇਹਦਾ ਦਾਇਰਾ ਜਿਹੜਾ ਵਸੀਹ ਕਰਾਂਗੇ ਅਤੇ ਮੇਰਾ ਖਿਆਲ ਹੈ ਵੀ ਪੰਜਾਬੀ ਓਨੀ ਤਰੱਕੀ ਕਰ ਸਕਦੀ ਆ। ਔਰ ਅਸੀਂ ਵੀ ਓਨੀ ਤਰੱਕੀ ਕਰ ਸਕਾਂਗੇ ਕਿ ਅਸੀਂ ਚਾਹੁੰਦੇ ਹਾਂ ਵੀ ਅਸੀਂ ਕਿਸੇ ਹੋਰ ਦੇਸ਼ ਵਿੱਚ ਜਾਈਏ, ਸਾਨੂੰ ਕੋਈ ਵੈਲਕਮ ਕਰੇ ਅਤੇ ਜਦੋਂ ਸਾਡੇ ਦੇਸ਼ ਵਿੱਚ ਕੋਈ ਆਵੇ ਅਤੇ ਅਸੀਂ ਵੀ ਉਸੇ ਤੇਹ ਨਾਲ ਉਸੇ ਮੋਹ ਨਾਲ ਵੈਲਕਮ ਕਰੀਏ। ਇਹ ਜਿਹੜਾ ਮਿਲਾਪੜਾਪਣ ਹੈ, ਇਹ ਜਿਹੜਾ ਸਾਡਾ ਖੁੱਲ੍ਹਾ ਖੁਲਾਸਾਪਣ ਹੈ, ਜੇ ਅਸੀਂ ਇਹਨੂੰ ਕਾਇਮ ਰੱਖਾਂਗੇ ਤਾਂ ਅਸੀਂ ਪੰਜਾਬੀ ਰਵਾਂਗੇ। ਅਤੇ ਇਕੱਲੀ ਭਾਸ਼ਾ ਨਾਲ ਅਸੀਂ ਨਹੀਂ ਬਚ ਸਕਾਂਗੇ, ਅਸੀਂ ਉਸ ਪੰਜਾਬੀ ਕਿਰਦਾਰ ਦੇ ਨਾਲ ਬਚ ਸਕਾਂਗੇ। ਅਤੇ ਉਹ ਕਿਰਦਾਰ ਦੇ ਵਿੱਚ ਸਾਰਾ ਕੁਝ ਹੀ ਸਮੋ ਸਕਦਾ ਆ, ਉਹਨੂੰ ਤੁਸੀਂ ਕਿਸੇ ਵੀ ਚੀਜ਼ ਤੱਕ ਸੀਮਿਤ ਨਹੀਂ ਕਰ ਸਕਦੇ। ਅਤੇ ਮੇਰਾ ਖਿਆਲ ਹੈ ਵੀ ਪਿਛਲੇ ਦਿਨਾਂ ਵਿੱਚ ਡਾਕਟਰ ਅਸ਼ੈ ਕੁਮਾਰ ਹੋਣਾ ਨਾਲ ਗੱਲ ਕੀਤੀ ਸੀਗੀ, ਜਿਹੜੇ ਕਿ ਮੋਨਕਾ ਕੁਮਾਰ ਹੋਣਾ ਦੇ ਉਹ ਉਹਨਾਂ ਨੂੰ ਆਪਣੇ ਇੱਕ ਗਾਈਡ ਦੇ ਤੌਰ 'ਤੇ ਉਹਨਾਂ ਨੂੰ ਮਾਨਤਾ ਦਿੰਦੇ ਆ। ਅਤੇ ਉਹਨਾਂ ਨੇ ਇੱਕ ਲਫ਼ਜ਼ ਵਰਤਿਆ ਸੀਗਾ ਹੌਸਪੀਟੈਲਿਟੀ, ਵੀ ਉਹਨਾਂ ਨੇ ਕਿਹਾ ਵੀ ਸਾਡੇ ਜਿਹੜਾ ਟੋਲਰੈਂਸ ਸ਼ਬਦ ਹੈ ਉਹਨਾਂ ਨੇ ਕਿਹਾ ਵੀ ਇਹ ਠੀਕ ਨਹੀਂ ਹੈ ਵੀ ਅਸੀਂ ਇੱਕ ਦੂਜੇ ਨੂੰ ਟੋਲਰੇਟ ਕਰੀਏ, ਵੀ ਸਾਨੂੰ ਹੌਸਪੀਟੇਬਲ ਹੋਣਾ ਚਾਹੀਦਾ। ਅਸੀਂ ਇੱਕ ਦੂਜੇ ਨੂੰ ਅਸੀਂ ਸੈਲੀਬ੍ਰੇਟ ਕਰੀਏ, ਇੱਕ ਦੂਜੇ ਨਾਲ ਮਿਲ ਕੇ ਅਸੀਂ ਖੁਸ਼ ਹੋਈਏ, ਸਾਨੂੰ ਦਿਲੋਂ ਖੁਸ਼ੀ ਹੋਵੇ। ਅਤੇ ਮੈਂ ਸਮਝਦਾ ਵੀ ਅਸੀਂ ਪੰਜਾਬੀਆਂ ਨੇ ਉਹ ਹੌਸਪੀਟੈਲਿਟੀ ਘਟਾ ਦਿੱਤੀ ਹੋਈ ਆ। ਔਰ ਜਦੋਂ ਦੀ ਅਸੀਂ ਹੌਸਪੀਟੈਲਿਟੀ ਘਟਾਈ ਹੋਈ ਆ ਅਤੇ ਸਾਡੇ ਦਿਲ ਜਿਹੜੇ ਤੰਗ ਹੋ ਗਏ ਆ, ਅਸੀਂ ਅੰਦਰੋਂ ਨੈਰੋ ਹੋ ਗਏ ਆ, ਉਦੋਂ ਦੇ ਹੀ ਸਾਡੇ ਪੰਜਾਬ ਵਿੱਚ ਹੌਸਪੀਟਲ ਜਿਹੜੇ ਆ ਉਹਨਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਔਰ ਮੈਨੂੰ ਪਾਤਰ ਸਾਹਿਬ ਦਾ ਸ਼ੇਅਰ ਯਾਦ ਆਉਂਦਾ, ਉਹਨਾਂ ਨੇ ਲਿਖਿਆ ਹੈ, ਮੈਨੂੰ ਪੂਰੀ ਤਰ੍ਹਾਂ ਨਹੀਂ ਯਾਦ ਹੈ ਪਰ ਉਹਦੀ ਭਾਸ਼ਾ ਕੋਈ ਇਸ ਤਰ੍ਹਾਂ ਦੀ ਆ ਵੀ ਖੋਲ੍ਹ ਲੈਂਦਾ ਜੇ ਕਿਤੇ ਪਹਿਲਾਂ ਹੀ ਯਾਰਾਂ ਦੇ ਨਾਲ, ਇਸ ਤਰ੍ਹਾਂ ਨਾ ਖੋਲ੍ਹਣਾ ਪੈਂਦਾ ਫਿਰ ਔਜ਼ਾਰਾਂ ਦੇ ਨਾਲ। ਅਤੇ ਜੇ ਅਸੀਂ ਉਹਨਾਂ ਔਜ਼ਾਰਾਂ ਤੋਂ ਬਚਣਾ ਅਤੇ ਫਿਰ ਸਾਨੂੰ ਆਪਣੇ ਯਾਰਾਂ ਦੋਸਤਾਂ ਦਾ ਦਾਇਰਾ ਜਿਹੜਾ ਵਧਾਉਣਾ ਚਾਹੀਦਾ, ਸਾਨੂੰ ਦਿਲ ਖੋਲ੍ਹ ਕੇ ਮਿਲਣਾ ਚਾਹੀਦਾ। ਯਾਨੀ ਜਿਹੜੀ ਡਾਕਟਰ ਮੋਹਨ ਸਿੰਘ ਦੀਵਾਨਾ ਹੋਣਾ ਨੇ ਪੰਜਾਬੀ ਦੀ ਖਾਸੀਅਤ ਦੱਸੀ ਆ, ਪੰਜਾਬੀ ਦਾ ਕਰੈਕਟਰ ਦੱਸਿਆ, ਮਿਲਾਪੜੇ ਹੋਣਾ, ਮਿਲਦੇ ਰਹਿਣਾ, ਮਿਲ ਜੁਲ ਕੇ ਰਹਿਣਾ, ਇਹ ਜੇ ਅਪਣਾਵਾਂਗੇ ਮੇਰੇ ਖਿਆਲ ਸਾਡੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਇਕੱਲੀ ਇਸੇ ਗੱਲ ਦੇ ਵਿੱਚੋਂ ਮਿਲ ਸਕਦਾ ਆ। ਅਤੇ ਮੈਂ ਆਪਣੀ ਗੱਲ ਬਹੁਤੀ ਜ਼ਿਆਦਾ ਨਾ ਵਧਾਵਾਂ ਅਤੇ ਵੈਸੇ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ ਹੈ, ਲੇਕਿਨ ਮੈਂ ਆਪਣੀ ਗੱਲ ਬਹੁਤੀ ਕੰਪੈਕਟ ਜਿਸ ਤਰ੍ਹਾਂ ਕਹਿਣੀ ਹੁੰਦੀ ਇਸ ਤਰ੍ਹਾਂ ਮੇਰੇ ਤੋਂ ਕਹੀ ਨਹੀਂ ਜਾਂਦੀ। ਲੇਕਿਨ ਫਿਰ ਵੀ ਸਾਡੀ ਕੋਸ਼ਿਸ਼ ਹੈ, ਮੈਂ ਆਪਣੇ ਆਪ ਨੂੰ ਇਹ ਕਹਿਣਾ, ਹੁਣੇ ਮੈਂ ਕਹਿ ਕੇ ਹਟਿਆ ਸੀਗਾ ਕਿ ਮੈਂ ਤਾਂ ਗਿਆਨ ਦਾ ਮੰਗਤਾ ਹਾਂ, ਵੀ ਜਿਵੇਂ ਮੰਗਤਾ ਜਿਹੜਾ ਦਰ ਦਰ ਘੁੰਮਦਾ ਰਹਿੰਦਾ ਅਤੇ ਜਿੱਥੇ ਉਹਨੂੰ ਖੈਰ ਪੈ ਜਾਵੇ ਉਹ ਰਿਸੀਵ ਕਰ ਲੈਂਦਾ। ਅਤੇ ਮੈਨੂੰ ਜਿੱਥੇ ਕਿਤੇ ਪਤਾ ਲੱਗੇ ਵੀ ਸਾਨੂੰ ਕੋਈ ਗਿਆਨ ਦੀ ਚਿਣਕ ਮਿਲ ਸਕਦੀ ਆ ਅਤੇ ਉੱਥੇ ਤੱਕ ਜਾਈਦਾ, ਦਰ 'ਤੇ ਅਲਖ ਜਗਾਈ ਦੀ ਆ। ਅਤੇ ਇਸੇ ਤਰ੍ਹਾਂ ਹੀ ਪਿੱਛੇ ਜਿਹੇ ਮੋਨਕਾ ਕੁਮਾਰ ਹੋਣਾ ਨਾਲ ਉਹਨਾਂ ਦਾ ਮੈਨੂੰ ਪਤਾ ਲੱਗਿਆ ਅਤੇ ਮੈਂ ਉਹਨਾਂ ਦੇ ਦਰ 'ਤੇ ਗਿਆਨ ਦੀ ਅਲਖ ਜਗਾਈ ਅਤੇ ਮੈਨੂੰ ਉਹਨਾਂ ਨੇ ਇੰਨਾ ਕੁਝ ਦੱਸਿਆ ਕਿ ਮੇਰੀਆਂ ਪੁਰਾਣੀਆਂ ਸਾਰੀਆਂ ਧਾਰਨਾਵਾਂ, ਤਕਰੀਬਨ ਸਾਰੀਆਂ ਧਾਰਨਾਵਾਂ ਬਦਲ ਗਈਆਂ ਅਤੇ ਮੈਂ ਆਪਣੇ ਆਪ ਨੂੰ ਬੜਾ ਨਵਾਂ ਮਹਿਸੂਸ ਕੀਤਾ ਅਤੇ ਬੜਾ ਉਤਸ਼ਾਹਿਤ ਜਿਹਾ ਮਹਿਸੂਸ ਕੀਤਾ। ਅਤੇ ਜਿਹੜੀ ਮੇਰੀ ਇੱਕ ਖਾਸ ਤੌਰ 'ਤੇ ਮੇਰੇ ਅੰਦਰ ਇੱਕ ਨਿਰਾਸ਼ਾ ਜਿਹੀ ਭਰਦੀ ਜਾ ਰਹੀ ਸੀ, ਇੱਕ ਮੇਰੇ ਵਿੱਚ ਇੱਕ ਇਕੱਲਾਪਣ ਜਿਹਾ ਭਰਦਾ ਜਾ ਰਿਹਾ ਸੀਗਾ, ਉਹਨਾਂ ਨੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਸ ਤਰ੍ਹਾਂ ਮੈਂ ਸੋਚਦਾ ਉਸ ਤਰ੍ਹਾਂ ਹੋਰ ਵੀ ਬਹੁਤ ਚੰਗੀ ਤਰ੍ਹਾਂ ਬੜੀ ਕਲੈਰਿਟੀ ਨਾਲ ਉਸ ਤਰ੍ਹਾਂ ਸੋਚਣ ਵਾਲੇ ਮੋਨਕਾ ਕੁਮਾਰ ਜੀ ਹੈਗੇ ਆ। ਅਤੇ ਮੇਰੇ ਖਿਆਲ ਜਦੋਂ ਤੱਕ ਮੋਨਕਾ ਕੁਮਾਰ ਜੀ ਜਿਹੜੇ ਆ ਉਹ ਇਸ ਤਰ੍ਹਾਂ ਸੋਚਦੇ ਰਹਿਣਗੇ, ਉਹ ਕਵਿਤਾ ਲਿਖਦੇ ਰਹਿਣਗੇ, ਉਹ ਸਾਡੇ ਨਾਲ ਪੰਜਾਬ ਨਾਲ ਜੁੜੇ ਰਹਿਣਗੇ ਅਤੇ ਪੰਜਾਬ ਨੂੰ ਜ਼ਰੂਰ ਉਸ ਇਕੱਲਤਾ ਦੇ ਖੂਹ ਦੇ ਵਿੱਚੋਂ ਬਾਹਰ ਕੱਢ ਲੈਣਗੇ। ਅਤੇ ਇਸ ਉਮੀਦ ਨਾਲ ਅਸੀਂ ਉਹਨਾਂ ਕੋਲ ਆਏ ਹਾਂ। ਅਤੇ ਉਹਨਾਂ ਨਾਲ ਜਦੋਂ ਡਿਸਕਸ ਹੋਇਆ ਸੀਗਾ ਵੀ ਉਹਨਾਂ ਦੀ ਗੱਲਬਾਤ ਦਾ ਟੌਪਿਕ ਕੀ ਹੋਵੇਗਾ ਅਤੇ ਉਹਨਾਂ ਨੇ ਟੌਪਿਕ ਹੀ ਬਹੁਤ ਹੀ ਨਿਵੇਕਲਾ ਜਿਹਾ ਚੁਣਿਆ। ਉਹ ਟੌਪਿਕ ਹੈ ਪੰਜਾਬੀਆਂ ਦਾ। ਅਤੇ ਉਹਨਾਂ ਬਾਰੇ ਮੈਂ ਇੱਕ ਛੋਟਾ ਜਿਹਾ ਰਾਈਟ ਅਪ ਵੀ ਲਿਖ ਚੁੱਕਿਆ। ਕੱਲ੍ਹ ਵੀ ਜਦੋਂ ਮੈਂ ਪੋਸਟ ਸ਼ੇਅਰ ਕੀਤੀ ਉਦੋਂ ਵੀ ਲਿਖਿਆ ਸੀਗਾ
ਤੇ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਕਿਹਾ ਕਿ ਤੁਸੀਂ ਉਹਨਾਂ ਬਾਰੇ ਬਹੁਤ ਸੋਹਣੇ ਸ਼ਬਦ ਲਿਖੇ ਆ। ਤੇ ਮੈਂ ਉਹਨਾਂ ਸਾਰਿਆਂ ਨੂੰ ਕਿਹਾ ਕਿ ਕੋਈ ਸ਼ਬਦ ਨਹੀਂ ਮੈਂ ਲਿਖੇ, ਉਹ ਹੈ ਹੀ ਇਹਨਾਂ ਸ਼ਬਦਾਂ ਦੇ ਕਾਬਿਲ। ਤੇ ਇਸ ਕਰਕੇ ਮੈਂ ਤਾਂ ਸੱਚਾਈ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਆ। ਤੇ ਇਸ ਕਰਕੇ ਮੈਨੂੰ ਕਿਸੇ ਦੋਸਤ ਨੇ ਇਹ ਵੀ ਕਿਹਾ ਕਿ ਤੁਸੀਂ ਉਹਨਾਂ ਬਾਰੇ ਇਹੋ ਜਿਹੇ ਸ਼ਬਦ ਵਰਤੇ ਆ ਕਿ ਉਹਨਾਂ 'ਤੇ ਸ਼ਾਇਦ ਥੋੜ੍ਹਾ ਜਿਹਾ ਦਬਾਅ ਵੱਧ ਜਾਣਾ ਹੈ, ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਤੇ ਮੋਨਿਕਾ ਜੀ ਮਤਲਬ ਖਿਆਲ ਸਾਡੇ ਸਾਹਮਣੇ ਇਸ ਤਰ੍ਹਾਂ ਪੇਸ਼ ਕਰ ਦਿੰਦੇ ਜਿਵੇਂ ਇੱਕ ਸ਼ੀਸ਼ਾ ਸਾਡੇ ਸਾਹਮਣੇ ਰੱਖਿਆ ਹੋਵੇ ਉਹਨਾਂ ਨੇ। ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਅੱਜ ਉਹ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਸਾਡੇ ਸਾਹਮਣੇ ਰੱਖਣ ਔਰ ਸਾਨੂੰ ਦੱਸਣ ਕਿ ਪੰਜਾਬ ਕਿਹਨਾਂ ਦਾ ਆ ਤੇ ਪੰਜਾਬੀ ਕਿਹਨੂੰ ਕਹਿੰਦੇ ਆ। ਤੇ ਸਾਡੀ ਟਾਈਮ ਦੀ ਕੋਈ ਲਿਮਿਟ ਨਹੀਂ ਹੈ, ਸਾਡੇ ਕੋਲ ਦੇਣ ਲਈ ਸਿਰਫ ਟਾਈਮ ਹੈ। ਤੇ ਅਸੀਂ ਸੁਣਦੇ ਹਾਂ ਵਿਦਵਾਨਾਂ ਨੂੰ। ਸਾਡੇ ਸਾਰੇ ਦਰਸ਼ਕ ਜਿਹੜੇ ਆ ਬਹੁਤ ਦਿਲ ਖੋਲ੍ਹ ਕੇ ਸੁਣਦੇ ਆ, ਬਹੁਤ ਖੁੱਲ੍ਹਾ ਟਾਈਮ ਰੱਖ ਕੇ ਸੁਣਦੇ ਆ। ਅਸੀਂ ਘੜੀ ਸਾਹਮਣੇ ਨਹੀਂ ਰੱਖਦੇ। ਮੋਨਿਕਾ ਜੀ ਤੁਸੀਂ ਵੀ ਘੜੀ ਜੇ ਤੁਹਾਡੇ ਸਾਹਮਣੇ ਕਿਤੇ ਪਈ ਆ ਤਾਂ ਇੱਧਰ ਉੱਧਰ ਕਰ ਦਿਓ ਉਹਨੂੰ। ਤੇ ਤੁਸੀਂ ਘੜੀ ਨਹੀਂ ਦੇਖਣੀ, ਤੁਸੀਂ ਆਪਣੀ ਗੱਲ ਦੇਖਣੀ ਹੈ ਜੀ। ਤੇ ਹਾਂਜੀ ਤੁਸੀਂ ਸ਼ੁਰੂ ਕਰੋ ਜੀ ਪੰਜਾਬ ਪੰਜਾਬੀਆਂ ਦਾ। ठीक है। पंजाब दर्शन दे प्यारे दोस्तों, अवतार जी ते अवतार जी दी सारी टीम, तुहाडे सब दा बहुत शुक्रिया कि अज असी अवतार जी ने जो सबब बनाया पंजाब दर्शन ते आपस विच गलबात करने दा, असी हुण वो गलबात शुरू करन जा रहे हैं। अवतार जी नाल मेरी गल बड़े महीनों तो, बहुत महीनों तो नहीं, जिवें कह लो कि 3-4 महीनों तो चल रही सी कि असी पंजाब दर्शन ते गलबात करांगे, पर वो कुछ कारणा करके टलदी रही। सो अज वो दिन आ गया जदों असी अपने मन दीयां गल्लां साझियां करांगे। पंजाब दर्शन दे जिन्ने भी लैक्चरस इत्थे होए ने इस श्रृंखला दे अंतर्गत, मैं वो लैक्चर भी सुने, कुछ लैक्चर तो मैं लाइव सुने, कुछ को मैं अज सुने। ते मैनू लगदा है कि कोई भी बंदा जिहड़ा किते भी रहिंदा है, वो सिर्फ उस जगह ते रहिंदा नहीं हुंदा, वो उस जगह बारे सोचदा भी है। हालांकि सोचना भी एक प्रिविलेज है। मैं मनदी हां कि साडा समाज उस तरह का असी नहीं बना सके जिथे सब कोल रिफ्लैक्शन दी प्रिविलेज भी होवे। इस समाज विच कुछ इहो जे लोग भी ने जिन्हां नू अवतार जी जदों राजकुमार हंस दा लैक्चर दी प्रीफेस बन रहे सी तां उन्हां ने ओदी उस लफज दी जिहड़ी एक्टिव पैसिव वॉइस नू बहुत वधिया ठीक कीता सी। जिवें उन्हां ने कहा कि असीं कहंदे हां कि पछड़ियां होईयां जातां, तां तुसीं करैक्ट कीता कि वो आपे नहीं पछड़ियां होईयां, वो पछाड़ियां गईयां जातां ने। सो देखो किवें जिहड़ा मेन स्ट्रीम है वो वाक नू भी किवें सिरजदा है। जिवें गोलियां चल गईयां, गोलियां आपे कदे नहीं चल सकदियां। जदों जदों अपराध की भावना हुंदी है, शोषण हुंदा, उत्पीड़न हुंदा, किसे क्राइम दी, किसे ऑफेंस दी, किसे अन्याय दी जिम्मेवारी लैण दी जद वेला हुंदी आ, ते अक्सर असीं इदां दे पैसिव सेंटेंसिस नू कंस्ट्रक्ट करदे हां। ये साडा मतलब एक सभ्याचारक व्यवहार बन चुका है। ते अवतार जी मैं तुहानू ये गल फिर किते रह ना जावे, तुसीं पछड़ियां नू पछाड़िया जो करैक्ट कीता, ये मेरे वास्ते भी बहुत नवीं चीज सी। मैं भी इस तरह दे एक्टिव पैसिव वॉइस देखदी रहनी आ कि किवें ਜਿਹੜੇ ਵਾਕ ਕਿਵੇਂ ਬਣਾਇਆ ਜਾਂਦਾ ਹੈ ਤੇ ਉਹ ਵਾਕ ਕਿਵੇਂ ਫਿਰ ਪੂਰੇ ਸਮਾਜ ਦੀ ਚੇਤਨਾ ਦਾ ਹਿੱਸਾ ਬਣ ਜਾਂਦਾ ਹੈ। ਤੇ ਅਸੀਂ ਜਿਹੜਾ ਉਹ ਸਬਜੈਕਟ ਜਿਹੜਾ ਉਹਦਾ ਕਰਨ ਵਾਲਾ ਹੁੰਦਾ, ਜਿਹੜਾ ਆਪਰੇਟ ਕਰਨ ਵਾਲਾ ਹੁੰਦਾ, ਉਹ ਵਿੱਚੋਂ ਅਸੀਂ ਮਨਫੀ ਕਰ ਦਿੰਦੇ ਹਾਂ। ਜਿਵੇਂ ਕਿ ਪਛੜੀਆਂ ਜਾਤਾਂ, ਪਛੜੀਆਂ ਜਿਵੇਂ ਧੁਰੋਂ ਹੀ ਪਛੜੀਆਂ ਹੋਈਆਂ, ਯਾਨੀ ਕਿ ਅਸੀਂ ਇੱਕ ਸੋਸ਼ਲ ਪ੍ਰੋਸੈਸ ਨੂੰ ਇੱਕ ਨੈਚੁਰਲ ਪ੍ਰੋਸੈਸ ਮੰਨ ਲੈਂਦੇ ਹਾਂ। ਸੋ ਮੈਂ ਇਹ ਤੁਹਾਨੂੰ ਕਹਿ ਰਹੀ ਸੀ ਕਿ मैं पंजाब विच, क्योंकि मैं पंजाब विच पैदा हुई हाँ, तो मैं अपना वधेरा जीवन पंजाब विच ही बिताया, तो मेरे कोल ये प्रिविलेज है कि मैनू पंजाब बारे रिफ्लैक्ट करन दा, जो जीवन मैं जी रही सी उहदे बारे सोचण दी मैनू प्रिविलेज मिली।
ਫਰਕ ਬਸ ਇੰਨਾ ਹੈ ਕਿ ਮੈਂ ਉਸ ਪ੍ਰਿਵਿਲੇਜ ਬਾਰੇ ਸਚੇਤ ਹਾਂ। ਮੈਨੂੰ ਪੜ੍ਹਨ ਲਿਖਣ ਦਾ ਮੌਕਾ ਮਿਲਿਆ, ਮੈਨੂੰ ਉਹ ਕਿਸੇ ਵੀ ਤਰ੍ਹਾਂ ਦੀ ਕਹਿ ਲਓ ਜੋ ਅੜਚਨ ਆ ਸਕਦੀ ਸੀ, ਜਿਸ ਤਰ੍ਹਾਂ ਦੇ ਮੇਰੇ ਸੋਸ਼ਲ ਪੋਜੀਸ਼ਨ ਸੀ, ਜਿਸ ਤਰ੍ਹਾਂ ਦਾ ਮੇਰਾ ਜੈਂਡਰ ਸੀ, ਜਿੱਦਾਂ ਦੀ ਮੇਰੀ ਜਿਸ ਵੀ ਤਰ੍ਹਾਂ ਦੀ ਕਲਚਰਲ ਆਈਡੈਂਟੀਟੀ ਸੀ, ਉਹਨਾਂ ਸਭ ਦੇ ਨਾਲ ਸੰਘਰਸ਼ ਕਰਦਿਆਂ ਹੋਇਆਂ ਵੀ ਮੈਂ ਇਹ ਮੰਨਦੀ ਹਾਂ ਕਿ ਮੈਨੂੰ ਪੰਜਾਬ ਦੇ ਵਿੱਚ ਆਤਮ ਵਿਵੇਚਨ ਕਰਨ ਦੀ ਪ੍ਰਿਵਿਲੇਜ ਮਿਲੀ। ਤੇ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰ ਪਾ ਰਹੀ ਹਾਂ, ਮੈਂ ਉਸ ਪ੍ਰਿਵਿਲੇਜ ਤੋਂ ਬਿਲਕੁਲ ਕੌਨਸ਼ੀਅਸ ਹਾਂ। ਤੇ ਮੈਂ ਚਾਹੁੰਦੀ ਹਾਂ ਕਿ ਪ੍ਰਿਵਿਲੇਜ ਜਦੋਂ ਸਮਾਜ ਵਿੱਚ ਕਿਸੇ ਨੂੰ ਮਿਲਦੀ ਹੈ, ਉਹ ਕਿਹਨੂੰ ਮਿਲਦੀ ਆ ਇਹਦੇ ਤੇ ਤਾਂ ਉਹਦਾ ਅਧਿਕਾਰ ਨਹੀਂ ਹੁੰਦਾ, ਕਿਉਂਕਿ ਅਸੀਂ ਹਿਸਟਰੀ ਦੀ ਪ੍ਰੋਡਕਟ ਆ। ਮੇਰੇ ਆਪਣੇ ਪਰਿਵਾਰ ਦੀ ਇੱਕ ਬੈਕਗ੍ਰਾਉਂਡ ਹੈ। ਉਸ ਵੇਲੇ ਪ੍ਰਿਵਿਲੇਜ ਦੀ ਨੈਤਿਕਤਾ ਇਹੀ ਹੋ ਸਕਦੀ ਹੈ ਕਿ ਮੈਂ ਆਪਣੀ ਪ੍ਰਿਵਿਲੇਜ ਦਾ ਇਸਤੇਮਾਲ ਕਿਸ ਤਰ੍ਹਾਂ ਕਰਦੀ ਹਾਂ, ਕਿ ਮੈਂ ਉਸ ਵਿਸ਼ੇਸ਼ ਅਧਿਕਾਰ ਨੂੰ, ਉਸ ਪ੍ਰਿਵਿਲੇਜ ਨੂੰ ਕੇਵਲ ਆਪਣੇ ਇੰਟਰਸਟ ਦੀ ਪੂਰਤੀ ਵਾਸਤੇ ਇਸਤੇਮਾਲ ਕਰਦੀ ਹਾਂ, ਜਾਂ ਫਿਰ ਮੈਂ ਉਹਨੂੰ ਇੱਕ ਲਾਰਜਰ ਕੰਟੈਕਸਟ ਦੇ ਵਿੱਚ ਆਪਣੇ ਨਾਲ ਵਸਣ ਵਾਲੇ ਹੋਰ ਲੋਕਾਂ ਤੇ ਲਾਰਜਰ ਕੰਟੈਕਸਟ ਵਿੱਚ ਸਮਾਜ ਦੇ ਦੂਸਰੇ ਲੋਕਾਂ ਦੇ ਬਾਰੇ, ਉਹਨਾਂ ਦੇ ਜੀਵਨ ਬਾਰੇ ਵੀ ਕੀ ਇਹੋ ਜਿਹੀ ਇੰਟੀਮੇਸੀ ਨਾਲ, ਇਹੋ ਜਿਹੇ ਪਰਸਨਲ ਕੰਸਰਨ ਨਾਲ ਸੋਚ ਸਕਦੀ ਹਾਂ ਕਿ ਮੇਰੀ ਰਿਫਲੈਕਸ਼ਨ, ਮੇਰੀ ਪ੍ਰਿਵਿਲੇਜ ਮੈਨੂੰ ਇੰਨੀ ਚੇਤਨਾ ਦਿੰਦੀ ਹੈ ਕਿ ਮੈਂ ਇਸ ਜੀਵਨ ਦੇ ਵਿੱਚ ਜੋ ਗਲਤ ਦੇਖਦੀ ਹਾਂ, ਜੋ ਅਨੁਚਿਤ ਦੇਖਦੀ ਹਾਂ, ਜੋ ਅਨਿਆਪੂਰਨ ਦੇਖਦੀ ਹਾਂ, ਉਹਨੂੰ ਟੋਕਣ ਦੀ ਤੇ ਉਹਦੇ ਬਾਰੇ ਉਹਨੂੰ ਠੀਕ ਕਰਨ ਦਾ ਇੱਕ ਮੋਰਲ ਕਰੇਜ ਵੀ ਮੇਰੇ ਕੋਲ ਹੈ ਜਾਂ ਨਹੀਂ। ਸੋ ਮੇਰਾ ਜੋ ਅੱਜ ਦੀ ਮੈਂ ਗੱਲਬਾਤ ਕਰੂੰਗੀ, ਮੈਂ ਇਸੇ ਤਰ੍ਹਾਂ ਉਸਨੂੰ ਕਰਨਾ ਚਾਹੁੰਦੀ ਹਾਂ ਕਿ ਪੰਜਾਬ ਬਾਰੇ ਗੱਲ ਕਰਨ ਦਾ ਅਧਿਕਾਰ ਹਰ ਪੰਜਾਬੀ ਨੂੰ ਹੈ। ਹਰ ਪੰਜਾਬੀ ਦਾ ਪੰਜਾਬ ਬਾਰੇ ਇੱਕ ਤਸੱਵਰ ਹੈ। ਇਹ ਗੱਲ ਵੱਖਰੀ ਹੈ ਕਿ ਪੰਜਾਬ ਦਰਸ਼ਨ ਸ਼੍ਰਿੰਖਲਾ ਦੇ ਉੱਪਰ ਸ਼ਾਇਦ ਸਾਰੇ ਪੰਜਾਬੀ ਨਹੀਂ ਆ ਸਕਦੇ। ਸੋ ਅਸੀਂ ਮੰਨਦੇ ਹਾਂ ਕਿ ਪੰਜਾਬ ਦਰਸ਼ਨ ਤੇ ਜੋ ਲੋਕ ਵੀ ਬੋਲਣ ਆ ਰਹੇ ਨੇ, ਇਹ ਇੱਕ ਬਹੁਤ ਵੱਡੀ ਲੋਕਾਈ ਦਾ ਰਿਪਰੈਜ਼ੈਂਟੇਸ਼ਨ ਨੇ। ਸੋ ਰਿਪਰੈਜ਼ੈਂਟੇਸ਼ਨ ਇਜ਼ ਐਨ ਐਥੀਕਲ ਕੰਸਰਨ। ਅਸੀਂ ਕਿਹਨਾਂ ਬਾਰੇ ਬੋਲ ਰਹੇ ਹਾਂ ਤੇ ਕੀ ਬੋਲ ਰਹੇ ਹਾਂ, ਇਹ ਬਹੁਤ ਹੀ ਇੱਕ ਮੈਨੂੰ ਮੋਰਲ ਚੀਜ਼ ਮੰਨਦੀ ਹਾਂ ਕਿ ਕੀ ਇਸ ਤਰ੍ਹਾਂ ਜੋ ਵੀ ਅਸੀਂ ਵਿਚਾਰ ਦੇ ਰਹੇ ਹਾਂ, ਇਹ ਸਮਾਜ ਦੇ ਵਿੱਚ ਭੇਦਭਾਵ ਨੂੰ ਤੇ ਮਨੁੱਖ ਦੀ ਨਾ ਬਰਾਬਰੀ ਨੂੰ ਕਿਤੇ ਹੋਰ ਤਾਂ ਨਹੀਂ ਵਧਾ ਰਿਹਾ। ਸੋ ਮੈਂ ਇਹ ਮਹਿਸੂਸ ਕੀਤਾ, ਬਚਪਨ ਤੋਂ ਮੈਂ ਸੁਣ ਰਹੀ ਹਾਂ ਕਿ ਪੰਜਾਬ ਬਾਰੇ ਇੱਕ ਪਰਸੈਪਸ਼ਨ ਹੈ ਤੇ ਇੱਕ ਪੰਜਾਬ ਦੇ ਵਿੱਚ ਰਹਿਣ ਦਾ ਮੇਰਾ ਲਿਵਡ ਐਕਸਪੀਰੀਅੰਸ ਹੈ। ਮੈਂ ਮਹਿਸੂਸ ਕਰਿਆ ਕਰਦੀ ਸੀ ਅਵਤਾਰ ਜੀ ਕਿ ਜੋ ਪੰਜਾਬ ਦੀ ਪਰਸੈਪਸ਼ਨ ਮੈਂ ਸੁਣਦੀ ਹਾਂ, ਮਤਲਬ ਸੁਣਨ ਦੇ ਸੋਰਸਿਸ ਵੀ ਕੀ ਨੇ, ਮਤਲਬ ਜੋ ਪੰਜਾਬ ਦੇ ਲੋਕ ਦੇ ਵਿੱਚ ਗੱਲਾਂ ਕੀਤੀਆਂ ਜਾਂਦੀਆਂ, ਪੰਜਾਬ ਦਾ ਜਿਹੜਾ ਲੋਕ ਰੰਗ ਕੀ ਕਹਿੰਦਾ ਹੈ, ਪੰਜਾਬ ਦੇ ਬਾਰੇ ਪੋਲੀਟੀਕਲੀ ਕੀ ਕਿਹਾ ਜਾਂਦਾ ਹੈ, ਪੰਜਾਬ ਦਾ ਗੀਤ ਸੰਗੀਤ ਕੀ ਕਹਿੰਦਾ ਹੈ। ਸੋ ਉਹ ਸਾਰੀ ਜੋ ਪਰਸੈਪਸ਼ਨ ਸੀ ਕਿ ਪੰਜਾਬ ਇਹੋ ਜਿਹੀ ਧਰਤੀ ਹੈ, ਜਿਵੇਂ ਕੋਈ ਵੀ ਬੰਦਾ, ਮੈਂ ਬਚਪਨ ਤੋਂ ਯਾਦ ਕਰਦੀ ਹਾਂ, ਮੈਂ ਕਲਚਰਲ ਐਕਟੀਵਿਟੀਜ਼ 'ਚ ਪਾਰਟੀਸਿਪੇਟ ਕਰਦੀ ਸੀ, ਹਰ ਬੰਦਾ ਇੱਥੋਂ ਹੀ ਸ਼ੁਰੂ ਕਰਿਆ ਕਰਦਾ ਸੀ, ਪੰਜਾਬ ਗੁਰੂਆਂ ਫਕੀਰਾਂ ਦੀ ਧਰਤੀ ਹੈ। ਉਹ ਪੰਜਾਬ ਦੇ ਵਿੱਚ ਪੰਜਾਬ ਦਾ ਇੱਕ ਗੌਰਵਸ਼ਾਲੀ ਇਤਿਹਾਸ ਹੈ। ਪੰਜਾਬ ਨੇ ਜਿਹੜੀ ਆਜ਼ਾਦੀ ਹੈ, ਪੰਜਾਬ ਦੀ ਜਿਹੜੀ ਖੁਦਮੁਖਤਾਰੀ ਹੈ, ਉਹ ਉਸਨੇ ਕਮਾਈ ਹੈ। ਉਹ ਸਾਰੀਆਂ ਜਿਹੜੀਆਂ ਪਰਸੈਪਸ਼ਨਸ ਹੁੰਦੀਆਂ ਸੀ ਤੇ ਜਿਹੜਾ ਮੇਰਾ ਪੰਜਾਬ ਦੇ ਵਿੱਚ ਰਹਿਣ ਦਾ ਅਨੁਭਵ ਹੁੰਦਾ ਸੀ, ਮੈਨੂੰ ਉਹਦੇ ਵਿਚਲਾ ਫਾਸਲਾ ਬਹੁਤ ਸ਼ੁਰੂ ਤੋਂ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ। ਪਰ ਮੈਨੂੰ ਉਹਨੂੰ ਸਮਝਣ ਦਾ, ਉਹਨੂੰ ਕੰਪਰੀਹੈਂਡ ਕਰਨ ਦੇ ਕ੍ਰਿਟੀਕਲ ਟੂਲਸ ਮੇਰੇ ਕੋਲ ਨਹੀਂ ਸੀ। ਲੇਕਿਨ ਜਿਵੇਂ ਕਹਿੰਦੇ ਹੁੰਦੇ ਨਾ, ਜਿਹੜੀ ਚੀਜ਼ ਤੁਹਾਨੂੰ ਆਪਣੇ ਖੂਨ ਵਿੱਚ ਮਹਿਸੂਸ ਹੁੰਦੀ ਹੈ, ਉਹਦਾ ਮਹਿਸੂਸ ਹੋਣਾ ਹੀ ਇੱਕ ਬਹੁਤ ਵੱਡਾ ਇੰਡੀਕੇਟਰ ਹੁੰਦਾ ਹੈ, ਚਾਹੇ ਤੁਹਾਡੇ ਕੋਲ ਉਹਦੀ ਭਾਸ਼ਾ ਹੋਵੇ ਜਾਂ ਨਾ ਹੋਵੇ। ਹੋ ਸਕਦਾ ਜਿੱਦਾਂ ਮੈਂ ਮਹਿਸੂਸ ਕਰਦੀ ਰਹੀ, ਉਦਾਂ ਹੋਰ ਵੀ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਰਹੇ ਹੋਣ। ਉਹਨਾਂ ਨੇ ਸ਼ਾਇਦ ਭਾਸ਼ਾ ਦੇ ਲੈਵਲ ਤੇ ਸ਼ਾਇਦ ਉਹ ਉਸ ਤਰ੍ਹਾਂ ਦਾ ਸੰਘਰਸ਼ ਨਾ ਕਰ ਸਕਣ, ਸ਼ਾਇਦ ਉਹ ਕਰਨਾ ਨਾ ਚਾਹਣ। ਤਾਂ ਮੇਰਾ ਜਿਹੜਾ ਜੋ ਕਹਿਣਾ ਅੱਜ ਦੇ ਲੈਕਚਰ ਵਿੱਚ ਹੈ, ਉਹ ਇਹ ਹੈ ਕਿ ਜਿਹੜੀ ਪੰਜਾਬ ਦੀ ਪਰਸੈਪਸ਼ਨ ਮੈਨੂੰ ਬਚਪਨ ਤੋਂ ਸੁਣਨ ਲਈ ਮਿਲੀ, ਪੰਜਾਬ ਦੇ ਬਾਰੇ ਜੋ ਇੱਕ ਗ੍ਰੈਂਡ ਨੈਰੇਟਿਵ ਬਣਾਇਆ ਜਾਂਦਾ ਹੈ, ਤੇ ਜੋ ਪੰਜਾਬ ਦੇ ਵਿੱਚ ਰਹਿਣ ਦਾ ਮੇਰਾ ਅਨੁਭਵ ਹੈ, ਮੈਂ ਉਹਦੀਆਂ ਕੰਟਰਾਡਿਕਸ਼ਨਸ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰੂੰਗੀ। ਪਿਆਰੇ ਦੋਸਤੋ, ਤੁਸੀਂ ਪਲੀਜ਼ ਇਹ ਨਾ ਸਮਝਿਓ
ਕਿ ਜੇ ਮੈਂ ਪੰਜਾਬ ਦੀਆਂ ਬੁਰਾਈਆਂ ਜਾਂ ਪੰਜਾਬ ਦੇ ਵਿਚਲੇ ਰਾਜਨੀਤਿਕ, ਆਰਥਿਕ ਜਾਂ ਸੱਭਿਆਚਾਰਕ ਵਿਸ਼ਿਆਂ ਤੇ ਜੇ ਉਹਦੀ ਆਲੋਚਨਾ ਕਰਾਂ ਤਾਂ ਮੇਰਾ ਇਹਦੇ ਵਿੱਚ ਕੋਈ ਮੈਲ ਇੰਟੈਂਸ਼ਨ ਨਹੀਂ ਹੈ। ਹਾਲਾਂਕਿ ਮੈਨੂੰ ਪ੍ਰਮਾਣਿਤ ਕਰਨ ਦੀ ਜ਼ਰੂਰਤ ਨਹੀਂ ਹੈ, ਮੈਨੂੰ ਇਹ ਡਿਸਕਲੇਮ ਕਰਨ ਦੀ ਵੀ ਲੋੜ ਨਹੀਂ ਹੈ, ਲੇਕਿਨ ਫਿਰ ਵੀ ਇੱਕ ਕਹਿਣਾ ਮੇਰਾ ਬਣਦਾ ਹੈ, ਕਿਉਂਕਿ ਮੈਂ ਦੇਖਿਆ ਹੈ ਕਿ ਜਿਸ ਤਰ੍ਹਾਂ ਦੀ ਦਿਸ਼ਾ ਵਿੱਚ ਸੱਭਿਅਤਾਵਾਂ ਤੇ ਸਮਾਜ ਵੱਧ ਰਹੇ ਨੇ, ਉੱਥੇ ਆਤਮ ਆਲੋਚਨਾ ਦੀ ਗੁੰਜਾਇਸ਼ ਲਗਾਤਾਰ ਘਟਦੀ ਜਾ ਰਹੀ ਹੈ। ਸਾਰਿਆਂ ਜਿਹੜੇ ਸਮਾਜ ਨੇ ਉਹਦੇ ਵਿੱਚ ਆਇਡੈਂਟੀਟੀ ਪੋਲਿਟਿਕਸ ਜਿਹੜੀ ਹੈ, ਆਪਣੇ ਆਪ ਨੂੰ, ਆਪਣੀ ਪਛਾਣ ਨੂੰ ਅਸਰਟ ਕਰਨ ਦਾ ਜੋ ਦਬਾਅ ਅਸੀਂ ਪੈਦਾ ਕੀਤਾ, ਤੇ ਹੁਣ ਅਸੀਂ ਉਹਨਾਂ ਦਬਾਵਾਂ ਦੇ ਵਿੱਚ ਫਸ ਚੁੱਕੇ ਹਾਂ ਬੁਰੀ ਤਰ੍ਹਾਂ ਨਾਲ। ਤੇ ਇਸ ਲੜਾਈ ਦੇ ਵਿੱਚ ਹੁਣ ਪਿੱਛੇ ਮੁੜਨਾ ਬਹੁਤ ਔਖਾ ਲੱਗਦਾ ਹੈ, ਤੇ ਇਸ ਕਰਕੇ ਜੋ ਵੀ ਪਰਸੈਪਸ਼ਨ ਅਸੀਂ ਬਣਾ ਲਈਏ, ਉਹਨੂੰ ਕ੍ਰਿਟੀਕ ਕਰਨਾ ਕਿਸੇ ਸਮਾਜ ਵਾਸਤੇ ਉਸ ਵੇਲੇ ਬਹੁਤ ਔਖਾ ਹੋ ਜਾਂਦਾ ਹੈ। ਮੈਂ ਇਸ ਗੱਲ ਤੋਂ ਇਗਨੋਰੈਂਟ ਨਹੀਂ ਆ ਕਿ ਜਦੋਂ ਬਾਕੀ ਦੇਸ਼ ਵਿੱਚ ਤੇ ਬਾਕੀ ਦੁਨੀਆ ਦੇ ਵਿੱਚ ਐਥਨਿਕ ਬੈਕਗ੍ਰਾਉਂਡ ਦੇ ਨਾਮ ਤੇ, ਕਮਿਊਨਲ ਐਫੀਲੀਏਸ਼ਨ ਦੇ ਨਾਮ ਤੇ ਅਧਿਕਾਰ ਮੰਗੇ ਜਾ ਰਹੇ ਹੋਣ, ਜਾਂ ਪੂਰੀ ਪਾਵਰ ਦੀ ਸਪੇਸ ਨੂੰ ਐਬਡਕਟ ਕੀਤਾ ਜਾ ਰਿਹਾ ਹੋਵੇ, ਤਾਂ ਇੱਕ ਕਮਿਊਨਿਟੀ ਜਿਹੜੀ ਆ ਉਹ ਆਪਣੀ ਸਹਿਸ਼ਣੁਤਾ ਬਰਕਰਾਰ ਨਹੀਂ ਰੱਖ ਸਕਦੀ, ਕਿਉਂਕਿ ਇਹ ਸਰਵਾਈਵਲ ਦਾ ਇੱਕ ਬੇਸਿਕ ਸਿਧਾਂਤ ਹੈ ਕਿ ਜੇਕਰ ਲੜ ਕੇ ਹੀ ਤੁਹਾਨੂੰ ਭੋਜਨ ਮਿਲੇਗਾ, ਜੇਕਰ ਉਹੀ ਉਹਦਾ ਤਰੀਕਾ ਹੈ, ਤਾਂ ਤੁਹਾਨੂੰ ਉਸ ਲੜਾਈ ਵਿੱਚ, ਉਸ ਹਿੰਸਾ ਵਿੱਚ ਵੀ ਸ਼ਾਮਿਲ ਹੋਣਾ ਪੈਂਦਾ ਹੈ। ਪਰ ਨਾਲ ਦੀ ਨਾਲ ਇਹ ਵੀ ਤਾਂ ਇੱਕ ਸਵਾਲ ਹੁੰਦਾ ਨਾ ਕਿ ਇਹੋ ਜਿਹੇ ਵੱਧਦੇ, ਇਹੋ ਜਿਹੇ ਕਲੈਸ਼ ਆਫ ਸਿਵਲਾਈਜੇਸ਼ਨਸ ਨੂੰ ਅਸੀਂ ਰਿਜ਼ੋਲਵ ਵੀ ਤਾਂ ਕਰਨਾ ਹੈ, ਕਿਉਂਕਿ ਇੰਨੀ ਜ਼ਿਆਦਾ ਹਿੰਸਾ ਨੂੰ ਬਰਦਾਸ਼ਤ ਕਰਨਾ, ਇੰਨੀ ਜ਼ਿਆਦਾ ਹਿੰਸਾ ਦੇ ਵਿੱਚ ਲਗਾਤਾਰ ਰਹਿਣਾ ਵੀ ਲੋਕਾਂ ਵਾਸਤੇ, ਹਿਊਮਨ ਬੀਇੰਗਸ ਵਾਸਤੇ ਪੋਸੀਬਲ ਨਹੀਂ ਹੁੰਦਾ। ਸੋ ਬੇਸ਼ੱਕ ਆਤਮ ਆਲੋਚਨਾ ਕਰਨਾ ਇਸ ਵੇਲੇ ਇੱਕ ਬਹੁਤ ਹੀ ਮਾੜੀ ਗੱਲ ਕਿਉਂ ਨਾ ਬਣ ਚੁੱਕੀ ਹੋਵੇ, ਪਰ ਮੈਂ ਇਹੀ ਕਰਨ ਨੂੰ ਆਪਣੀ ਚੁਆਇਸ, ਆਪਣੀ ਪ੍ਰਾਇੋਰਿਟੀ ਸਮਝਦੀ ਹਾਂ। ਮੈਂ ਵੀ ਚਾਹਾਂ ਤਾਂ ਮੈਂ ਪੰਜਾਬ ਦੇ ਬਾਰੇ ਸੰਸਮਰਨ ਪੜ੍ਹ ਸਕਦੀ ਹਾਂ, ਆਪਣੇ ਬਚਪਨ ਦੀਆਂ ਯਾਦਾਂ ਪੜ੍ਹ ਸਕਦੀ ਹਾਂ, ਮੈਂ ਦੱਸ ਸਕਦੀ ਹਾਂ ਕਿ ਕਿਵੇਂ ਪੰਜਾਬ ਦੀ ਲੈਂਡਸਕੇਪ ਨੇ, ਪੰਜਾਬ ਦੀ ਇਸ ਪੂਰੀ ਆਬੋ ਹਵਾ ਨੇ ਦੇ ਵਿੱਚ ਮੈਨੂੰ ਕਿੰਨੇ ਐਨਚਾਂਟਿੰਗ ਐਕਸਪੀਰੀਐਂਸਿਸ ਹੋਏ। ਮੈਂ ਵੀ ਉਸੇ ਤਰ੍ਹਾਂ ਦੇ ਕਿਸੇ ਘਰ ਦੇ ਗਰਮੀਆਂ ਦੇ ਵਿੱਚ ਛੱਤ ਦੇ ਵਿੱਚ ਇੱਕ ਮੰਜੀ ਤੋਂ ਉੱਠਦੀ ਸੀ, ਜਿੱਥੇ ਮੈਨੂੰ ਸਵੇਰੇ ਸਵੇਰੇ ਗੁਰਬਾਣੀ ਵੀ ਸੁਣਨ ਲਈ ਮਿਲਦੀ ਸੀ, ਮੋਰ ਵੀ ਕੂਕਦੇ ਸੀ, ਕਿਤੇ ਮੰਦਿਰ ਚੋਂ ਵੀ ਆਵਾਜ਼ ਆਉਂਦੀ ਸੀ। ਤੇ ਬਿਲਕੁਲ ਇਹੋ ਜਿਹੇ ਕਹਿ ਲਓ ਚੇਤ ਦੇ ਮਹੀਨੇ ਦੇ ਵਿੱਚ ਮੈਨੂੰ ਵੀ ਪੰਜਾਬ ਦੀ ਉਸ ਲੈਂਡਸਕੇਪ ਨੇ, ਜੋ ਮੇਰੀ ਕਲਚਰਲ ਮੈਮਰੀ ਸੀ, ਉਸਨੇ ਮੈਨੂੰ ਵੀ ਬਹੁਤ ਜ਼ਿਆਦਾ ਐਨਚਾਂਟ ਕੀਤਾ। ਮੇਰੇ ਉਹ ਅਨੁਭਵ ਵੀ ਉਨੇ ਹੀ ਸਮਰਿੱਧ ਆ ਕਿ ਮੈਂ ਵੀ ਆਪਣੀ ਗੱਲ ਪੰਜਾਬ ਦੀ ਪ੍ਰਸ਼ੰਸਾ ਵਿੱਚ, ਪੰਜਾਬ ਦੀ ਉਸਤਤ ਵਿੱਚ ਬੜੇ ਆਰਾਮ ਨਾਲ ਰਹਿਣ ਸੁਭਾਈ ਉਹ ਚਰਚਾ ਚੱਲ ਸਕਦੀ ਹੈ। ਪਰ ਦੋਸਤੋ, ਕੀ ਹੁੰਦਾ ਹੈ ਕਿ ਹਰ ਸਮੇਂ ਦੀ ਇੱਕ ਮੰਗ ਵੀ ਹੁੰਦੀ ਆ। ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਹਾਲਾਤ ਵਿੱਚੋਂ ਅਸੀਂ ਹੁਣ ਗੁਜ਼ਰ ਰਹੇ ਹਾਂ, ਮੈਂ ਰਿਜ਼ਰਵ ਕਰੂੰਗੀ ਇਸ ਗੱਲ ਨੂੰ ਕਿ ਮੈਂ ਆਪਣੇ ਇਹੋ ਜਿਹੇ ਅਨੁਭਵ, ਇਹੋ ਜਿਹੇ ਸੰਸਮਰਨ ਕਿਸੇ ਹੋਰ ਵੇਲੇ ਤੁਹਾਡੇ ਨਾਲ ਸ਼ੇਅਰ ਕਰਾਂ। ਤੇ ਅੱਜ ਮੈਂ ਸਲਾਈਟਲੀ ਡਿਸਕੰਫਰਟਿੰਗ ਗੱਲ ਆਪਣੀ ਕਰਨਾ ਚਾਹੁੰਦੀ ਹਾਂ, ਕਿਉਂਕਿ ਜਦੋਂ ਮੈਂ ਪੰਜਾਬ ਬਾਰੇ ਇੰਨੀਆਂ ਮਹਾਨ ਗੱਲਾਂ ਸੁਣਦੀ ਹਾਂ ਕਿ ਪੰਜਾਬ ਗੁਰੂਆਂ ਫਕੀਰਾਂ ਦੀ ਧਰਤੀ ਆ, ਪੰਜਾਬ ਦੇ ਵਿੱਚ ਜਿਹੜੀ ਸਿੱਖ ਫਿਲਾਸਫੀ ਆ ਉਹ ਰੂਲ ਕਰਦੀ ਆ, ਪੰਜਾਬ ਦੀ ਆਤਮਾ ਦੇ ਵਿੱਚ ਮਨੁੱਖਤਾ ਲਈ ਪ੍ਰੇਮ ਆ, ਪੰਜਾਬ ਦੇ ਵਿੱਚ ਜਿਹੜਾ ਜਾਤ ਪਾਤ ਨਹੀਂ ਮੰਨਿਆ ਜਾਂਦਾ। ਤੇ ਜਦੋਂ ਮੈਂ ਅਸਲ ਵਿੱਚ ਆਪਣੇ ਜੀਵਨ ਨੂੰ ਤੇ ਆਪਣੇ ਨਾਲ ਦਿਆਂ ਦੇ ਜੀਵਨ ਨੂੰ ਦੇਖਦੀ ਹਾਂ, ਤਾਂ ਮੈਨੂੰ ਇਹ ਗੱਲ ਸੱਚ ਨਹੀਂ ਲੱਗਦੀ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਲੋਕ ਕੋਈ ਆਜ਼ਾਦ ਜੀਵਨ ਨਹੀਂ ਬਿਤਾਉਂਦੇ। ਕਿਉਂਕਿ ਸਾਰੀਆਂ ਗੱਲਾਂ ਤੋਂ ਬਾਅਦ ਇੱਕ ਬੇਸਿਕ ਕੁਐਸਚਨ ਪੁੱਛਣਾ ਤੇ ਦੱਸਣਾ ਮੈਂ ਮਿਸ ਨਹੀਂ ਕਰਦੀ ਹੁੰਦੀ ਕਿ ਫਿਰ ਕੀ ਜੇ ਇਹ ਸਾਰਾ ਕੁਛ ਆ, ਤਾਂ ਕੀ ਆਪਾਂ ਮੰਨ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਜੀਵਨ ਆਜ਼ਾਦ ਆ? ਕਿ ਪੰਜਾਬ ਦੇ ਵਿੱਚ ਇਨਸਾਨ ਤੇ ਇਨਸਾਨ ਵਿੱਚ ਕੋਈ ਬਾਉਂਡਰੀਜ਼ ਨਹੀਂ ਆ? ਕਿ ਪੰਜਾਬ ਦੇ ਵਿੱਚ ਕੋਈ ਵੀ ਮਨੁੱਖ ਆਪਣੇ ਐਗਜ਼ਿਸਟੈਂਸ ਨੂੰ ਲੈ ਕੇ ਬਹੁਤ ਜ਼ਿਆਦਾ ਆਜ਼ਾਦ ਤੇ ਸੁਰੱਖਿਅਤ ਮਹਿਸੂਸ ਕਰਦਾ?
ਤੇ ਜਦੋਂ ਇਹ ਸਵਾਲ ਮੈਂ ਪੁੱਛਦੀ ਹਾਂ ਤੇ ਮੈਨੂੰ ਜਿਹੜਾ ਪੰਜਾਬ ਦਾ ਉਹ ਰੋਮਾਂਟਿਕ ਪਰਸੈਪਸ਼ਨ ਆ, ਜੋ ਕਿ ਰੋਮਾਂਟਿਕ ਨਹੀਂ ਆ, ਫੈਕਚੁਅਲ ਵੀ ਹੈ, ਪਰ ਕੁਝ ਹੱਦ ਤੱਕ ਉਹ ਅਸੀਂ ਰਲ ਮਿਲ ਕੇ ਉਸ ਇਮੈਜੀਨੇਸ਼ਨ ਨੂੰ ਕੋਰੋਬੋਰੇਟ ਕਰਦੇ ਰਹੇ, ਕਿਉਂਕਿ ਅਸੀਂ ਸਿਰਫ ਇਕੱਲੇ ਐਗਜ਼ਿਸਟ ਨਹੀਂ ਕਰਨਾ ਹੁੰਦਾ, ਅਸੀਂ ਹਮੇਸ਼ਾ ਵਿਜ਼ਾ ਵੀ ਦੂਜਿਆਂ ਦੇ ਨਾਲ ਐਗਜ਼ਿਸਟ ਕਰਦੇ ਹਾਂ। ਅਸੀਂ ਰਾਜਸਥਾਨ ਦੇ ਵਿਜ਼ਾ ਵੀ ਐਗਜ਼ਿਸਟ ਕਰਦੇ ਹਾਂ, ਅਸੀਂ ਮਹਾਰਾਸ਼ਟਰ ਦੀ ਵਿਜ਼ਾ ਵੀ ਐਗਜ਼ਿਸਟ ਕਰਦੇ ਹਾਂ। ਤਾਂ ਉਹ ਵਾਲਾ ਗ੍ਰੈਂਡ ਨੈਰੇਟਿਵ ਬਣਾਉਣਾ ਇੱਕ ਖਾਸ ਤਰ੍ਹਾਂ ਦੀ ਕੰਪਲਸ਼ਨ ਵੀ ਹੁੰਦੀ ਆ, ਮੈਂ ਉਸ ਗੱਲ ਨੂੰ ਸਮਝਦੀ ਹਾਂ। ਪਰ ਪੰਜਾਬ ਦੇ ਅਸਲੀ ਜੀਵਨ ਦੇ ਵਿੱਚ ਮੈਂ ਦੇਖਦੀ ਹਾਂ ਕਿ ਇੱਥੇ ਦਾ ਜੀਵਨ ਵੀ ਬਾਕੀ ਸਮਾਜਾਂ, ਬਾਕੀ ਸੂਬਿਆਂ ਵਾਂਗ ਇੱਕ ਖਾਸ ਤਰ੍ਹਾਂ ਦੀ ਕਲਚਰਲ ਹੈਜੀਮਨੀ ਤੋਂ ਪੀੜਿਤ ਹੈ। ਉਹ ਕਲਚਰਲ ਹੈਜੀਮਨੀ ਕਿਹਨਾਂ ਦੀ ਆ, ਉਹ ਕਲਚਰਲ ਹੈਜੀਮਨੀ ਕਿਵੇਂ ਬਣੀ ਤੇ ਉਹਦਾ ਪ੍ਰਭਾਵ ਕੀ ਹੁੰਦਾ ਹੈ, ਮੈਂ ਹੁਣ ਕੁਝ ਇਸ ਤਰ੍ਹਾਂ ਦੇ ਅਨੁਭਵ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਇਹਨਾਂ ਗੱਲਾਂ ਵੱਲ ਮੇਰਾ ਧਿਆਨ ਵੀ ਕਿਵੇਂ ਗਿਆ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਨੂੰ ਬਚਪਨ ਤੋਂ ਮਹਿਸੂਸ ਹੁੰਦਾ ਸੀਗਾ, ਕਿਉਂਕਿ ਦੇਖੋ ਮੈਂ 77 ਵਿੱਚ ਬੌਰਨ ਹੋਈ, 77 ਵਿੱਚ ਬੌਰਨ ਹੋ ਕੇ ਸੋਚੋ ਕਿ ਮੇਰੇ ਉਦੋਂ ਮੈਂ ਕਿੰਨੇ 7-8 ਸਾਲ ਦੀ ਸੀ ਜਦੋਂ 84 ਦੀ ਘਟਨਾ ਹੋਈ। ਤਾਂ ਉਸ ਤੋਂ ਬਾਅਦ ਜਿਹੜਾ ਪੂਰਾ ਪੰਜਾਬ ਦਾ ਅੱਤਵਾਦ ਵਾਲਾ ਦੌਰ ਸੀ, ਉਦੋਂ ਬਾਅਦ ਪੂਰਾ ਦੁਨੀਆ ਜਿਵੇਂ ਗਲੋਬਲਾਈਜ਼ ਹੋਈ, ਜਿਵੇਂ ਲਿਬਰਲਾਈਜ਼ ਹੋਈ, ਤੇ ਉਹ ਸਾਰੇ ਮੇਰਾ ਆਪਣਾ ਜਿਹੜਾ ਲਿਵਡ ਐਕਸਪੀਰੀਅੰਸ ਆ ਉਹ ਇਸ ਤਰ੍ਹਾਂ 43-44 ਸਾਲ ਦਾ ਮੇਰਾ ਜੀਵਨ ਬੜਾ ਇੰਟੀਮੇਟਲੀ ਮੈਂ ਇਸ ਜਗ੍ਹਾ ਤੇ ਜੀਵਿਆ ਹੈ। ਤੇ ਮੈਂ ਇਹ ਦੇਖਿਆ ਹੈ ਕਿ ਜੋ ਪੰਜਾਬ ਦੀ ਡੈਮੋਗ੍ਰਾਫੀ ਹੈ, ਕਿ ਪੰਜਾਬ ਵਿੱਚ ਕੌਣ-ਕੌਣ ਲੋਕ ਰਹਿੰਦੇ ਨੇ ਤੇ ਪੰਜਾਬ ਦੇ ਕਲਚਰਲੀ ਡੋਮੀਨੈਂਟ ਕੌਣ ਲੋਕ ਨੇ, ਤਾਂ ਉਹ ਤੁਹਾਨੂੰ ਡੈਮੋਗ੍ਰਾਫੀ ਤੇ ਪਾਵਰ ਤੇ ਕਲਚਰਲ ਪਾਵਰ, ਉਹਦੇ ਵਿੱਚ ਤੁਹਾਨੂੰ ਇੱਕ ਬੜੀ ਕੰਟਰਾਡਿਕਸ਼ਨ ਤੁਸੀਂ ਬੜੇ ਉਹਨੂੰ ਬੜੀ ਪੈਲਪੇਬਲੀ ਮਹਿਸੂਸ ਕਰ ਸਕਦੇ ਹੋ। ਪਰ ਉਸ ਗੱਲ ਨੂੰ ਮਹਿਸੂਸ ਕਰਨ ਵਾਸਤੇ ਦੋ ਲੋਕੀ ਇਹਨੂੰ ਮਹਿਸੂਸ ਕਰਨਗੇ। ਇੱਕ ਉਹ ਲੋਕ ਜਿਹੜੇ ਇਸ ਕਲਚਰ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਸੁਪੀਰੀਓਰਿਟੀ ਤੇ ਡੋਮੀਨੈਂਸ ਨਾਲ ਜਿਉਂਦੇ ਨੇ, ਤੇ ਦੂਸਰਾ ਜਿਹੜਾ ਉਸ ਡੋਮੀਨੈਂਸ ਤੇ ਜਿਹੜਾ ਉਸ ਸੁਪੀਰੀਓਰਿਟੀ ਤੇ ਹੈਜੀਮਨੀ ਦੇ ਸਬਜੂਗੇਸ਼ਨ ਦੇ ਅਧੀਨ ਰਹਿੰਦਾ ਹੈ। ਸੋ ਦੋਨਾਂ ਨੂੰ ਅਲੱਗ-ਅਲੱਗ ਸੰਵੇਦਨਾ ਨਾਲ ਇਸ ਹੈਜੀਮਨੀ ਨੂੰ ਸਮਝਣਾ ਪਏਗਾ। ਜਿਹੜਾ ਇਹਦੇ ਤੋਂ ਸਿਕਿਉਰਿਟੀ ਤੇ ਆਈਡੈਂਟੀਟੀ ਦੀ ਜਿਹੜੀ ਪੋਜ਼ਿਟਿਵਿਟੀ ਡਰਾ ਕਰਦਾ ਹੈ, ਉਹਨੂੰ ਵੀ ਇਹ ਗੱਲ ਬੜੇ ਸੰਜਮ ਨਾਲ ਸਮਝਣੀ ਪਊਗੀ। ਤੇ ਜਿਹਨੇ ਕਦੀ ਇਸ ਨੂੰ ਮਹਿਸੂਸ ਹੀ ਨਹੀਂ ਕੀਤਾ, ਮਤਲਬ ਇਸ ਗੱਲ ਨੂੰ ਆਰਟੀਕੂਲੇਟ ਹੀ ਨਹੀਂ ਕਰ ਸਕਿਆ, ਕਿਉਂਕਿ ਕਲਚਰਲ ਹੈਜੀਮਨੀ ਪੋਲੀਟੀਕਲ ਹੈਜੀਮਨੀ ਤੋਂ ਵੱਖਰੀ ਹੁੰਦੀ ਹੈ। ਇਹ ਬੜੀ ਅਣਕਹੀ ਜਿਹੀ ਇੱਕ ਦਬਾਅ ਹੁੰਦਾ ਹੈ ਜਿਹੜਾ ਇੱਕੋ ਹੀ ਸਮਾਜ ਦੇ ਅੰਦਰ ਸੋਸਾਇਟੀ, ਡਾਇਵਰਸ ਸੋਸਾਇਟੀ ਨੂੰ ਇਵੈਂਚੁਅਲੀ ਇੱਕੋ ਤਰ੍ਹਾਂ ਦੇ ਨੋਰਮਸ ਦੇ ਵਿੱਚ ਜੀਣ ਵਾਸਤੇ ਕੰਪੈਲ ਕਰਦਾ ਹੈ, ਤੇ ਦੂਸਰੇ ਲੋਕੀ ਵੀ ਉਸ ਤਰ੍ਹਾਂ ਦੇ ਸੋਸ਼ਲ ਕੰਸਟਰਕਸ਼ਨ ਨੂੰ ਹੌਲੀ-ਹੌਲੀ ਸੁਭਾਵਕ ਤੇ ਕੁਦਰਤੀ ਸਮਝਣਾ ਸ਼ੁਰੂ ਕਰ ਦਿੰਦੇ ਆ। ਸੋ ਦੋਸਤੋ, ਪੰਜਾਬ ਦੇ ਵਿੱਚ ਜਿਹੜੀ ਕਲਚਰਲ ਹੈਜੀਮਨੀ ਪ੍ਰੀਵੇਲ ਕਰਦੀ ਆ, ਮੈਂ ਇਹ ਸਮਝਦੀ ਹਾਂ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਦੁਨੀਆ ਵਿੱਚ ਜਿੰਨੀ ਵੀ ਸਿੱਖ ਪਾਪੂਲੇਸ਼ਨ ਆ, ਸਭ ਤੋਂ ਵੱਧ ਸਿੱਖ ਜਿਹੜੇ ਆ ਉਹ ਪੰਜਾਬ ਦੇ ਵਿੱਚ ਇੱਕ ਕਨਸੈਂਟਰੇਟਿਡ ਰੂਪ ਵਿੱਚ ਰਹਿੰਦੇ ਆ। ਹਾਲਾਂਕਿ ਉਹ ਪੂਰੀ ਦੁਨੀਆ ਦੇ ਵਿੱਚ ਫੈਲੇ ਵੀ ਹੋਏ ਆ। ਪੰਜਾਬ ਦੇ ਵਿੱਚ ਐਮੀਗ੍ਰੇਸ਼ਨ ਦਾ ਜੋ ਵਰਤਾਰਾ ਰਿਹਾ ਉਹਦੇ ਤੋਂ ਵੀ ਅਸੀਂ ਸਾਰੇ ਵਾਕਿਫ ਹਾਂ। ਸੋ ਤੇ ਦੂਸਰਾ ਇਹ ਮੈਂ ਸੋਚਦੀ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਡੈਮੋਗ੍ਰਾਫੀ ਹੈ, ਕਿ ਪੰਜਾਬ ਦੇ ਵਿੱਚ ਕਰੀਬਨ 57-58% ਜਿਹੜੇ ਸਿੱਖ ਲੋਕ ਰਹਿੰਦੇ ਆ, ਤੇ ਕਹਿ ਲਓ ਕਿ ਨੀਅਰਲੀ 60-40 ਦੀ ਜਿਹੜੀ ਰੇਸ਼ੋ ਆ। ਪਰ ਜਦੋਂ ਮੈਂ ਕਲਚਰਲ ਡੋਮੀਨੇਸ਼ਨ ਦੇਖਦੀ ਹਾਂ ਤਾਂ ਉਦੋਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪੰਜਾਬ ਨੂੰ ਪੋਲੀਟੀਕਲੀ, ਸੋਸ਼ਲੀ ਤੇ ਕਲਚਰਲੀ ਸਿੱਖ ਲੋਕ ਉਸਨੂੰ ਡੋਮੀਨੇਟ ਕਰਦੇ ਆ। ਤੁਸੀਂ ਇਹ ਇੱਕ ਨੌਨ ਸਿੱਖ ਬੰਦੇ ਦਾ ਅਨੁਭਵ ਹੈ, ਮੈਂ ਇਸ ਨੂੰ ਕੋਈ ਹਿੰਦੂ ਅਨੁਭਵ ਨਹੀਂ ਕਹਿ ਰਹੀ। ਤੁਸੀਂ ਪਲੀਜ਼ ਇਸ ਗੱਲ ਨੂੰ ਨੋਟ ਕਰੋ, ਜਦੋਂ ਮੈਂ ਪੰਜਾਬ ਦੀ ਕਲਚਰਲ ਹੈਜੀਮਨੀ ਦੀ ਗੱਲ ਕਰ ਰਹੀ ਹਾਂ ਜਾਂ ਉਹਨੂੰ ਕ੍ਰਿਟੀਕ ਕਰ ਰਹੀ ਹਾਂ, ਤਾਂ ਤੁਸੀਂ ਹੁਣ ਉਹ ਲੱਭਣ ਨਾ ਚਲੇ ਜਾਈਓ ਕਿ ਮੇਰਾ ਕੀ ਧਰਮ ਆ ਤੇ ਮੇਰੀ ਕੀ ਜਾਤੀ ਆ। ਹਾਲਾਂਕਿ ਉਹ ਲੱਭਣ ਵਿੱਚ ਕੋਈ ਨੁਕਸਾਨ ਨਹੀਂ, ਉਹ ਲੱਭਣੀ ਚਾਹੀਦੀ ਆ। ਚੰਗਾ ਹੋਏਗਾ ਜੇ ਅਸੀਂ ਸਮਾਜ ਵਿੱਚ ਰੈਡੀਲੀ ਇਦਾਂ ਦੇ ਕ੍ਰਿਟੀਕਲ ਐਨਾਲਿਸਿਸ ਕਰਨੇ ਸ਼ੁਰੂ ਕਰ ਦਈਏ, ਕਿਉਂਕਿ ਉਹਦੇ ਨਾਲ ਸਾਡੀ ਜਿਹੜੀ ਰਿਐਲਿਟੀ ਦੀ ਪਰਸੈਪਸ਼ਨ ਆ ਉਹ ਕਾਫੀ ਰੈਡੀਕਲਾਈਜ਼ ਹੋ ਸਕਦੀ ਹੈ। ਪਰ
ਫਿਰ ਵੀ ਮੈਂ ਕਹੂੰਗੀ ਕਿ ਇਸ ਵੇਲੇ ਜੋ ਮੈਂ ਗੱਲ ਕਰਦੀ ਪਈ ਹਾਂ ਉਹ ਇੱਕ ਨੌਨ ਸਿੱਖ ਬੰਦੇ ਦੀ ਤਰ੍ਹਾਂ ਕਰ ਰਹੀ ਹਾਂ, ਔਰ ਉਹਦਾ ਮਤਲਬ ਨੈਸੈਸਰੀਲੀ ਇਹ ਨਹੀਂ ਆ ਕਿ ਉਹ ਮੈਂ ਆਪਣੇ ਇੱਕ ਹਿੰਦੂ ਦੀ ਤਰ੍ਹਾਂ ਕਰ ਰਹੀ ਹਾਂ, ਕਿਉਂਕਿ ਜਿਹੜੀ ਇਸ ਤਰ੍ਹਾਂ ਦੀ ਅਦਰ ਨੂੰ ਸਮਝਣ ਵਾਸਤੇ, ਜੇ ਤੁਸੀਂ ਮੇਰੀ ਗੱਲ ਨੂੰ ਨਹੀਂ ਸਮਝੋਗੇ ਤਾਂ ਫਿਰ ਤਾਂ ਇਹ ਗੱਲ ਬੜੀ ਜਲਦੀ ਇਹਨੂੰ ਡਿਸਮਿਸ ਕਰਨਾ ਬਹੁਤ ਹੀ ਆਸਾਨ ਆ। ਜਿਵੇਂ ਕਿ ਮੈਂ ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਦੀ ਕਲਚਰਲ ਹੈਜੀਮਨੀ ਤੋਂ ਆਹਤ ਹਾਂ, ਪਰ ਮੈਂ ਉਹਦੇ ਬਦਲੇ ਵਿੱਚ ਪੰਜਾਬ ਦੇ ਵਿੱਚ ਹਿੰਦੂ ਕਲਚਰਲ ਹੈਜੀਮਨੀ ਚਾਹੁੰਦੀ ਹਾਂ, ਕਿਉਂਕਿ ਇਹ ਮੇਰੀ ਇੰਟੈਂਸ਼ਨ ਬਿਲਕੁਲ ਨਹੀਂ ਆ। ਜੇ ਤੁਸੀਂ ਸੱਚੀ ਪੁੱਛੋ ਤੇ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਰਿਲੀਜੀਅਸ ਆਇਡੈਂਟੀਟੀ ਲਿਮਿਟਿੰਗ ਤਾਂ ਹੁੰਦੀ ਹੈ। ਮੈਂ ਇਹ ਤਾਂ ਇੱਕ ਹੁਣ ਇਤਫਾਕਨ ਗੱਲ ਆ ਕਿ ਮੇਰਾ ਪਰਿਵਾਰ, ਮੇਰਾ ਜਨਮ ਹਿੰਦੂ ਪਰਿਵਾਰ ਵਿੱਚ ਹੋਇਆ, ਪਰ ਜਦੋਂ ਮੈਂ ਹੌਲੀ ਹੌਲੀ ਦਲਿਤ ਡਿਸਕੋਰਸ ਪੜ੍ਹਨਾ ਸ਼ੁਰੂ ਕੀਤਾ, ਮੈਂ ਜਾਣਿਆ ਕਿ ਕਿਵੇਂ ਜਿਹੜਾ ਇੱਕ ਹਿੰਦੂ ਨੈਰੇਟਿਵ ਸੀ, ਜਿਵੇਂ ਇਸ ਧਰਮ ਦੇ ਵਿੱਚ ਪ੍ਰਚਲਿਤ ਜਿਹੋ ਜਿਹਾ ਜਾਤੀਵਾਦ ਸੀ, ਉਹਨੇ ਕੁਛ ਲੋਕਾਂ ਦਾ, ਕੁਛ ਕੀ ਮਤਲਬ ਬਹੁਤ ਸਾਰੇ ਲੋਕਾਂ ਦਾ ਕਿਸ ਤਰ੍ਹਾਂ ਦੇ ਨਾਲ ਸਰੀਰਕ ਮਾਨਸਿਕ ਉਤਪੀੜਨ ਕੀਤਾ, ਸ਼ੋਸ਼ਣ ਕੀਤਾ। ਤੇ ਮੈਨੂੰ ਸੈਲਫ ਕ੍ਰਿਟਿਸਿਜ਼ਮ ਕਰਨ ਦੇ ਵਿੱਚ ਕੋਈ ਇਤਰਾਜ਼ ਨਹੀਂ ਹੋਇਆ, ਕਿਉਂਕਿ ਮੈਨੂੰ ਜਿਵੇਂ ਕਹਿੰਦੇ ਹੁੰਦੇ, ਜਿਵੇਂ ਸਿੱਖੀ ਵਿੱਚ ਹੀ ਕਿਹਾ ਜਾਂਦਾ ਹੈ ਕਿ ਮੁਝੇ ਕੋ ਸਿੱਖ ਨਹੀਂ ਪਿਆਰਾ, ਮੁਝੇ ਰਹਿਤ ਪਿਆਰੀ, ਤੇ ਮੈਨੂੰ ਵੀ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਮੈਨੂੰ ਇਨਸਾਨ ਪਿਆਰਾ ਹੈ, ਮੈਨੂੰ ਧਰਮ ਨਹੀਂ ਪਿਆਰਾ। ਤਾਂ ਮੈਂ ਜਦੋਂ ਅੰਬੇਡਕਰ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਦੇਖੋ, ਅੰਬੇਡਕਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਹਿੰਦੂਇਜ਼ਮ ਇਜ਼ ਨਾਟ ਅ ਰਿਲੀਜਨ, ਇਟ ਇਜ਼ ਅ ਡਿਜ਼ੀਜ਼। ਤੇ ਮੈਂ ਤੁਹਾਨੂੰ ਇਹ ਕਹਿ ਸਕਦੀ ਹਾਂ ਕਿ ਮੈਂ ਬਿਲਕੁਲ ਸੋਚਣ ਲਈ ਵਿਵਸ਼ ਹੋ ਗਈ ਕਿ ਜੋ ਬੰਦਾ ਇਹ ਗੱਲ ਕਹਿ ਰਿਹਾ, ਉਹਦੇ ਕਹਿਣ ਦੇ ਪਿੱਛੇ ਇੱਕ ਪ੍ਰਮਾਣਿਕਤਾ ਹੈ। ਉਹ ਜੇ ਕਹਿ ਰਿਹਾ ਹੈ ਕਿ ਹਿੰਦੂਇਜ਼ਮ ਇੱਕ ਬਿਮਾਰੀ ਹੈ, ਤਾਂ ਮੈਂ ਉਹਦੇ ਪਰਸਪੈਕਟਿਵ ਤੋਂ ਸਮਝਣਾ ਚਾਹੁੰਦੀ ਹਾਂ ਕਿ ਇਹ ਕਿਵੇਂ ਇੱਕ ਬਿਮਾਰੀ ਹੈ। ਤੇ ਪਿਆਰੇ ਦੋਸਤੋ, ਮੈਨੂੰ ਇਹ ਸਮਝਣ ਦੇ ਵਿੱਚ ਕੋਈ ਬਹੁਤ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ ਕਿ ਜਦੋਂ ਅਸੀਂ ਜਿਸ ਧਰਮ ਦਾ ਹਵਾਲਾ ਦੇ ਕੇ, ਜਿਨ੍ਹਾਂ ਧਰਮ ਗ੍ਰੰਥਾਂ ਦਾ ਹਵਾਲਾ ਦੇ ਕੇ ਅਸੀਂ ਇੱਕ ਦੂਸਰੇ ਮਨੁੱਖ ਨੂੰ ਸਭ ਹਿਊਮਨ ਸਮਝ ਸਕਦੇ ਹਾਂ, ਤੇ ਜਿਹਨੂੰ ਅਸੀਂ ਸਭ ਹਿਊਮਨ ਸਮਝਦੇ ਹਾਂ, ਜਿਹਦੇ ਤੋਂ ਅਸੀਂ ਰੋਟੀ ਪਾਣੀ, ਜੀਉਣ ਦਾ ਅਧਿਕਾਰ, ਪੜ੍ਹਨ ਦਾ ਅਧਿਕਾਰ, ਇਸ ਦੁਨੀਆ ਵਿੱਚ ਕੰਫਰਟੇਬਲੀ ਰਹਿਣ ਦਾ ਅਧਿਕਾਰ ਖੋ ਸਕਦੇ ਹਾਂ, ਉਸ ਆਦਮੀ ਵਾਸਤੇ ਉਹ ਧਰਮ ਬਿਮਾਰੀ ਹੀ ਹੋ ਸਕਦਾ ਹੈ। ਮੈਨੂੰ ਇਸ ਗੱਲ ਦੀ ਆਲੋਚਨਾ ਕਰਨ ਦੇ ਵਿੱਚ ਮੇਰਾ ਇੰਨਾ ਵਿਵੇਕ ਤਾਂ ਮੈਂ ਵਿਕਸਿਤ ਕੀਤਾ ਹੀ ਹੈ ਨਾ, ਕਿ ਮੈਂ ਸਮਝ ਸਕਦੀ ਹਾਂ ਕਿ ਸ਼ੋਸ਼ਿਤ ਆਦਮੀ, ਜਿਹਨੂੰ ਅਸੀਂ ਆਪਣੀ ਕਿਸੇ ਵੀ ਵਿਚਾਰਧਾਰਾ ਤੋਂ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਦੀ ਗੱਲ ਜਿਹੜੀ ਸੁਣਨ ਵਾਸਤੇ ਸਾਨੂੰ ਬਹੁਤ ਸੰਜਮ ਦੀ ਜ਼ਰੂਰਤ ਪੈਂਦੀ ਹੈ, ਔਰ ਉਹ ਸੰਜਮ, ਉਹ ਵਿਵੇਕ ਸਾਡੇ ਕੋਲ ਹੋਣਾ ਚਾਹੀਦਾ ਹੈ। ਤੇ ਜਿੰਨਾ ਕੁ ਮੈਂ ਸਮਝ ਸਕੀ ਹਾਂ ਗੁਰਬਾਣੀ ਨੂੰ, ਜਿੰਨਾ ਕੁ ਮੈਂ ਸਮਝ ਸਕੀ ਹਾਂ ਪੂਰੀ ਸਿੱਖ ਫਿਲਾਸਫੀ ਨੂੰ, ਮੈਨੂੰ ਲੱਗਦਾ ਉੱਥੇ ਆਤਮ ਅਵਲੋਕਨ ਔਰ ਇਸ ਤਰ੍ਹਾਂ ਦੀ ਜਿਹੜੀ ਸੈਲਫ ਕ੍ਰਿਟਿਸਿਜ਼ਮ ਆ, ਉਹਦੀ ਇੱਕ ਬਹੁਤ ਬ੍ਰਿਹਤ ਸਪੇਸ ਉਹ ਕ੍ਰੀਏਟ ਕਰਦੀ ਹੈ। ਇਹ ਗੱਲ ਵੱਖਰੀ ਹੋ ਸਕਦੀ ਹੈ ਕਿ ਹੌਲੀ ਹੌਲੀ ਕਈ ਵਾਰ ਅਸੀਂ ਧਰਮ ਨੂੰ ਵੀ ਟੋਕਨਿਜ਼ਮ ਦੀ ਤਰ੍ਹਾਂ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਾਂ, ਪਰ ਉਸ ਧਰਮ ਦੀ ਜਿਹੜੀ ਅਸਲੀ ਜਿਹੜੀ ਸੋਚ, ਜਿਹੜਾ ਉਹਦਾ ਵਿਵੇਕ ਵਿਕਸਿਤ ਕਰਨਾ ਚਾਹੁੰਦਾ ਹੁੰਦਾ, ਉਹਨੂੰ ਅਸੀਂ ਛੱਡਦੇ ਚਲੇ ਜਾਂਦੇ ਹਾਂ। ਸੋ ਮੈਂ ਇਹ ਦੇਖਦੀ ਹਾਂ, ਈਵਨ ਜੇ ਤੁਸੀਂ 1966 ਤੋਂ ਬਾਅਦ ਜੇ ਪੰਜਾਬ ਤੇ ਨਿਗਾਹ ਮਾਰੋ, ਤੇ ਈਵਨ ਪੋਲੀਟੀਕਲ ਸਿਨੈਰੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਹੌਲੀ ਹੌਲੀ ਕਿਵੇਂ ਪੰਜਾਬ ਦਾ ਪੋਲੀਟੀਕਲ ਕੰਟਰੋਲ ਵੀ ਇਸੇ ਕਮਿਊਨਿਟੀ ਦੇ ਕੋਲ ਕਨਸੈਂਟਰੇਟ ਹੁੰਦਾ ਗਿਆ, ਔਰ ਦੂਸਰੀਆਂ ਹੋਰ ਤਰ੍ਹਾਂ ਦੀਆਂ ਜਿਹੜੀਆਂ ਕਲਚਰਲੀ ਇੰਪੋਰਟੈਂਟ ਸਪੇਸਿਸ ਹੁੰਦੀਆਂ, ਤੁਸੀਂ ਈਵਨ ਗੀਤ ਸੰਗੀਤ ਦੀ ਐਗਜ਼ਾਮਪਲ ਲੈ ਲਓ, ਈਵਨ ਇਸ ਰਿਲੀਜਨ ਦੇ ਵਿੱਚ ਵੀ ਜਿਹੜੀ ਕਾਸਟ ਆ, ਕਿਉਂਕਿ ਇਸ ਦੇਸ਼ ਨੂੰ ਇੱਕ ਮਾਰ ਨਹੀਂ ਆ ਨਾ, ਇਹਨੂੰ ਧਰਮ ਤੇ ਜਾਤੀ ਦੋ ਮਾਰਾਂ ਨੇ। ਸੋ ਕਹਿਣ ਦਾ ਮਤਲਬ ਇਹ ਆ ਕਿ ਦੋਸਤੋ, ਜੇ ਤੁਸੀਂ ਸਮਝਦੇ ਹੋ ਕਿ ਪੰਜਾਬ ਇਸ ਗੱਲੋਂ ਦੂਸਰੇ ਦੇਸ਼ ਨਾਲੋਂ ਕਿਤੇ ਬਹੁਤ ਬੈਟਰ ਆ, ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸੈਲਫ ਰਿਫਲੈਕਸ਼ਨ ਦੀ ਤੇ ਆਬਜੈਕਟਿਵਿਟੀ ਦੀ ਬਹੁਤ ਲੋੜ ਹੈ। ਤੁਸੀਂ ਜੇਕਰ ਅਨੁਭਵ ਦੇ ਲੈਵਲ ਤੇ ਐਨਾਲਾਈਜ਼ ਨਹੀਂ ਕਰ ਸਕਦੇ ਤਾਂ ਤੁਸੀਂ ਫੈਕਟਸ ਪੜ੍ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਫੈਕਟਸ ਵੀ ਕਈ ਵਾਰੀ ਜੀਵਨ ਦੀਆਂ ਬਰੀਕੀਆਂ ਨੂੰ, ਜੀਵਨ ਦੀ ਉਸ ਫਾਈਨ ਡਿਟੇਲਸ ਨੂੰ ਨਹੀਂ ਅਕੋਮੋਡੇਟ ਕਰ ਸਕਦੇ,
ਤਾਂ ਆਪਣੇ ਜੀਵੇ ਹੋਏ ਜੀਵਨ ਨੂੰ ਹੀ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰੋ ਕਿ ਕਿਸ ਤਰ੍ਹਾਂ ਜਦੋਂ ਪੰਜਾਬ ਬਾਰੇ ਗੱਲ ਕੀਤੀ ਜਾਂਦੀ ਆ, ਪੰਜਾਬ ਦੇ ਵਿੱਚ ਜੋ ਪੋਲੀਟੀਕਲ ਕੰਟਰੋਲ ਆ, ਜੋ ਇਹਦਾ ਸੋਸ਼ਲ ਡਿਸਕੋਰਸ ਆ, ਉਹਦੇ ਵਿੱਚ ਕਿਸ ਤਰ੍ਹਾਂ ਸਿੱਖ ਕਮਿਊਨਿਟੀ ਤੇ ਸਿੱਖਾਂ ਦੇ ਵਿੱਚ ਵੀ ਜੱਟ ਕਮਿਊਨਿਟੀ ਦੀ ਜਿਹੜੀ ਚੜ੍ਹਤ ਆ, ਉਹ ਕਿਵੇਂ ਦੂਸਰੇ ਲੋਕਾਂ ਵਾਸਤੇ ਇੱਕ ਏਲੀਏਨੇਸ਼ਨ ਕਾਜ਼ ਕਰ ਸਕਦੀ ਆ, ਕਿਵੇਂ ਉਹਨਾਂ ਵਾਸਤੇ ਬੇਗਾਨਗੀ ਦਾ ਸਬੱਬ ਬਣ ਸਕਦੀ ਆ। ਹਾਲਾਂਕਿ ਕਲਚਰਲ ਹੈਜੀਮਨੀ ਦਾ ਜਿਹੜਾ ਕਨਸੈਪਟ ਆ ਉਹ ਇੰਨਾ ਜ਼ਿਆਦਾ ਮੋਨੋਲਿਥਿਕ ਨਹੀਂ ਹੁੰਦਾ, ਕਿਉਂਕਿ ਇਹ ਬਹੁਤ ਹੀ ਸਟਲ ਤਰੀਕੇ ਨਾਲ ਆਪਰੇਟ ਕਰਦਾ ਹੈ। ਮੈਂ ਜਦੋਂ ਇਹਨਾਂ ਚੀਜ਼ਾਂ ਬਾਰੇ ਥੋੜਾ ਲਿਖਣਾ ਸ਼ੁਰੂ ਕੀਤਾ ਸੀ ਤੇ ਮੈਨੂੰ ਵੀ ਇਹੋ ਜਿਹੀਆਂ ਗੱਲਾਂ ਹੀ ਮੈਂ ਖੁਦ ਵੀ ਸੋਚੀਆਂ ਕਿ ਮੈਨੂੰ ਕਿਹੜਾ ਪੰਜਾਬ ਦੇ ਵਿੱਚ ਕਿਸੇ ਨੇ ਪੜ੍ਹਨ ਤੋਂ ਰੋਕ ਦਿੱਤਾ, ਮੈਨੂੰ ਕਿਹੜਾ ਪੰਜਾਬ ਦੇ ਵਿੱਚ ਕਿਸੇ ਨੇ ਨੌਕਰੀ ਕਰਨ ਤੋਂ ਰੋਕ ਦਿੱਤਾ, ਤੇ ਫਿਰ ਮੈਂ ਕਿੱਦਾਂ ਮੈਂ ਬਹੁਤ ਜ਼ਿਆਦਾ ਕਹਿ ਲਓ ਕਿ ਮੈਂ ਆਪਣੇ ਹੀ ਜੀਵਨ ਨੂੰ ਬਹੁਤ ਜ਼ਿਆਦਾ ਟੈਸਟ ਕਰਿਆ ਕਰਦੀ ਸੀ ਕਿ ਕੀ ਜਿਹੜੀ ਹੈਜਮਨੀ ਮੈਂ ਮਹਿਸੂਸ ਕਰਦੀ ਹਾਂ ਕਿ ਇਜ਼ ਇਟ ਰੀਅਲ ਔਰ am I just making it in my mind। ਪਰ ਹੌਲੀ ਹੌਲੀ ਮੈਨੂੰ ਇਹ ਚੀਜ਼ ਬਾਰੇ ਮੈਨੂੰ ਜ਼ਿਆਦਾ ਪਤਾ ਲੱਗਣਾ ਸ਼ੁਰੂ ਹੋਇਆ ਕਿ ਹੈਜਮਨੀ, ਕਲਚਰਲ ਹੈਜਮਨੀ ਪਾਰਟਿਕੂਲਰਲੀ ਇਸ ਤਰ੍ਹਾਂ ਵਰਕ ਨਹੀਂ ਕਰਦੀ, ਕਿਉਂਕਿ ਜਿਸ ਤਰ੍ਹਾਂ ਸਾਰੀ ਤਰ੍ਹਾਂ ਦੇ ਜਿਹੜੀਆਂ ਸਟ੍ਰੈਟੀਫਾਈਡ ਸੈਕਸ਼ਨਸ ਨੇ, ਜਿੱਦਾਂ ਉਹ ਕੋਲੇਸ ਕਰਦੇ ਨੇ ਸੋਸਾਇਟੀ ਦੇ ਵਿੱਚ, ਤਾਂ ਤੁਹਾਨੂੰ ਏਦਾਂ ਲੱਗਦਾ ਹੈ ਕਿ ਉਹਦੇ ਵਿੱਚ ਬੜੀ ਇਕਸੁਰਤਾ ਹੈ, ਲੇਕਿਨ ਉਹ ਇਕਸੁਰਤਾ ਦੀ ਇੱਕ ਕੀਮਤ ਹੁੰਦੀ ਹੈ। ਉਸ ਇਕਸੁਰਤਾ ਦੀ ਇੱਕ ਕੀਮਤ ਹੁੰਦੀ ਹੈ ਕਿ ਇੱਕ ਧਿਰ ਦੂਸਰੀ ਧਿਰ ਦੀ ਕਲਚਰਲ ਸੁਪੀਰੀਓਰਿਟੀ ਨੂੰ ਪ੍ਰਵਾਨ ਕਰ ਲੈਂਦੀ ਹੈ। ਜਿਵੇਂ ਕਿ ਪੰਜਾਬ ਦੇ ਵਿੱਚ ਰਹਿਣ ਵਾਲਾ ਨੌਨ ਸਿੱਖ ਬੰਦਾ ਇਹ ਪ੍ਰਵਾਨ ਕਰ ਲੈਂਦਾ ਹੈ ਕਿ ਬਈ ਇਹ ਸਿੱਖੀ ਦੀ ਧਰਤੀ ਹੈ ਔਰ ਇੱਥੇ ਸਿੱਖੀ ਦੀ ਤੇ ਸਿੱਖਾਂ ਦੀ ਜਿਹੜੀ ਸੁਪੀਰੀਓਰਿਟੀ ਆ ਉਹਨੂੰ ਮੰਨਣਾ ਹੀ ਸਾਡੇ ਵਾਸਤੇ ਇੱਕ ਐਫਰਮੇਟਿਵ ਚੀਜ਼ ਆ। ਉਹ ਮੰਨਣਾ ਮਤਲਬ ਇਜ਼ ਲਾਈਕ ਮੈਂਡੇਟਰੀ। ਪਰ ਤੁਸੀਂ ਹੁਣ ਦੇਖੋ ਕਿ ਇਹ ਇੱਕ ਨੈਚੁਰਲੀ ਕੰਸਟਰਕਟਿਡ ਚੀਜ਼ ਨਹੀਂ ਆ। ਜਿਹੜਾ ਬੰਦਾ ਜਿੱਥੇ ਜਨਮ ਲੈਂਦਾ, ਜਿੱਥੇ ਉਹ ਪੜ੍ਹਦਾ ਲਿਖਦਾ, ਰੁਜ਼ਗਾਰ ਕਰਦਾ, ਉਹਦੇ ਵਾਸਤੇ ਇਹੋ ਜਿਹੇ ਹੈਜੀਮਨੀ, ਇਹੋ ਜਿਹੇ ਜਿਹੜਾ ਧਰੁਵੀਕਰਨ ਆ, ਜਦੋਂ ਉਸਨੂੰ ਪੋਲਿਟਿਕਸ ਵਿੱਚ ਮਹਿਸੂਸ ਕਰਦਾ, ਕਲਚਰ ਦੇ ਵਿੱਚ ਮਹਿਸੂਸ ਕਰਦਾ, ਤੁਸੀਂ ਜਿੱਥੇ ਕਿਤੇ ਮੈਂ ਕਹਿੰਦੀ ਆ ਕਿ ਗਾਣੇ ਅਸੀਂ ਸੁਣਦੇ ਆ ਤੇ ਮਤਲਬ ਪਤਾ ਨਹੀਂ, ਕਹਿ ਲਓ ਮੈਂ ਹੁਣ ਜ਼ਿਆਦਾ ਇਹਦਾ ਕਦੀ ਐਨਾਲਿਸਿਸ ਨਹੀਂ ਕੀਤਾ, ਪਰ ਮੈਂ ਕਹਿ ਸਕਦੀ ਹਾਂ ਕਿ ਪਿਛਲੇ 20 ਸਾਲਾਂ ਤੋਂ ਸਾਰਾ ਹੀ ਪੰਜਾਬੀ ਗੀਤ ਸੰਗੀਤ ਸਿਰਫ ਜੱਟਾਂ ਦੀ ਜਿਹੜੀ ਸ਼ਲਾਘਾ ਕਰਨ ਨੂੰ ਸਮਰਪਿਤ ਹੋਇਆ ਪਿਆ। ਤੁਸੀਂ ਘਰ ਦੇ ਵਿੱਚ ਜਾਂ ਕਿਤੇ ਹੋਰ ਰੇਡੀਓ ਔਨ ਕਰਦੇ ਆ ਤੇ ਜਿੱਥੇ ਉਹਦੇ ਪੰਜਾਬੀ ਚੈਨਲ ਚੱਲ ਰਿਹਾ, ਤਾਂ ਉਹਦਾ ਮਤਲਬ ਇਹ ਆ ਕਿ ਤੁਹਾਨੂੰ ਇਹ ਸੁਣਨਾ ਹੀ ਪਏਗਾ ਕਿ ਕਿਵੇਂ ਜੱਟ ਇੱਕ ਸੁਪੀਰੀਅਰ ਇਨਸਾਨ ਹੁੰਦਾ ਆ, ਤੇ ਉਹਦੇ ਤੁਸੀਂ ਵੈਲੀ ਜੱਟ ਵੀ ਇੰਨਾ ਗਲੋਰੀਫਾਈਡ ਆ। ਤੇ ਉਸ ਵੇਲੇ ਮੈਨੂੰ ਕਦੇ ਨਹੀਂ ਲੱਗਦਾ ਹੁੰਦਾ ਕਿ ਵੈਲੀ ਜੱਟ ਤੇ ਗੁਰੂ ਕਾ ਸਿੱਖ ਇੱਕੋ ਹੀ ਚੀਜ਼ ਨੇ। ਮਤਲਬ ਮੈਂ ਇਹ ਕੁਐਸਚਨਸ ਪੁੱਛਦੀ ਹੁੰਨੀ ਆ ਕਿ ਮਤਲਬ ਇਹ ਕਿੱਧਰ ਇਹ ਦੋ ਧਾਰਾਵਾਂ ਜਾ ਰਹੀਆਂ ਹੁੰਦੀਆਂ, ਕਿ ਇਹਦਾ ਮਤਲਬ ਅਸੀਂ ਸ਼ਾਇਦ ਜਿਹੜੀ ਪੰਜਾਬ ਦੀ ਜਿਹੜੀ ਕਲਚਰਲ ਫਾਰਮੇਸ਼ਨ ਜਿਸ ਦਿਸ਼ਾ ਵਿੱਚ ਚਲੀ ਗਈ, ਸ਼ਾਇਦ ਅਸੀਂ ਉਹਦੇ ਬਾਰੇ ਕਦੀ ਬਹੁਤ ਜ਼ਿਆਦਾ ਧਿਆਨ ਨਾਲ ਸੋਚਿਆ ਨਹੀਂ ਕਿ ਹੋਰ ਕੌਣ ਲੋਕ ਨੇ ਪੰਜਾਬ ਦੇ ਵਿੱਚ ਜਿਹੜੇ ਇਸ ਤਰ੍ਹਾਂ ਆਪਣੇ ਵਾਇਸ ਨੂੰ ਵੀ, ਆਪਣੀ ਲਾਪਰਵਾਹੀ ਨੂੰ ਵੀ, ਆਪਣੇ ਐਬ ਨੂੰ ਵੀ, ਆਪਣੇ ਮਤਲਬ ਹਥਿਆਰ ਰੱਖਣ ਦੇ ਸ਼ੌਕ ਨੂੰ ਵੀ, ਤੇ ਆਪਣੇ ਮਤਲਬ ਸਜਨ ਸਵਰਨ ਨੂੰ, ਤੇ ਆਪਣੀਆਂ ਮਟੀਰੀਅਲ ਚੀਜ਼ਾਂ ਦੇ ਹੰਕਾਰ ਨੂੰ ਇੰਨਾ ਜ਼ਿਆਦਾ ਗਲੋਰੀਫਾਈ ਕਰਦਾ ਹੋਏ। ਮੈਨੂੰ ਦੋਸਤੋ, ਮੈਂ ਇਹ ਨਹੀਂ ਕਹੂੰਗੀ ਆਈ ਐਮ ਸੌਰੀ ਟੂ ਸੇ, ਪਰ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਇਹ ਪ੍ਰਸਾਰ ਹੋ ਰਿਹਾ, ਇਸ ਤਰ੍ਹਾਂ ਦੀ ਸੈਂਸੀਬਿਲਿਟੀ ਦਾ, ਇਹ ਕਤਈ ਮੈਨੂੰ ਮਤਲਬ ਨਹੀਂ ਲੱਗਦਾ ਕਿ ਇਹ ਸਿੱਖ ਫਿਲਾਸਫੀ, ਇਹ ਮੌਲਿਕ ਸਿੱਖ ਦਰਸ਼ਨ ਦੇ ਜਰਾ ਵੀ ਕਰੀਬ ਆ। ਪਰ ਜੇ ਤੁਸੀਂ ਦੇਖੋ ਕਲਚਰਲੀ ਕੌਣ ਡੋਮੀਨੇਟ ਕਰਦਾ ਪਿਆ, ਤਾਂ ਉਹ ਬਿਲਕੁਲ ਇਸੇ ਤਰ੍ਹਾਂ ਦੀਆਂ ਚੀਜ਼ਾਂ ਨੇ। ਹੋਰ ਤੁਸੀਂ ਕਿਹਨੂੰ ਦੇਖ ਰਹੇ ਹੋ? ਹੋਰ ਕੌਣ ਇਸ ਨੂੰ ਕਾਊਂਟਰ ਕਰਨ ਵਾਸਤੇ ਵੀ ਹੁਣ ਕੋਈ ਫੋਰਸ ਨਹੀਂ ਬਚੀ, ਕਿਉਂਕਿ ਜੇ ਕੋਈ ਇੱਥੇ ਨੌਨ ਸਿੱਖ ਬੰਦਾ ਜੇਕਰ ਕਿਸੇ ਤਰ੍ਹਾਂ ਦਾ ਕਾਊਂਟਰ ਨੈਰੇਟਿਵ ਦਿੰਦਾ, ਤਾਂ ਉਹਨੂੰ
ਇਦਾਂ ਦੇ ਦੇਸ਼ ਦੇ ਹਾਲਾਤ ਨੇ ਕਿ ਉਹਨੂੰ ਸਿੱਧਾ ਹੀ ਉਹਨੂੰ ਬੀਜੇਪੀ ਦਾ ਏਜੰਟ ਤੇ ਉਹਨੂੰ ਹਿੰਦੂ ਫੋਰਸਿਸ ਦਾ ਨੁਮਾਇੰਦਾ ਸਮਝ ਲਿਆ ਜਾਊਗਾ। ਮੈਂ ਸਿਰਫ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਵਿੱਚ ਇੱਕ ਛੋਟੀ ਜਿਹੀ ਗੁੰਜਾਇਸ਼ ਪੈਦਾ ਕਰਨਾ ਚਾਹੁੰਦੀ ਹਾਂ ਕਿ ਜ਼ਰੂਰੀ ਨਹੀਂ ਇਹ ਸੱਚ ਹੋਵੇ। ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਕੁਝ ਇਹੋ ਜਿਹੇ ਪੰਜਾਬੀ ਵੀ ਹੋਣ ਮੇਰੇ ਵਰਗੇ ਜਿਹੜੇ ਪੰਜਾਬ ਦੇ ਵਿੱਚ ਮਨੁੱਖਤਾ ਚਾਹੁੰਦੇ ਹੋਣ, ਜਿਹੜੇ ਇਸ ਹੈਜੀਮਨੀ ਨੂੰ ਇਸ ਕਰਕੇ ਖਤਮ ਕਰਨਾ ਚਾਹੁੰਦੇ ਹੋਣ ਕਿ ਇੱਥੇ ਪੰਜਾਬ ਜਿਹੜਾ ਜਿਹਨੂੰ ਜੋ ਕਿ ਮੈਂ ਟਾਈਟਲ ਹੀ ਦਿੱਤਾ ਕਿ ਉਹ ਪੰਜਾਬੀਆਂ ਦਾ ਹੋ ਸਕੇ। ਸੋ ਅਸੀਂ ਇਹ ਮਤਲਬ ਮੇਰਾ ਆਪਣਾ ਅਨੁਭਵ ਇਹ ਸੀ, ਮੈਂ ਜਦੋਂ ਤੋਂ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਮੈਂ ਪੜ੍ਹੀ, ਮੈਂ ਕਾਲਜ, ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ MA ਕੀਤੀ, ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਮੈਂ MPhil ਕੀਤੀ। ਮੈਂ ਕੁਛ ਵਾਰੀ ਇਹ ਗੱਲ ਦੱਸੀ ਵੀ ਕਿ ਮੈਂ ਖੁਦ ਜ਼ਿੰਦਗੀ ਵਿੱਚ ਸਿੱਖ ਬਣਨਾ ਕੰਸੀਡਰ ਕੀਤਾ ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਪੰਜਾਬ ਦੇ ਵਿੱਚ ਸਿੱਖਸ ਆਰ ਸੁਪੀਰੀਅਰ, ਦੇ ਆਰ ਸੁਪੀਰੀਅਰ ਟੂ ਨੌਨ ਸਿੱਖ ਪੀਪਲ ਇਨ ਅ ਵੈਰੀ ਟੈਂਜੀਬਲ ਵੇ। ਤੇ ਦੇਖੋ ਇਹ ਇਨਸਾਨ ਦੀ ਫਿਤਰਤ ਆ, ਉਹਨੂੰ ਲੱਗਦਾ ਹੈ ਕਿ ਮੈਂ ਪਾਵਰ ਵਾਲੀ ਕਮਿਊਨਿਟੀ ਨਾਲ ਬਿਲੋਂਗ ਕਰਾਂ। ਤੇ ਮੈਨੂੰ ਵੀ ਲੱਗਦਾ ਸੀਗਾ ਕਿ ਚਲੋ ਮੈਂ ਬਹੁਤ ਸਾਰੀ ਗੁਰਬਾਣੀ ਮੈਂ ਪੜ੍ਹਨੀ ਸ਼ੁਰੂ ਕੀਤੀ, ਕੁਝ ਤੇ ਚਲੋ ਸਾਨੂੰ ਪਾਠਕ੍ਰਮ ਦੇ ਵਿੱਚ ਪੜ੍ਹਨ ਨੂੰ ਮਿਲ ਜਾਂਦੀ, ਪਰ ਮੇਰਾ ਰੁਝਾਨ ਉਸ ਤੋਂ ਜ਼ਿਆਦਾ ਗਹਿਰਾ ਹੋ ਗਿਆ। ਮੈਂ ਇੱਕ ਸਿੱਖ ਦੀ ਤਰ੍ਹਾਂ ਉਸ ਤਰ੍ਹਾਂ ਦੀ ਰਹਿਤ ਦੀ ਤਰ੍ਹਾਂ ਰਹਿਣ ਦਾ ਫੈਸਲਾ ਕੀਤਾ। ਪਰ ਫਿਰ ਮੈਨੂੰ ਹੌਲੀ ਹੌਲੀ ਇਹ ਅਹਿਸਾਸ ਹੋਇਆ ਕਿ ਇਹ ਸਟਰਗਲ ਵੇਨ ਆ, ਇਹ ਮੇਰੀ ਇਨਸਿਕਿਉਰਿਟੀ ਦੀ, ਮੇਰੇ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਨੂੰ ਖਤਮ ਨਹੀਂ ਕਰ ਸਕਦੀ ਕਿਉਂਕਿ ਜਿਹੜਾ ਇੱਕ ਬੌਰਨ ਸਿੱਖ ਹੁੰਦਾ, ਫਿਰ ਉੱਥੇ ਵੀ ਇੱਕ ਕੈਟੇਗਰੀ ਹੈ ਜਿਹੜਾ ਬੌਰਨ ਸਿੱਖ ਆ, ਉਹਦੀ ਆਪਣੀ ਖਾਸ ਤਰ੍ਹਾਂ ਦੀ ਸ਼੍ਰੇਸ਼ਟਤਾ ਆ ਜਿਹੜੀ ਇੱਕ ਬਣੇ ਹੋਏ ਸਿੱਖ ਦੀ ਜਿਹੜੀ ਉਹਦੇ ਟੂਵਰਡਸ ਜਿਹੜਾ ਸਾਡਾ ਇੱਕ ਕੌਂਡੀਸੈਂਡਿੰਗ ਦਾ ਭਾਵ ਹੁੰਦਾ ਉਹ ਕਦੇ ਖਤਮ ਨਹੀਂ ਹੋ ਸਕਦਾ। ਸੋ ਜ਼ਾਹਿਰ ਹੈ ਕਿ ਉਹ ਮੈਂ ਨਹੀਂ ਕਹੂੰਗੀ ਕਿ ਚਾਈਲਡਿਸ਼ ਗੱਲ ਸੀ, ਉਹ ਇੱਕ ਬੜੇ ਗੰਭੀਰ ਡਰ ਤੋਂ, ਅਸ਼ੰਕਾ ਤੋਂ ਨਿਕਲਿਆ ਹੋਇਆ ਮੇਰਾ ਇੱਕ ਮੈਂਟਲ ਪ੍ਰੀਆਕੂਪੇਸ਼ਨ ਰਿਹਾ ਬੜੇ ਸਾਲ। ਤੇ ਫਿਰ ਮੈਂ ਇਹਨੂੰ ਹੋਰ ਤਰ੍ਹਾਂ ਦੇਖਣਾ ਸ਼ੁਰੂ ਕੀਤਾ ਕਿ ਇਸ ਤਰ੍ਹਾਂ ਕਿਉਂ ਹੈ, ਇਸ ਤਰ੍ਹਾਂ ਇਹ ਕਿਵੇਂ ਬੰਦਾ ਚਲਾ ਗਿਆ ਤੇ ਇਹਦੇ ਨੁਕਸਾਨ ਸਾਨੂੰ ਕੀ ਹੁੰਦੇ ਨੇ। ਦੋਸਤੋ ਸ਼ਾਇਦ ਕੋਈ ਨਹੀਂ ਕਹੇਗਾ ਕਿਉਂਕਿ ਕਿਸੇ ਵੀ ਕਲਚਰ ਦੇ ਵਿੱਚ, ਜੇ ਹੁਣ ਦੇਖੋ ਜਿਹੜੇ ਲੋਕੀ ਵਾਰਾਣਸੀ ਵਿੱਚ ਰਹਿੰਦੇ ਆ ਜਾਂ ਹਿੰਦੁਸਤਾਨ ਦੇ ਉਹਨਾਂ ਇਲਾਕਿਆਂ ਵਿੱਚ ਰਹਿੰਦੇ ਆ ਜਿੱਥੇ ਹਿੰਦੂ ਬ੍ਰਾਹਮਣਾਂ ਦੀ ਇਹੋ ਜਿਹੀ ਚੜ੍ਹਤ ਆ, ਉਹਨੂੰ ਮੈਂ ਤਾਂ ਉਸ ਨੂੰ ਵੀ ਜਸਟੀਫਾਈ ਨਹੀਂ ਕਰਦੀ। ਸੋਚੋ ਉੱਥੇ ਹੋਰ ਬਾਕੀ ਦੇ ਲੋਕ ਕਿਵੇਂ ਮਹਿਸੂਸ ਕਰਦੇ ਆ, ਅਸੀਂ ਜਾਣਦੇ ਆ ਕਿੰਨਾ ਗੁੰਝਲਦਾਰ ਜਾਤੀਵਾਦ ਆ, ਜਾਤੀਵਾਦ ਦੇ ਅੰਦਰ ਕਿੰਨਾ ਜ਼ਿਆਦਾ ਜਾਤੀਵਾਦ ਆ। ਉਸੇ ਤਰ੍ਹਾਂ ਦੇ ਜਾਤੀਵਾਦ ਤੋਂ ਪੰਜਾਬ ਕੋਈ ਮੁਕਤ ਜਗ੍ਹਾ ਨਹੀਂ ਆ। ਸੋ ਪੰਜਾਬ ਇੱਕ ਸਿਨਕ੍ਰੈਟਿਕ ਪਲੇਸ ਆ, ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਆ। ਮੈਂ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਆ। ਤੁਸੀਂ ਪੰਜਾਬ ਦੀਆਂ ਸਾਰੀਆਂ ਪਾਵਰ ਪਲੇਸਿਸ ਤੇ ਲੋਕਾਂ ਨੂੰ ਸੁਣ ਲਓ, ਤੁਸੀਂ ਜਿੰਨੇ ਵੀ ਕੰਪੋਨੈਂਟਸ ਹੁੰਦੇ ਆ ਓਵਰਆਲ ਕਿਸੇ ਸੁਸਾਇਟੀ ਦੇ, ਪੋਲਿਟਿਕਸ, ਇਕਨੋਮਿਕਸ, ਕਲਚਰ, ਐਜੂਕੇਸ਼ਨ, ਆਰਟ, ਲਿਟਰੇਚਰ, ਤੁਸੀਂ ਉੱਥੇ ਵੀ ਦੇਖ ਲਓ। ਮੈਂ ਪੰਜਾਬੀ ਲਿਟਰੇਚਰ ਹੀ ਜਦੋਂ ਦੇਖਦੀ ਹਾਂ ਤਾਂ ਮੈਂ ਦੇਖਦੀ ਹਾਂ ਕਿ ਉਹਦੇ ਵਿੱਚ ਵੀ ਜਿਵੇਂ ਮੈਂ ਬੜੀ ਜਗ੍ਹਾ ਤੇ ਮੈਨੂੰ ਇਹ ਗੱਲਾਂ ਬੜੀਆਂ ਕਈ ਵਾਰੀ ਤੇ ਗੱਲਾਂ ਤੁਸੀਂ ਆਰਟੀਕੂਲੇਟ ਵੀ ਨਹੀਂ ਕਰ ਸਕਦੇ, ਸਿਰਫ ਮਹਿਸੂਸ ਕਰ ਸਕਦੇ ਹੋ ਕਿ ਮੈਂ ਇਹ ਦੇਖਿਆ ਕਰਦੀ ਸੀ ਕਿ ਪੰਜਾਬੀ ਲਿਟਰੇਚਰ ਇਜ਼ ਆਲ ਅਬਾਊਟ ਪਿੰਡ, ਕਿਸਾਨੀ ਤੇ ਇਹਨਾਂ ਚੀਜ਼ਾਂ। ਉਹ ਜਦੋਂ ਠੀਕ ਹੈ ਪੂਰੇ ਦੇਸ਼ ਦੇ ਵਿੱਚ ਜਦੋਂ ਇੱਕ ਦਲਿਤ ਮੂਵਮੈਂਟ ਸ਼ੁਰੂ ਹੋਇਆ ਤਾਂ ਪੰਜਾਬ ਦੇ ਵਿੱਚ ਵੀ ਦਲਿਤ ਲਿਟਰੇਚਰ ਦੀ ਇਮਰਜੈਂਸ ਹੋਈ, ਲੇਕਿਨ ਲਾਰਜਲੀ ਮੈਂ ਇਹ ਦੇਖਦੀ ਸੀ ਕਿ ਪੰਜਾਬ ਦਾ ਲਿਟਰੇਚਰ ਵੀ ਇੱਕ ਖਾਸ ਤਰ੍ਹਾਂ ਦੀ ਕਮਿਊਨਿਟੀ, ਇੱਕ ਖਾਸ ਤਰ੍ਹਾਂ ਦੀ ਸੋਸ਼ਲ ਲਾਈਫ ਦੇ ਉੱਪਰ ਬੇਸਡ ਆ। ਈਵਨ ਨੌਨ ਸਿੱਖ, ਨੌਨ ਫਾਰਮਰ ਬੰਦੇ ਨੂੰ ਵੀ ਇੱਕ ਖਾਸ ਤਰ੍ਹਾਂ ਦਾ ਦਬਾਅ ਮਹਿਸੂਸ ਹੁੰਦਾ ਹੈ ਕਿ ਜੇ ਉਹਨੇ ਪੰਜਾਬੀ ਦੇ ਲਿਟਰੇਰੀ ਸਰਕਲਸ ਦੇ ਵਿੱਚ ਜੇ ਉਹਨੇ ਮਕਬੂਲ ਹੋਣਾ ਹੈ, ਜੇ ਉਹਨੇ ਉਹਨਾਂ ਦੇ ਨਾਲ ਇੱਕ ਕੂਟਰੀ ਬਣਾਉਣੀ ਆ ਤਾਂ ਉਹਨੂੰ ਵੀ ਇਹਨਾਂ ਚੀਜ਼ਾਂ, ਇਹਨਾਂ ਮੁੱਦਿਆਂ ਬਾਰੇ ਗੱਲ ਕਰਨੀ ਪਏਗੀ। ਇਹਦਾ ਨੁਕਸਾਨ ਇਹ ਹੁੰਦਾ ਹੈ ਕਿ ਜਿਹੜੇ ਐਕਚੁਅਲੀ ਉਹਦੇ ਮੁੱਦੇ ਹੁੰਦੇ ਆ ਉਹਦੀ ਗੱਲ ਕੌਣ ਕਰੂਗਾ।
ਕਿਉਂਕਿ ਪੰਜਾਬ ਦੇ ਵਿੱਚ ਨਾ ਤਾਂ ਸਾਰੇ ਦੇਖੋ ਪਿੰਡਾਂ ਵਿੱਚ ਰਹਿੰਦੇ ਆ, ਨਾ ਤਾਂ ਸਾਰੇ ਕਿਸਾਨੀ ਕਰਦੇ ਆ, ਪਰ ਮੈਂ ਦੇਖਿਆ ਕਿ ਪੰਜਾਬ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਇਹ ਚੀਜ਼, ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਆ, ਜਿਨ੍ਹਾਂ ਦੇ ਕੋਲ ਵੱਡੀਆਂ ਵੱਡੀਆਂ ਪੈਲੀਆਂ ਨਹੀਂ ਆ, ਉਹ ਜਿਹੜੇ ਪਿੰਡਾਂ ਵਿੱਚ ਨਹੀਂ ਰਹਿੰਦੇ, ਉਹ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਹ ਮਾਰਜਨ ਤੇ ਨੇ, ਜਿਵੇਂ ਇੱਕ ਖਾਸ ਤਰ੍ਹਾਂ ਦੇ ਹਾਸ਼ੀਏ ਤੇ ਰਹਿ ਰਹੇ ਨੇ, ਜਿਵੇਂ ਕਿ ਉਹ ਕੋਈ ਬਹੁਤ ਜ਼ਿਆਦਾ ਲੈਜੀਟੀਮੇਟ ਜੀਵਨ ਨਹੀਂ ਬਤੀਤ ਕਰ ਰਹੇ। ਮਤਲਬ ਮੈਂ ਕਿਸੇ ਮਟੀਰੀਅਲ, ਔਰ ਦੂਸਰੇ ਪਾਸੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਪਦਾਰਥਵਾਦ ਨਹੀਂ ਹੈ, ਤੇ ਜਦ ਕਿ ਸਾਰੀਆਂ ਗੱਲਾਂ ਸਾਡੀਆਂ ਇਹਦੇ ਅਰਾਊਂਡ ਹੀ ਚੱਲਦੀਆਂ ਆ। ਜਿਹੜੀ ਕਹਿ ਲਓ ਕਿ ਜੱਟ ਕਮਿਊਨਿਟੀ ਦੀ ਵੀ ਈਵਨ ਡੋਮੀਨੈਂਸ ਆ, ਤੇ ਉਹਦਾ ਬੇਸ ਜਿਹੜਾ ਇਹ, ਮੈਂ ਇਸ ਚੀਜ਼ ਨੂੰ ਮੰਨਦੀ ਹਾਂ ਕਿ ਕੀ ਕਦੀ ਅਸੀਂ ਇਹੋ ਜਿਹੇ ਪੰਜਾਬ ਦਾ ਤਸੱਵਰ ਕਰ ਸਕਦੇ ਹਾਂ ਜਿੱਥੇ ਅਸੀਂ ਕਸਬਿਆਂ, ਸ਼ਹਿਰਾਂ ਜਿਹੜੇ ਕਿ ਆਪਣੇ ਆਪ ਨਹੀਂ ਬਣ ਗਏ, ਉਹ ਵੀ ਜਿਵੇਂ ਜਿਵੇਂ ਬਣੇ, ਜਿਵੇਂ ਜਿਵੇਂ ਗਰੋ ਕੀਤੇ, ਉਹਨਾਂ ਨੇ ਵੀ ਅਰਬਨਾਈਜੇਸ਼ਨ ਦੀਆਂ ਉਹ ਸਾਰੀਆਂ ਦਿੱਕਤਾਂ ਉਹਦੇ ਵਿੱਚ ਵੀ ਨੇ। ਪਰ ਅਸੀਂ ਕਦੋਂ ਇਸ ਤਰ੍ਹਾਂ ਦੀ ਸੋਚ ਡਿਵੈਲਪ ਕਰਨੀ ਸ਼ੁਰੂ ਕਰਾਂਗੇ ਕਿ ਹਰ ਮਨੁੱਖ ਦਾ ਜੀਵਨ ਜਿਹੜਾ ਉਹ ਇਟ ਮੈਟਰਸ। ਇਹ ਸਿਰਫ ਇਹ ਨਹੀਂ ਹੁੰਦਾ ਕਿ ਬਲੈਕ ਲਾਈਵਸ ਮੈਟਰ, ਦਲਿਤ ਲਾਈਵਸ ਮੈਟਰ, ਉਹ ਬਿਲਕੁਲ ਸਾਨੂੰ ਇਸ ਤਰ੍ਹਾਂ ਹੀ ਸੋਚਣਾ ਚਾਹੀਦਾ। ਤੇ ਪੰਜਾਬ ਦੇ ਵਿੱਚ ਸਾਨੂੰ ਇਹਦੇ ਸਮਾਨਾਂਤਰ ਸ਼ਾਇਦ ਹੁਣ ਇਹ ਵੀ ਸੋਚਣ ਦੀ ਲੋੜ ਆ। ਮੈਂ ਜਦੋਂ ਲਿਟਰੇਚਰ ਦੇ ਵਿੱਚ ਖਾਸ ਤੌਰ ਤੇ ਇਹ ਦੇਖਿਆ, ਮਿਊਜ਼ਿਕ ਦੇ ਵਿੱਚ ਇਸ ਤਰ੍ਹਾਂ ਦੇਖਿਆ, ਈਵਨ ਪੇਂਟਿੰਗ ਦੇ ਵਿੱਚ ਵਰਕ ਕਰ ਸਕੀ, ਤੇ ਮੈਂ ਇਹ ਦੇਖਿਆ ਕਿ ਪੰਜਾਬ ਦੇ ਵਿੱਚ ਬੰਦੇ ਦੀ ਜਿਹੜੀ ਆਈਡੈਂਟੀਟੀ, ਜਿਹੜੀ ਮੇਜਰ ਆਈਡੈਂਟੀਟੀ ਉਹਦੀ ਰਿਲੀਜੀਅਸ ਆਈਡੈਂਟੀਟੀ ਹੈ, ਤੇ ਦੂਸਰਾ ਉਹਦੀ ਕਾਸਟ ਆਈਡੈਂਟੀਟੀ ਹੈ। ਤੇ ਜੇ ਪੰਜਾਬ ਦੇ ਵਿੱਚ ਕਿਸੇ ਬੰਦੇ ਦੀ ਆਈਡੈਂਟੀਟੀ ਦਾ ਮਾਰਕਰ ਰਿਲੀਜਨ ਤੇ ਕਾਸਟ ਹੀ ਹੈ, ਤਾਂ ਮੈਂ ਕਿਵੇਂ ਮੰਨ ਲਵਾਂ ਕਿ ਪੰਜਾਬ ਦੇ ਵਿੱਚ ਵਸੇਬਾ, ਪੰਜਾਬ ਦੇ ਵਿੱਚ ਰਹਿਣਾ ਇਸ ਦੇਸ਼ ਦੇ ਦੂਜੇ ਰਾਜਾਂ ਨਾਲੋਂ ਕਿਵੇਂ ਬਿਹਤਰ ਹੈ? ਕਿਉਂਕਿ ਬਾਕੀ ਸਾਰੀਆਂ ਸਟੇਟਸ ਵੀ ਇਹੋ ਜਿਹੀ ਸਮੱਸਿਆਵਾਂ ਤੋਂ ਹੀ ਪੀੜਿਤ ਨੇ। ਅਸੀਂ ਹਜੇ ਇਨਸਾਨ ਤੇ ਬਣੇ ਹੀ ਨਹੀਂ। ਅਸੀਂ ਜਦ ਆਪਣੀ ਆਈਡੈਂਟੀਟੀ, ਔਰ ਫਿਰ ਉਹ ਸਾਨੂੰ ਲੱਗਦਾ ਹੈ ਕਿ ਕਿਉਂਕਿ ਇਟ ਇਜ਼ ਮੋਰ ਇਨਕਲੂਸਿਵ ਰਿਲੀਜਨ, so that makes my religion better, that makes my religion superior. So ਅਸੀਂ ਇਹ ਅੱਗੋਂ ਸੋਚਣਾ, ਇਹਦਾ ਅੱਗੋਂ ਫਰਦਰ ਸੋਚਣਾ ਸ਼ਾਇਦ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਸ ਤਰ੍ਹਾਂ ਦੀ ਆਈਡੈਂਟੀਟੀ ਆ, ਜਦੋਂ ਅਸੀਂ ਧਰਮ ਦੇ ਆਧਾਰ ਤੇ ਕਿਸੇ ਵੀ ਤਰ੍ਹਾਂ ਦੀ superiority ਬਿਲਡ ਕਰਨ ਲੱਗ ਪੈਂਦੇ ਆ, ਉਹ ਸਾਰਾ ਦੀ ਤਰਫ ਸਾਨੂੰ ਧਕੇਲਦੀ ਆ, ਸਾਨੂੰ ਐਜ਼ ਹਿਊਮਨ ਬੀਇੰਗ ਲਿਮਿਟ ਕਰਦੀ ਆ, ਔਰ ਸਾਨੂੰ ਦੂਸਰਿਆਂ ਦੇ ਨਾਲ ਵਿਚਰਨ, ਦੂਸਰਿਆਂ ਦੇ ਨਾਲ ਘੁਲਣ ਮਿਲਣ। ਤੇ ਜੇ ਮੈਂ ਅੰਬੇਡਕਰ ਦੀ ਸ਼ਬਦਾਵਲੀ ਨੂੰ ਵਰਤਾਂ ਕਿ ਜਿਵੇਂ ਉਹਨਾਂ ਨੇ ਕਿਹਾ ਸੀ ਵੀ ਕਦੋਂ ਪਤਾ ਲੱਗੂਗਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਜਿਹੜੀ ਜਾਤੀ ਆ ਉਹ ਬਹੁਤ ਜ਼ਿਆਦਾ ਇਫੈਕਟਿਵ ਨਹੀਂ ਰਹੀ, ਤਾਂ ਉਹ ਰੋਟੀ ਬੇਟੀ ਦਾ ਸੰਬੰਧ ਕਿਆ ਕਰਦੇ ਸੀ। ਪਰ ਮੈਂ ਦੇਖਦੀ ਹਾਂ ਕਿ ਪੰਜਾਬ ਦੇ ਵਿੱਚ ਵੀ ਤੁਸੀਂ ਕੋਈ ਬਹੁਤ ਜ਼ਿਆਦਾ ਇੰਟਰ ਰਿਲੀਜਨ, ਇੰਟਰ ਕਾਸਟ ਜਿਹੜੀਆਂ ਮੈਰਿਜਸ ਨੇ ਜਾਂ ਜਿਹੜੀਆਂ ਸੋਸ਼ਲ ਉਹ ਵਿਵਹਾਰ ਆ, ਉਹ ਹੈ ਉੱਪਰੋਂ ਦੇਖਣ ਤੇ ਤੁਹਾਨੂੰ ਲੱਗਦਾ ਹੈ ਹਰ ਕੋਈ ਜਦੋਂ ਗੱਲ ਕਰੋ ਉਹ ਐਗਜ਼ਾਮਪਲ ਦੇਣੀ ਸ਼ੁਰੂ ਕਰ ਦਿੰਦਾ ਕਿ ਅਸੀਂ ਆਨੇ ਜਾਂਦੇ ਹਾਂ, ਅਸੀਂ ਵਰਤਦੇ ਹਾਂ। ਸਾਡੀ ਗਲੀ ਦੇ ਵਿੱਚ ਵੀ ਜਦੋਂ ਨਵਾਂ ਸਾਲ ਹੁੰਦਾ ਤੇ ਇੱਕ ਵਾਰੀ ਹਿੰਦੂਆਂ ਦਾ ਕੋਈ ਧਾਰਮਿਕ ਪ੍ਰੋਗਰਾਮ ਕਰਾਇਆ ਜਾਂਦਾ ਹੈ, ਤਾਂ ਅਗਲੇ ਸਾਲ ਕੋਈ ਪਾਠ ਕਰਾਇਆ ਜਾਂਦਾ, ਸੁਖਮਨੀ ਸਾਹਿਬ ਦਾ ਪਾਠ ਕਰਾਇਆ ਜਾਂਦਾ। ਪਰ ਦੋਸਤੋ ਮੈਨੂੰ ਨਹੀਂ ਲੱਗਦਾ ਕਿ ਇਹ ਸਾਰਾ ਕੁਝ ਟੋਕਨਿਜ਼ਮ ਤੋਂ ਜ਼ਿਆਦਾ ਅਸੀਂ ਪੰਜਾਬ ਦੇ ਵਿੱਚ ਕਰਦੇ ਹਾਂ। ਅਸੀਂ ਆਪਣੇ ਅੰਦਰੋਂ ਬਿਲਕੁਲ ਉਹੀ ਬਾਉਂਡਰੀਜ਼ ਮੇਨਟੇਨ ਕਰਦੇ ਹਾਂ, ਤੇ ਇੱਕ ਖਾਸ ਤਰ੍ਹਾਂ ਦੀ ਸੁਪੀਰੀਅਰਿਟੀ ਜਾਂ ਮਾਰਜਨਲ ਜਾਂ ਇਨਫੀਰੀਅਰ ਫੀਲ ਕਰਨ ਦੇ ਅਹਿਸਾਸ ਤੋਂ ਅਸੀਂ ਮੁਕਤ ਨਹੀਂ ਹੁੰਦੇ। ਸੋ ਇਹ ਜਿਹੜਾ ਦਾਅਵਾ ਪੰਜਾਬ ਬਾਰੇ ਪੇਸ਼ ਕੀਤਾ ਜਾਂਦਾ ਹੈ ਕਿ ਪੰਜਾਬ ਇੱਕ ਜ਼ਿਆਦਾ ਇਨਕਲੂਸਿਵ ਸਟੇਟ ਆ, ਤੇ ਮੇਰੇ ਰਹਿਣ ਦਾ ਅਨੁਭਵ ਇਹ ਨਹੀਂ ਆ। ਜੇ ਤੁਸੀਂ ਇਸ ਤਰ੍ਹਾਂ ਨਹੀਂ ਸੋਚਦੇ ਜਾਂ ਤੁਸੀਂ ਇਸ ਚੀਜ਼ ਨੂੰ ਕਦੇ ਪਰਸੀਵ ਨਹੀਂ ਕੀਤਾ, ਤੇ ਮੈਂ ਇਹੀ
ਆਸ ਕਰ ਸਕਦੀ ਹਾਂ ਕਿ ਤੁਸੀਂ ਇਸ ਆਪਣੇ ਆਲੇ ਦੁਆਲੇ ਨੂੰ, ਆਪਣੇ ਚੁਗਿਰਦੇ ਨੂੰ ਥੋੜਾ ਹੋਰ ਕ੍ਰਿਟੀਕਲੀ ਦੇਖਣਾ ਸ਼ੁਰੂ ਕਰੋ, ਤੇ ਸ਼ਾਇਦ ਫਿਰ ਤੁਹਾਨੂੰ ਮੇਰੀਆਂ ਕਹੀਆਂ ਹੋਈਆਂ ਗੱਲਾਂ ਦੇ ਵਿੱਚ ਥੋੜੀ ਸੱਚਾਈ ਵੀ ਨਜ਼ਰ ਆਉਣੀ ਸ਼ੁਰੂ ਹੋ ਜਾਵੇ। ਹੁਣ ਦੇਖੋ, ਅਸੀਂ ਪੂਰੇ, ਜਦੋਂ ਮੈਂ ਦੇਖਿਆ ਵੀ ਉਹ ਜਿਹੜਾ, ਮਤਲਬ ਤੁਹਾਨੂੰ ਇਹ ਗੱਲ ਕਰਦੀ ਹਾਂ ਕਿ ਉਹ ਜਿਵੇਂ ਇੱਥੇ ਫਗਵਾੜਾ, ਜਦੋਂ ਜਲੰਧਰ ਤੋਂ ਬਾਹਰ ਨਿਕਲਦੇ ਇੱਕ ਹਵੇਲੀ ਬਣਿਆ ਨਾ, ਹਵੇਲੀ, ਉਹਦੇ ਵਿੱਚ ਪੰਜਾਬ ਦੇ ਗਹਿਣੇ, ਪੰਜਾਬ ਦਾ ਬਾਣਾ, ਪੰਜਾਬ ਦਾ ਖਾਣਾ ਨਾ, ਉਹ ਸਾਰਾ ਕੁਝ ਦਾ ਇੱਕ ਕਲਚਰ ਦੀ ਇੱਕ ਡਿਪਿਕਸ਼ਨ, ਜਿਹੜੀ ਕਿ ਚਾਹੇ ਕਮਰਸ਼ਲੀ ਕੀਤੀ ਗਈ ਜਾਂ ਮੈਂ ਹੋਰ ਵੀ ਜਗ੍ਹਾ ਤੇ ਦੇਖਦੀ ਹਾਂ, ਤੇ ਉਹੀ ਪੰਜਾਬੀ ਸੂਟ, ਪਟਿਆਲਾ ਸਲਵਾਰਾਂ, ਉਹੀ ਤਰ੍ਹਾਂ ਦੀਆਂ ਪਿੱਪਲ ਪੱਤੀਆਂ, ਉਹ ਸਾਰਾ ਜਦੋਂ ਪੰਜਾਬ ਦਾ ਜਿਹੜੇ ਸਿੰਬਲਸ, ਪੰਜਾਬ ਦੇ ਜਿਹੜੇ ਟੋਟਮਸ ਜਿਹੜੇ ਕਹੇ ਜਾਂਦੇ ਆ, ਉਹ ਲਾਰਜਲੀ ਜਿਹੜੇ ਆ ਉਹ ਜ਼ਿਆਦਾ ਇਨਕਲੂਸਿਵ ਨਹੀਂ ਹੁੰਦੇ। ਤੁਹਾਨੂੰ ਮੈਂ ਇੱਕ ਉਦਾਹਰਨ ਦਿੰਦੀ ਹਾਂ, ਜਿਵੇਂ ਕਿ ਮੈਂ 2-3 ਸਾਲ ਪਹਿਲਾਂ ਅੰਮ੍ਰਿਤਾ ਪ੍ਰੀਤਮ ਦੇ ਜਨਮ ਸ਼ਤਾਬਦੀ ਮੌਕੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਉਹਨਾਂ ਨੇ ਇੱਕ ਸੈਮੀਨਾਰ ਰੱਖਿਆ ਸੀ, ਤੇ ਉੱਥੇ ਮੈਂ ਵੀ ਬੋਲਣ ਗਈ, ਤੇ ਮੈਂ ਉੱਥੇ, ਮੈਂ ਪਟਿਆਲੇ ਪੜ੍ਹੀ ਹੋਈ ਸੀਗੀ, ਐਮਫਿਲ ਕੀਤੀ ਸੀ, ਤੇ ਮੈਂ ਦੇਖ ਚੁੱਕੀ ਸੀ ਕਿ ਇਹ ਕਾਫੀ ਮਤਲਬ ਸਿੱਖ ਡੋਮੀਨੇਟਡ ਇੱਕ ਸਪੇਸ ਆ। ਇੱਥੇ ਜ਼ਿਆਦਾਤਰ ਲੋਕ, ਮਤਲਬ ਇੱਕ ਤਾਂ ਮਤਲਬ ਮਾਲਵਾ ਸਾਈਡ ਦਾ ਮੇਰਾ ਘੱਟ ਐਕਸਪੀਰੀਅੰਸ ਸੀਗਾ, ਸੋ ਮੈਂ ਉਹ ਫਰਕ ਮਹਿਸੂਸ ਕਰਿਆ ਕਰਦੀ ਸੀ, ਤੇ ਮਤਲਬ ਮੈਨੂੰ ਮਹਿਸੂਸ ਹੁੰਦਾ ਸੀ ਕਿ ਜਿਵੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅਲੱਗ ਚੀਜ਼ ਆ। ਹਾਲਾਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਆ ਉਹ ਬਿਲਕੁਲ ਜਿਹਨੂੰ ਅਸੀਂ ਕਹਿੰਦੇ ਉਹ ਸਿੱਖੀ ਦੇ ਪੂਰੇ ਕੇਂਦਰੀ ਸ਼ਹਿਰ ਦੇ ਵਿੱਚ ਹੈਗੀ ਹੈ, ਲੇਕਿਨ ਫਿਰ ਵੀ ਪੰਜਾਬੀ ਯੂਨੀਵਰਸਿਟੀ, ਕਿਉਂਕਿ ਉਹ ਲੈਂਗੁਏਜ ਤੇ ਨਾਮ ਤੇ ਬਣੀ, ਮੈਂ ਉੱਥੇ ਖੈਰ ਮੈਂ ਸਾੜੀ ਪਾਈ ਹੋਈ ਸੀ, ਮੈਂ ਬਿੰਦੀ ਲਾਈ ਹੋਈ ਸੀ, ਮੈਂ ਬਿਲਕੁਲ ਇਸ ਤਰ੍ਹਾਂ ਦੀ ਯੂਨੀਵਰਸਿਟੀ ਇੱਕ ਹਿੰਦੂ ਲੁੱਕ ਕਹਿ ਦਿੰਦੇ ਆ, ਮੈਂ ਉਹਦੇ ਵਿੱਚ ਜਦੋਂ ਬੋਲਣ, ਮੈਂ ਜਦੋਂ ਮੇਰੀ ਵਾਰੀ ਆਈ ਤੇ ਮੈਂ ਬੋਲੀ, ਉਦੋਂ ਬਾਅਦ ਮੈਨੂੰ 2 ਸਟੂਡੈਂਟਸ ਨੇ ਮੈਨੂੰ ਇਹ ਕਿਹਾ ਕਿ ਜਦੋਂ ਤੁਸੀਂ ਉੱਥੇ ਬੈਠੇ ਹੋਏ ਸੀ ਤੇ ਤੁਸੀਂ ਸਾੜੀ ਪਾਈ ਹੋਈ ਸੀ, ਤੁਸੀਂ ਬਿੰਦੀ ਲਾਈ ਹੋਈ ਸੀ, ਤੇ ਅਸੀਂ ਸੋਚਿਆ ਕਿ ਆ ਹਿੰਦੀ ਜੇ ਮੈਡਮ ਨੇ, ਕੀ ਇਹਨੂੰ ਪੰਜਾਬੀ ਬੋਲਣੀ ਆਉਂਦੀ ਹੋਊਗੀ। ਤੇ ਮੈਂ ਉਸ, ਮਤਲਬ ਤੁਸੀਂ ਸੋਚ ਸਕਦੇ ਆ ਕਿ ਮੈਨੂੰ ਕਿੰਨਾ, ਇਸ ਚੀਜ਼ ਤੋਂ ਮੈਂ ਕਿੰਨਾ ਸ਼ੌਕਡ ਫੀਲ ਕੀਤਾ ਹੋਊਗਾ। ਹਾਲਾਂਕਿ ਮੇਰਾ ਇਹ ਨਹੀਂ ਕਿ ਮੈਨੂੰ ਇਹ ਗੱਲ ਬਿਲਕੁਲ ਐਕਸਪੈਕਟਡ ਨਹੀਂ ਸੀ, ਮੈਂ ਬਲਕਿ ਸਵੇਰੇ ਸੋਚਿਆ ਸੀ ਕਿ ਮੈਂ ਪਟਿਆਲੇ ਪੰਜਾਬੀ ਯੂਨੀਵਰਸਿਟੀ ਚੱਲੀ ਆ, ਤੇ ਮੇਰੇ ਕੋਲ ਉਸ ਤਰ੍ਹਾਂ ਦੇ ਕੱਪੜੇ ਵੀ ਹੈਗੇ ਨੇ ਜਿਹੜੇ ਮਤਲਬ ਇਸ ਤਰ੍ਹਾਂ ਕੋਈ ਖਾਸ ਤਰ੍ਹਾਂ ਦੀ ਕਮਿਊਨਿਟੀ ਨੂੰ ਜਾਂ ਖਾਸ ਤਰ੍ਹਾਂ ਦੀ ਐਥਨੀਸਿਟੀ ਨੂੰ ਡਿਪਿਕਟ ਨਹੀਂ ਕਰਦੇ, ਇੱਕ ਜਨਰਲ ਦੇ ਨਿਊਟਰਲ ਜੇ ਕੱਪੜੇ ਕਿਸੇ ਕੋਲ ਹੁੰਦੇ ਹੀ ਆ। ਪਰ ਮੈਂ ਸੋਚਿਆ ਕਿ ਮੇਰਾ ਅੱਜ ਜੀ ਕਰਦਾ ਪਿਆ ਸੀ ਕਿ ਮੈਂ ਆਪਣੇ ਆਪ ਨੂੰ ਸਿਰਫ ਇਸ ਕਰਕੇ ਕਰੈਕਟ ਕਰਾਂ ਕਿਉਂਕਿ ਜਿੱਥੇ ਮੈਂ ਜਾ ਰਹੀ ਹਾਂ, ਮੈਂ ਉਹਦੇ ਉਸ ਜਗ੍ਹਾ ਦੇ ਇੱਕ ਅਨਕਹੇ ਮੈਂਡੇਟ ਨੂੰ, ਉਹਦੀ ਹੈਜੀਮਨੀ ਨੂੰ ਸਵੀਕਾਰ ਕਰ ਰਹੀ ਹਾਂ। ਸੋ ਮੈਂ ਉਸ ਦਿਨ ਇਸ ਤਰ੍ਹਾਂ ਨਹੀਂ ਕੀਤਾ, ਤੇ ਉਹੀ ਗੱਲ ਹੋਈ ਕਿ ਉਹ 2 ਸਟੂਡੈਂਟ ਮੇਰੇ ਕੋਲ ਆਏ, ਉਹਨਾਂ ਨੇ ਮੈਨੂੰ ਕਿੱਥੋਂ ਜੱਜ ਕੀਤਾ, ਉਹ ਇਹਦਾ ਮਤਲਬ ਕੁਝ ਲੋਕਾਂ ਦੇ ਮਨ ਵਿੱਚ ਤਾਂ ਇੱਥੋਂ ਤੱਕ ਵਸਿਆ ਹੋਇਆ ਹੈ, ਈਵਨ ਉਹ ਪੰਜਾਬੀ ਭਾਸ਼ਾ ਨੂੰ ਵੀ ਕੋ-ਆਪਟ ਕਰ ਚੁੱਕੇ ਨੇ। ਮਤਲਬ ਕਿ ਜੇ ਕੋਈ ਬੰਦਾ ਪੰਜਾਬੀ ਤਰ੍ਹਾਂ ਦੇ ਕੱਪੜੇ ਨਹੀਂ ਪਾਉਂਦਾ, ਪੰਜਾਬੀ ਤਰ੍ਹਾਂ ਨਾਲ ਪੰਜਾਬੀ ਮੈਨਰਿਜ਼ਮ ਚ ਤੁਰਦਾ ਫਿਰਦਾ ਨਹੀਂ, ਜੇ ਮੈਂ ਪੰਜਾਬੀ ਜੁੱਤੀ ਨਹੀਂ ਪਾਈ ਹੋਈ, ਤੇ ਉਹ ਮਤਲਬ ਮੈਨੂੰ ਪੰਜਾਬੀ ਵੀ ਕੀ ਬੋਲਣੀ ਆਉਂਦੀ ਹੋਊਗੀ। ਸੋ ਦੇਖੋ, ਉਹਨਾਂ ਸਟੂਡੈਂਟ, ਉਹ MA ਇੰਗਲਿਸ਼ ਕਰ ਰਹੇ ਸੀ ਉਹ ਸਟੂਡੈਂਟ, ਪਰ ਮੈਨੂੰ ਉਹਦੀ ਓਨੈਸਟੀ ਬੜੀ ਚੰਗੀ ਵੀ ਲੱਗੀ। ਮੈਂ ਬਹੁਤ ਜ਼ਿਆਦਾ ਦਰਵਿਤ ਮਹਿਸੂਸ ਕੀਤਾ ਉਸ ਸਟੂਡੈਂਟ ਦੀ ਗੱਲ ਤੋਂ। ਮੈਂ ਆ ਕੇ ਇੱਕ ਲੇਖ ਵੀ ਲਿਖਿਆ ਇਸ ਗੱਲ ਤੇ ਕਿ ਮੈਨੂੰ ਦੱਸੋ ਕਿ ਕੀ ਅਸੀਂ ਪੰਜਾਬ ਦੇ ਵਿੱਚ ਆਪਣੇ ਦਾਇਰੇ ਨੂੰ ਵਧਾ ਰਹੇ ਹਾਂ ਕਿ ਘਟਾ ਰਹੇ ਹਾਂ, ਤੇ ਜੇ ਅਸੀਂ ਬਾਕੀ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਪੈਰੋਕੀਅਲ, ਜਿਸ ਤਰ੍ਹਾਂ ਦਾ ਕੰਜ਼ਰਵੇਟਿਵ ਆਰਥੋਡਾਕਸ ਮਾਹੌਲ ਬਣ ਰਿਹਾ, ਕਿ ਅਸੀਂ ਤਰਜ਼ ਤੇ ਹੀ ਪੰਜਾਬ ਨੂੰ ਵੀ ਇੱਕ ਖਾਸ ਤਰ੍ਹਾਂ ਕਰਦਿਆਂ ਹੋਇਆਂ ਅਸੀਂ ਦੂਸਰਿਆਂ ਨੂੰ ਬੇਗਾਨਾ ਨਹੀਂ ਕਰ ਰਹੇ, ਦੂਸਰਿਆਂ ਨੂੰ ਏਲੀਏਨੇਟ ਨਹੀਂ ਕਰਦੇ ਪਏ। ਸੋ ਮੈਂ ਤੇ ਉਹਨੇ ਮੈਨੂੰ ਕਿਹਾ ਕਿ ਤੁਸੀਂ ਤਾਂ ਬੜੀ ਵਧੀਆ, ਬੜੀ ਠੇਠ ਪੰਜਾਬੀ ਬੋਲਦੇ। ਮੈਨੂੰ ਲੱਗਾ ਕਿ ਕਿਉਂ, ਮੇਰਾ ਪੰਜਾਬੀ ਬੋਲਣਾ ਉਹ ਤਾਂ ਇੱਕ ਡਿਫਰੈਂਟ ਚੀਜ਼ ਆ। ਮੈਂ ਜਿੱਥੇ ਵੀ ਬੌਰਨ ਹੋਈ, ਜਿਸ ਤਰ੍ਹਾਂ ਦੇ ਪਰਿਵਾਰ ਵਿੱਚ ਪੈਦਾ ਹੋਈ, ਯਾਨੀ ਤੁਹਾਨੂੰ ਕੱਪੜਿਆਂ ਤੋਂ ਜੱਜ ਕੀਤਾ ਜਾਂਦਾ, ਤੇ ਇਹੀ ਕੱਪੜਿਆਂ ਤੋਂ ਇਹੀ ਹਿੰਦੂ ਲੋਕ ਆਪਣਾ ਇਸਲਾਮੋਫੋਬੀਆ ਵੀ ਇਹੀ ਚੀਜ਼ਾਂ ਤੋਂ ਕਰਦੇ ਆ।
ਸੋ ਹੋ ਸਕਦਾ ਹੈ ਕਿ ਮੈਂ ਕੋਈ ਕੰਪੇਅਰ ਨਹੀਂ ਕਰਦੀ ਪਈ, ਮੈਂ ਸਿਰਫ ਪ੍ਰਵਿਰਤੀਆਂ ਦੀ ਗੱਲ ਕਰਦੀ ਪਈ ਹਾਂ। ਪ੍ਰਵਿਰਤੀਆਂ ਕਿ ਪੰਜਾਬ ਦੇ ਵਿੱਚ ਵੀ ਜਿਹੜੀਆਂ ਆਈਸੋਲੇਟ ਕਰਨ ਦੀਆਂ ਜਿਹੜੀਆਂ ਪ੍ਰਵਿਰਤੀਆਂ ਨੇ ਉਹ ਬਿਲਕੁਲ ਉਨੀਆਂ ਹੀ ਪ੍ਰਚੰਡ ਨੇ, ਪਰ ਕਿਉਂਕਿ ਪੰਜਾਬ ਦੀ ਹਿਸਟਰੀ ਇਸ ਤਰ੍ਹਾਂ ਦੀ ਰਹੀ ਆ, ਕਿਉਂਕਿ ਪੰਜਾਬ ਦੇ ਵਿੱਚ ਸਿੱਖ ਹਿਸਟਰੀ ਇਸ ਤਰ੍ਹਾਂ ਦੀ ਰਹੀ ਆ ਕਿ ਅਸੀਂ ਸਾਰੇ ਇੱਕ ਖਾਸ ਤਰ੍ਹਾਂ ਨਾਲ ਸੰਵੇਦਨਸ਼ੀਲ ਵੀ ਆ ਤੇ ਕਹਿ ਲਓ ਕਿ ਡਰਦੇ ਵੀ ਆ ਕਿ ਜੇ ਅਸੀਂ ਪੰਜਾਬ ਵਿੱਚ ਰਹਿਣਾ ਆ ਤੇ ਸਾਨੂੰ ਇਸ ਕਲਚਰਲ ਹੈਜੀਮਨੀ ਨੂੰ ਸਵੀਕਾਰ ਕਰਨਾ ਪਊਗਾ। ਤੇ ਮੈਂ ਜਿਵੇਂ ਪਹਿਲਾਂ ਕਿਹਾ ਕਿ ਨੌਨ ਸਿੱਖ ਹੋਣ ਨੂੰ ਨੌਨ ਜੱਟ ਹੋਣ ਨਾਲ ਇਸ ਤਰ੍ਹਾਂ ਨਹੀਂ ਹੋਇਆ ਕਿ ਮੈਂ ਪੜ੍ਹ ਨਹੀਂ ਸਕੀ ਜਾਂ ਫਿਰ ਮੈਨੂੰ ਨੌਕਰੀ ਨਹੀਂ ਮਿਲ ਸਕੀ ਜਾਂ ਮੈਨੂੰ ਕਿਤੇ ਉੱਠਣ ਬੈਠਣ ਵਰਤਣ ਤੋਂ ਮੈਨੂੰ ਕੋਈ ਮਨਾਹੀ ਹੈ, ਪਰ ਫਿਰ ਵੀ ਉਹ ਮੈਂ ਮਹਿਸੂਸ ਕਰਦੀ ਹਾਂ ਕਿ ਜਿਵੇਂ ਪੰਜਾਬ ਦੀ ਪੂਰੀ ਪਰਸੈਪਸ਼ਨ ਜਿਹੜੀ ਆ ਨਾ ਉਹ ਬਹੁਤ ਇੱਕ ਪਾਸੜੀ ਦੂਸਰੀ ਦੁਨੀਆ ਉਹਨੂੰ ਜਾਣਦੀ ਆ ਤੇ ਪੰਜਾਬ ਦੇ ਵਿੱਚ ਦੂਸਰੇ ਜਿਹੜੇ ਰਹਿਣ ਵਾਲੇ ਲੋਕ ਵੀ ਆ ਮੈਂ ਉਸ ਤਰ੍ਹਾਂ ਦੇਖਦੀ ਹਾਂ। ਮੈਂ ਜਦੋਂ ਪੰਜਾਬ ਦੀ ਡੈਮੋਗ੍ਰਾਫੀ ਦੇਖ ਰਹੀ ਸੀ, ਨਕੋਦਰ ਮੈਂ ਵੱਡੀ ਹੋਈ ਹਾਂ ਤੇ ਨਕੋਦਰ ਦੇ ਵਿੱਚ ਕਾਫੀ ਜੈਨ ਫੈਮਲੀਜ਼ ਰਹਿੰਦੀਆਂ ਨੇ। ਜਦੋਂ ਮੈਂ 8ਵੀਂ 9ਵੀਂ ਵਿੱਚ ਸੀ, ਜਦੋਂ ਸਾਡਾ ਜੈਨ ਪਰਿਵਾਰਾਂ ਦੇ ਨਾਲ ਬੜਾ ਸੰਬੰਧ ਕਲੋਜ਼ ਬਣਿਆ, ਮਤਲਬ ਸਾਡੇ ਫੈਮਿਲੀ ਫਰੈਂਡਸ ਸੀਗੇ। ਮੇਰੇ ਪਾਪਾ ਦੀ ਦੁਕਾਨ ਦੇ ਸਾਹਮਣੇ ਇੱਕ ਜੈਨੀਆਂ ਦਾ ਘਰ ਹੁੰਦਾ ਸੀ। ਫਿਰ ਇਵੈਂਚੁਅਲੀ ਮਤਲਬ ਅਸੀਂ ਪੂਰੀ ਜਿਹੜੀ ਨਕੋਦਰ ਦੀ ਜੈਨ ਕਮਿਊਨਿਟੀ ਸੀ, ਅਸੀਂ ਉਹਨਾਂ ਦਾ ਰਹਿਣ ਸਹਿਣ ਨੂੰ ਬੜੀ ਕਲੋਜ਼ਲੀ ਦੇਖਣਾ ਸ਼ੁਰੂ ਕੀਤਾ। ਤੇ ਮੈਂ ਦੇਖਿਆ ਕਰਦੀ ਸੀ ਕਿ ਜਿਹੜੇ ਜੈਨੀ ਨੇ ਉਹ ਨੌਨ ਜੈਨ ਬੰਦੇ ਨਾਲ ਆਸਾਨੀ ਨਾਲ ਆਪਣੇ ਬੇਟਿਆਂ ਦਾ ਵਿਆਹ ਨਹੀਂ ਕਰਦੇ, ਔਰ ਸਭ ਦੇ ਦੁੱਖੀ ਸੁੱਖੀ ਆਉਂਦੇ ਜਾਂਦੇ ਵੀ ਉਹ ਬਹੁਤ ਜ਼ਿਆਦਾ ਦੂਸਰਿਆਂ ਦੇ ਨਾਲ ਕਹਿ ਲਓ ਕਿ ਇੱਕ ਡਿਸਾਈਸਿਵ ਕਿਸਮ ਦਾ, ਜਿਵੇਂ ਉਹੀ ਕਹਿ ਲਓ ਰੋਟੀ ਬੇਟੀ ਵਾਲਾ ਸੰਬੰਧ ਨਹੀਂ ਬਣਾਉਂਦੇ। ਤੇ ਮੈਂ ਇਹ ਦੇਖਿਆ ਕਿ ਪੰਜਾਬ ਦੇ ਵਿੱਚ 0.2% ਪਾਪੂਲੇਸ਼ਨ ਜਿਹੜੀ ਆ ਉਹ ਜੈਨੀਆਂ ਦੀ ਆ। ਹਾਲਾਂਕਿ ਬਿਜ਼ਨਸ ਦੇ ਵਿੱਚ, ਇੰਡਸਟਰੀ ਦੇ ਵਿੱਚ ਇਹਨਾਂ ਦਾ ਕਾਫੀ ਜਿਹੜਾ ਆਰਥਿਕ ਤੌਰ ਤੇ ਇਹ ਜਿਹੜੀ ਕਮਿਊਨਿਟੀ ਹੈ ਕਾਫੀ ਸਰਮਾਏਦਾਰ ਆ, ਰਿਸੋਰਸਫੁਲ ਆ। ਇਹਨਾਂ ਦਾ ਇੱਕ ਖਾਸ ਤਰ੍ਹਾਂ ਦੀ ਇਹਨਾਂ ਦੀ ਪਛਾਣ ਆ ਉਦਯੋਗ ਦੇ ਵਿੱਚ, ਬਿਜ਼ਨਸ ਦੇ ਵਿੱਚ। ਪਰ ਕਲਚਰਲੀ ਮੈਂ ਦੇਖਿਆ ਕਿ ਇਹ ਇੱਕ ਕਲੋਜ਼ਡ ਸੁਸਾਇਟੀ ਤਰ੍ਹਾਂ ਬਿਹੇਵ ਕਰਦੇ ਆ। ਇਹ ਮੈਂ ਉਦੋਂ ਹੀ ਦੇਖਦੀ ਹੁੰਦੀ ਸੀ, ਪਰ ਮੈਨੂੰ ਇਹਦਾ ਕਾਰਨ ਨਹੀਂ ਸੀ ਪਤਾ ਹੁੰਦੇ। ਇਹ ਦੇਸ਼ ਦੇ ਬਾਕੀ ਜੈਨਸ ਕਮਿਊਨਿਟੀ ਦੇ ਨਾਲ ਜਿਵੇਂ ਜ਼ਿਆਦਾ ਰਿਲੇਟ ਕਰਦੇ ਆ, ਬਜਾਏ ਕਿ ਜਿੱਥੇ ਇਹ ਐਕਚੁਅਲੀ ਜਿਸ ਪਰਿਵੇਸ਼ ਜਿਸ ਚੌਗਿਰਦੇ ਵਿੱਚ ਰਹਿੰਦੇ ਆ, ਜਿੱਥੇ ਦੂਸਰੇ ਉਹਨਾਂ ਦੇ ਜੀਵਨ ਦੇ ਨਾਲ ਇਹਨਾਂ ਦੀ ਜਿਹੜੀ ਐਕਸਚੇਂਜ ਉਹ ਬਹੁਤ ਘੱਟ ਸੀ। ਫਿਰ ਮੈਂ ਇਹ ਮਹਿਸੂਸ ਕੀਤਾ ਕਿ ਅਸੀਂ ਸ਼ਾਇਦ ਇਸ ਦੇਸ਼ ਵਿੱਚ ਨਾ ਰਹਿਣ ਦੀ ਇਹ ਫੇਟ ਹੀ ਹੈ ਕਿ ਅਸੀਂ ਮਨੁੱਖੀ ਜੀਵਨ ਦੀਆਂ ਸੰਭਾਵਨਾਵਾਂ ਨੂੰ ਇਸੇ ਤਰ੍ਹਾਂ ਦੀਆਂ ਰਿਲੀਜੀਅਸ, ਕਾਸਟ, ਕਮਿਊਨਿਟੀ ਦੀਆਂ ਆਇਡੈਂਟੀਟੀਜ਼ ਤੇ ਬਾਉਂਡਰੀਜ਼ ਦੇ ਵਿੱਚ ਲਿਮਿਟ ਕਰ ਚੁੱਕੇ ਹਾਂ। ਤੇ ਦੂਸਰਾ, ਜਿਹੜੀ ਕਮਿਊਨਿਟੀ ਹੁਣ ਦੇਖੋ, ਉਸ ਤਰ੍ਹਾਂ ਜਿਹੜੀ ਸਿੱਖ ਕਮਿਊਨਿਟੀ ਆ ਉਹ ਖੁਦ ਮਹਿਸੂਸ ਕਰਦੀ ਆ ਕਿ ਉਹਨਾਂ ਨੂੰ ਇੱਕ ਮਾਈਨੋਰਿਟੀ ਦਾ ਦਰਜਾ ਮਿਲਣਾ ਚਾਹੀਦਾ, ਉਹ ਮਾਈਨੋਰਿਟੀ ਆ, ਜੋ ਆਪਣੇ ਆਪ ਦੇ ਵਿੱਚ ਇੱਕ ਫੈਕਟ ਆ। ਲੇਕਿਨ ਪੰਜਾਬ ਦੇ ਵਿੱਚ ਇਹ ਇੱਕ ਫੈਕਟ ਜਿਹੜਾ ਉਹ ਡਿਫਰੈਂਟ ਹੋ ਜਾਂਦਾ ਹੈ। ਪੰਜਾਬ ਦੇ ਵਿੱਚ ਇੱਕ ਉਹੀ ਫੈਕਟ ਦੂਸਰੀ ਤਰ੍ਹਾਂ ਹੋ ਜਾਂਦਾ ਕਿ ਪੰਜਾਬ ਦੇ ਵਿੱਚ ਜਿਹੜੀ ਪੋਲੀਟੀਕਲ ਮੈਜੋਰਿਟੀ ਆ, ਜਿਹੜੀ ਹੈਜੀਮਨੀ ਆ, ਉਹ ਇਸ ਕਮਿਊਨਿਟੀ ਦੀ ਹੈਗੀ ਆ। ਤੇ ਜਦੋਂ ਕਦੀ ਮੈਂ ਏਦਾਂ ਦੇ ਆਰਟੀਕਲ ਵੀ ਲਿਖਦੀ ਹਾਂ ਤੇ ਮੈਨੂੰ ਬੜੇ ਇਸ ਤਰ੍ਹਾਂ ਦੇ ਕਮੈਂਟਸ ਵੀ ਸੁਣਨ ਨੂੰ ਮਿਲਦੇ ਆ ਕਿ ਬੜਾ ਆਸਾਨ ਹੁੰਦਾ ਹੈ ਕਹਿਣਾ ਕਿਤੇ ਹੋਰ ਜਾ ਕੇ ਰਹਿ ਲਓ ਜਾਂ ਕਿਤੇ ਹੋਰ ਜਾ ਕੇ ਦੇਖ ਲਓ, ਇੱਥੇ ਤਾਂ ਕਿਸੇ ਨੂੰ ਅਸੀਂ ਕੁਝ ਕਹਿੰਦੇ ਹੀ ਨਹੀਂ। ਮਤਲਬ ਕਿ ਸਾਡੀ ਮੁਰਾਦ ਇਸ ਗੱਲ ਤੋਂ ਆ ਕਿ ਸਾਨੂੰ ਸ਼ਾਇਦ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਜਿਸ ਤਰ੍ਹਾਂ ਦਾ ਜਾਤੀਵਾਦ ਆ, ਜਿਸ ਤਰ੍ਹਾਂ ਦਾ ਖੇਤਰਵਾਦ ਆ, ਜਿਸ ਤਰ੍ਹਾਂ ਦੀ ਧਾਰਮਿਕ ਸੰਕੀਰਣਤਾ ਆ, ਤੇ ਉਸ ਲੈਵਲ ਦੀ ਹਿੰਸਾ ਸ਼ੁਰੂ ਹੋ ਜਾਣੀ ਚਾਹੀਦੀ ਹੈ। ਸੋ ਮੈਨੂੰ ਨਹੀਂ ਲੱਗਦਾ, ਮੈਂ ਇਹ ਸੋਚਦੀ ਹਾਂ ਕਿ ਪੰਜਾਬ ਇਸ ਤਰ੍ਹਾਂ ਦੀ ਮਾਨਸਿਕਤਾ ਤੋਂ ਮੁਕਤ ਹੋਵੇ। ਉਹਨੂੰ ਆਪਣੇ ਆਪ ਨੂੰ ਇਸ ਤਰ੍ਹਾਂ ਨਾਲ ਕੰਸੈਸ਼ਨ ਨਹੀਂ ਦੇਣਾ ਚਾਹੀਦਾ ਕਿ ਸ਼ਾਇਦ ਇੱਥੇ ਜਾਤੀ ਹਿੰਸਾ ਜਾਂ ਜਿਹੜੀ ਧਾਰਮਿਕ ਹਿੰਸਾ ਆ ਉਹ ਉੱਤਰ ਪ੍ਰਦੇਸ਼ ਨਾਲੋਂ ਘੱਟ ਹੁੰਦੀ ਆ, ਜਾਂ ਬਿਹਾਰ ਦੇ ਜਾਤੀਵਾਦ ਨਾਲੋਂ ਜਿਹੜਾ ਘੱਟ ਗੁੰਝਲਦਾਰ ਜਾਤੀਵਾਦ ਪੰਜਾਬ ਦੇ ਵਿੱਚ ਹੈ। ਸੋ ਇਹ ਤਾਂ ਕੋਈ
ਮੈਨੂੰ ਲੱਗਦਾ ਇਹ ਤਾਂ ਜਿਹੜਾ ਇੰਟੈਲੈਕਚੁਅਲ ਪ੍ਰੋਗਰੈਸ ਦਾ ਇਹ ਕੋਈ ਮਾਨਕ ਨਹੀਂ ਆ ਕਿ ਅਸੀਂ ਫਲਾਣੇ ਤੋਂ ਘੱਟ ਬੁਰੇ ਆ, ਜਦ ਕਿ ਸਾਡਾ ਹੋਣਾ ਤਾਂ ਇਹ ਚਾਹੀਦਾ ਹੈ, ਜੇ ਅਸੀਂ ਵਾਕਈ ਇੱਕ ਜੀਵਿਤ ਜ਼ਿੰਦਾ ਦਿਲ ਕੌਮ ਆ, ਜਿਉਂਦੀ ਜਾਗਦੀ ਜੇਕਰ ਅਸੀਂ ਕੌਮ ਆ, ਤੇ ਸਾਨੂੰ ਤਾਂ ਕਿਸੇ ਇੱਕ ਇਨਸਾਨ, ਇੱਕ ਇੱਥੋਂ ਦੇ ਰਹਿਣ ਵਾਲੇ ਦੀ ਪੀੜਾ ਦਾ ਵੀ ਸਮਾਧਾਨ ਕਰਨਾ ਚਾਹੀਦਾ, ਉਹਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ ਕਿ ਸਾਡੇ ਇੱਥੇ ਕੋਈ ਵੀ ਬੰਦਾ ਇਸ ਤਰ੍ਹਾਂ ਕਿਉਂ ਮਹਿਸੂਸ ਕਰਦਾ ਹੈ। ਮੈਂ ਆਪਣੀ ਮੇਰੇ ਜਿਹੜੇ ਸੰਦਰਭ ਹੁੰਦੇ, ਮੈਂ ਬਹੁਤ ਜ਼ਿਆਦਾ ਏਦਾਂ ਅਕੈਡਮਿਕ ਚੀਜ਼ਾਂ ਵਿੱਚੋਂ ਨਹੀਂ ਲੱਭਦੀ ਹੁੰਦੀ, ਮੈਂ ਹਮੇਸ਼ਾ ਆਮ ਬੋਲਚਾਲ ਲੋਕਾਂ ਦੀ ਗੱਲਬਾਤ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਡਰਾ ਕਰਦੀ ਹੁੰਦੀ ਹਾਂ, ਕਿਉਂਕਿ ਜਿਹੜੇ ਆਮ ਲੋਕ ਜਿਹੜੀਆਂ ਗੱਲਾਂ ਕਰਦੇ ਆ ਉਹਦੇ ਵਿੱਚ ਇੱਕ ਬਹੁਤ ਡੈਪਥ ਹੁੰਦੀ ਹੈ, ਕਿਉਂਕਿ ਉਹ ਪੂਰੀ ਲੋਕ ਦੀ ਚੇਤਨਾ ਦਾ ਰਿਫਲੈਕਸ਼ਨ ਹੁੰਦੀ ਹੈ। ਜੇ ਮੈਂ ਦੇਖ ਰਹੀ ਸੀਗੀ ਕਿ ਉਹ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਭਾਰ ਹੋਇਆ, ਤਾਂ ਉੱਥੇ ਮੈਂ ਇੱਕ ਕੁਮਾਰ ਵਿਸ਼ਵਾਸ ਦਾ ਇੱਕ ਇੰਟਰਵਿਊ ਸੁਣਦੀ ਪਈ ਸੀ, ਤੇ ਉਹ ਕਹਿੰਦਾ ਵੀ ਮੈਂ ਕੇਜਰੀਵਾਲ ਨੂੰ ਕਿਹਾ ਸੀ ਵੀ ਤੂੰ ਪੰਜਾਬ ਦੇ ਵਿੱਚ ਜਾ ਤਾਂ ਸਕਦਾ ਆ, ਪੰਜਾਬ ਦੇ ਵਿੱਚ ਤੂੰ ਆਪਣੇ ਪੈਰ ਤਾਂ ਜਮਾ ਸਕਦਾ ਹੈ, ਪਰ ਕਿਤੇ ਇਹ ਨਾ ਸੋਚ ਲਈ ਪੰਜਾਬ ਦੇ ਵਿੱਚ ਕਦੇ ਵੀ ਕੋਈ ਨੌਨ ਸਿੱਖ ਬੰਦਾ ਚੀਫ ਮਿਨਿਸਟਰ ਨਹੀਂ ਬਣ ਸਕਦਾ। ਤੇ ਮੈਂ, ਹਾਲਾਂਕਿ ਇਹ ਗੱਲ ਅਚੇਤ ਸਾਡੇ ਸਾਰਿਆਂ ਦੇ ਮਨ ਵਿੱਚ ਬੜੀ ਤਰ੍ਹਾਂ ਪੱਕ ਚੁੱਕੀ ਹੈ ਕਿ ਸ਼ਾਇਦ ਪੰਜਾਬ ਵਿੱਚ ਇਸ ਤਰ੍ਹਾਂ ਨਹੀਂ ਹੋ ਸਕਦਾ, ਪਰ ਮੈਂ ਇਸ ਗੱਲ ਤੇ ਬਹੁਤ ਗੰਭੀਰ ਚਿੰਤਨ ਕਰਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਇਸ ਤਰ੍ਹਾਂ ਦਾ ਵਿਚਾਰ ਵੀ ਪੰਜਾਬ ਦੇ ਵਿੱਚ ਕਿਵੇਂ ਬਣਿਆ, ਕਿ ਪੰਜਾਬ ਦੀ ਰਾਜਨੀਤੀ ਜੋ ਕਿ ਅਸਲ ਦੇ ਵਿੱਚ ਤਾਂ ਸਮਰੱਥਾ ਦਾ ਵਿਸ਼ੇ ਹੁੰਦੀ ਨਾ, ਕੋਈ ਜਿਹੜਾ ਨੇਤਾ ਬਣਦਾ, ਜਿਹਨੂੰ ਅਸੀਂ ਇਲੈਕਟੋਰਲ ਪ੍ਰੋਸੀਜਰ ਨਾਲ, ਹਾਲਾਂਕਿ ਉਹ ਸਾਰੀਆਂ ਚੀਜ਼ਾਂ ਕਾਫੀ ਰਿਡੀਕੂਲਸ ਹੁੰਦੀਆਂ ਜਾ ਰਹੀਆਂ ਇਸ ਦੇਸ਼ ਦੇ ਵਿੱਚ, ਬਟ ਸੋ ਐਜ਼ ਟੂ ਸੇ ਜੋ ਡੈਮੋਕ੍ਰੈਟਿਕ ਪ੍ਰੋਸੈਸ ਆ, ਪ੍ਰੋਸੀਜਰ ਆ, ਜਿਹਦੇ ਵਿੱਚ ਅਸੀਂ ਕਿਸੇ ਚੁਣਦੇ ਆ, ਉਹਦੇ ਚ ਤਾਂ ਉਹਦਾ ਜਿਹੜਾ ਮੌਲਿਕ ਦਰਸ਼ਨ ਤਾਂ ਇਹ ਹੋਇਆ ਕਰਦਾ ਨਾ ਕਿ ਉਹ ਇੱਕ ਵਧੀਆ ਇਨਸਾਨ ਹੋਵੇ, ਉਹ ਸਾਰਿਆਂ ਦੇ ਹਿੱਤ ਬਾਰੇ ਸੋਚਦਾ ਹੋਵੇ। ਪਰ ਕਿੱਥੇ ਅਸੀਂ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਕਿੰਨੀਆਂ ਆਮ ਫੈਮ, ਇਹ ਹੁੰਦੀ ਹੈ ਕਲਚਰਲ ਹੈਜੀਮਨੀ, ਜਿੱਥੇ ਇਦਾਂ ਦੇ ਬਿਆਨ ਨੂੰ ਕੋਈ ਕੁਐਸਚਨ ਵੀ ਨਹੀਂ ਕਰਦਾ। ਆਇਰੋਨਿਕਲੀ ਇਨਫ ਇਸ ਤਰ੍ਹਾਂ ਦੇ ਵਿਚਾਰ ਨੂੰ, ਇਸ ਤਰ੍ਹਾਂ ਦੇ ਬਿਆਨ ਨੂੰ ਕੋਈ ਨੌਨ ਸਿੱਖ ਬੰਦਾ ਵੀ ਕੁਐਸਚਨ ਨਹੀਂ ਕਰਦਾ ਕਿ ਬਈ ਇਸ ਤਰ੍ਹਾਂ ਕਿੱਦਾਂ ਹੋ ਸਕਦਾ ਹੈ। 60-40 ਦੀ ਰੇਸ਼ੋ ਦੇ ਵਿੱਚ ਤੁਸੀਂ ਇਹ ਮੰਨ ਰਹੇ ਹੋ ਕਿ ਇੱਥੇ ਕਦੀ ਨੌਨ ਸਿੱਖ ਬੰਦਾ ਮੁੱਖ ਮੰਤਰੀ ਨਹੀਂ ਬਣ ਸਕਦਾ। ਸੋ ਦੇਰ ਇਜ਼ ਅ ਪ੍ਰੋਬਲਮ ਇਹ ਨਹੀਂ ਹੈ ਕਿ ਵੀ ਕਿਸੇ ਹੋਰ ਨੂੰ ਬਣਨਾ ਚਾਹੀਦਾ। ਪ੍ਰੋਬਲਮ ਇਜ਼ ਵਿਦ ਦਿਸ ਪਰਸੈਪਸ਼ਨ, ਪ੍ਰੋਬਲਮ ਇਜ਼ ਵਿਦ ਦਿਸ ਇਮੈਜੀਨੇਸ਼ਨ, ਜਿੱਥੇ ਅਸੀਂ ਇਹ ਮੰਨ ਚੁੱਕੇ ਹਾਂ ਕਿ ਪੰਜਾਬ ਦੀ ਕਲਚਰਲ ਹੈਜੀਮਨੀ ਪ੍ਰੀਵੇਲ ਕਰੇਗੀ, ਉਹਦੇ ਵਿੱਚ ਕਿਸੇ ਦੀ ਇੰਡੀਵਿਜੂਅਲ ਸਮਰੱਥਾ, ਕਿਸੇ ਦੀ ਪੋਲੀਟੀਕਲ ਕਮਿਟਮੈਂਟ, ਕਿਸੇ ਦਾ ਇੰਟੈਲੈਕਚੁਅਲ ਰਿਗਰ, ਉਹ ਚੀਜ਼ਾਂ ਸੈਕੰਡਰੀ ਨੇ। ਲੇਕਿਨ ਸਭ ਤੋਂ ਪਹਿਲਾਂ ਤੁਹਾਡੀ ਰਿਲੀਜੀਅਸ ਆਈਡੈਂਟੀਟੀ, ਤੁਹਾਡੀ ਕਾਸਟ ਆਈਡੈਂਟੀਟੀ, ਉਹੀ ਪੰਜਾਬ ਦੇ ਵਿੱਚ ਪੋਲੀਟੀਕਲ ਨੁਮਾਇੰਦਗੀ ਕਰ ਸਕਦੀ ਹੈ। ਸੋ ਦੋਸਤੋ, ਮੇਰੀ ਗੱਲ ਦਾ ਆਫੈਂਸ ਨਾ ਲੈ ਕੇ ਤੁਸੀਂ ਇਸ ਗੱਲ ਦੇ ਚਿੰਤਨ ਕਰਨ ਦੀ ਕੋਸ਼ਿਸ਼ ਕਰੋ ਕਿ ਇਹ ਵੀ ਇੱਕ ਤਰ੍ਹਾਂ ਦਾ ਕਲਚਰਲ ਫਾਸਿਜ਼ਮ ਆ, ਜਿਹਦੇ ਤੋਂ ਪੰਜਾਬ ਵੀ ਪੀੜਿਤ ਆ, ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਨਹੀਂ ਕਰਦੇ, ਕਿਉਂਕਿ ਪੰਜਾਬ ਦੀ ਜਿਹੜੀ ਗ੍ਰੈਂਡ ਪਰਸੈਪਸ਼ਨ ਹੈ ਨਾ, ਉਹ ਬਹੁਤ ਜ਼ਿਆਦਾ ਵੱਡੀ ਹੈ। ਉਹਨੂੰ ਕ੍ਰਿਟੀਕ ਕਰਨਾ ਆਸਾਨ ਨਹੀਂ ਲੱਗਦਾ ਕਿਸੇ ਨੂੰ। ਹਰ ਕਿਸੇ ਨੂੰ ਲੱਗਦਾ ਹੈ ਕਿ ਮੈਂ ਹੁਣ ਇੰਨੀ ਪੁਰਾਣੀ ਔਰ ਖਾਸ ਤੌਰ ਤੇ ਜਦੋਂ ਮੈਂ ਇਸ ਗੱਲ ਦੇ ਪ੍ਰਤੀ ਕੌਨਸ਼ੀਅਸ ਹਾਂ ਕਿ ਈਵਨ ਸਿੱਖ ਕਮਿਊਨਿਟੀ ਨੂੰ ਸਟੇਟ ਵਾਇਲੈਂਸ ਕਿੰਨੀ ਫੇਸ ਕਰਨੀ ਪਈ, ਪਰ ਮੈਂ ਫਿਰ ਵੀ ਇਹ ਸੋਚਦੀ ਹਾਂ, ਬਾਵਜੂਦ ਇਹਨਾਂ ਸਾਰੇ ਤੱਥਾਂ ਦੇ, ਇਹ ਸਾਡਾ ਜੋ ਮੈਂ ਪੰਜਾਬ ਦਾ ਭਵਿੱਖ ਸੋਚਦੀ ਹਾਂ, ਤਾਂ ਮੈਂ ਇਹ ਸੋਚਦੀ ਹਾਂ ਕਿ ਸਾਨੂੰ ਇਹਨਾਂ ਚੀਜ਼ਾਂ ਨੂੰ ਹੀਲ ਕਰਕੇ, ਰਿਜ਼ੋਲਵ ਕਰਕੇ ਇੱਕ ਬਿਹਤਰ ਸੂਬਾ, ਇੱਕ ਬਿਹਤਰ ਸਟੇਟ ਜਿਹੜਾ ਬਣਾਉਣ ਦੀ ਤਰਫ ਕੋਸ਼ਿਸ਼ ਕਰਨੀ ਚਾਹੀਦੀ ਆ। ਬੇਸ਼ੱਕ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਆਈਡੈਂਟੀਟੀ ਵਾਰਸ ਜਿਹੜੀਆਂ ਉਹ ਮਤਲਬ ਐਟ ਦੇਅਰ ਪੀਕ ਨੇ, ਲੇਕਿਨ ਇਹ ਨਹੀਂ ਹੁੰਦਾ ਕਿ ਇਸ ਦੌੜ ਦੇ ਵਿੱਚ, ਇਸ ਹੋੜ ਦੇ ਵਿੱਚ ਸ਼ਾਮਿਲ ਹੋਣਾ ਸਾਡੀ ਕੋਈ ਮਜਬੂਰੀ ਹੋਵੇ। ਅਸੀਂ ਚਾਹੀਏ ਤਾਂ ਅਸੀਂ ਜਿਹਨੂੰ ਕਹਿੰਦੇ ਵਿਕਲਪ ਦੀ ਰਾਜਨੀਤੀ ਵੀ ਕਰ ਸਕਦੇ ਹਾਂ। ਅਸੀਂ ਇਹਨਾਂ ਚੀਜ਼ਾਂ ਦੇ ਪ੍ਰਤੀ ਸੁਚੇਤ
ਰਹਿਣਾ ਸ਼ੁਰੂ ਕਰ ਸਕਦੇ ਹਾਂ। ਅਸੀਂ ਇਹੋ ਜਿਹੀ ਜਿਹੜੀ ਡੋਮੀਨੇਸ਼ਨ ਆ, ਅਸੀਂ ਇਹੋ ਜਿਹੇ ਹੁਣ ਦੇਖੋ ਉਹ ਜਿਹੜੇ ਈਵਨ ਆ ਗਾਣੇ ਹੀ ਆ ਇਸ ਤਰ੍ਹਾਂ ਦੇ, ਮਤਲਬ ਕਿਵੇਂ ਦੇਖੋ ਕਿ ਤੁਸੀਂ ਕੁਝ ਹੋਰ ਤੁਹਾਡੇ ਕੰਨਾਂ ਵਿੱਚ ਪੈ ਹੀ ਨਹੀਂ ਰਿਹਾ। ਹਰ ਬੰਦਾ ਪੰਜਾਬ ਦੇ ਵਿੱਚ ਜਿਹੜਾ ਰਹਿੰਦਾ ਹੈ ਉਹਨੂੰ ਇਹ ਕਲਚਰਲ ਹੈਜੀਮਨੀ ਜਿਹੜਾ, ਤਾਂ ਦੇਖੋ ਇਸ ਹੈਜੀਮਨੀ ਦਾ ਪਾਰਟ ਆ, ਉਹਨੂੰ ਕਿਉਂ ਪ੍ਰੋਬਲਮ ਹੋਏਗੀ? ਉਹਨੂੰ ਪ੍ਰੋਬਲਮ ਨਹੀਂ ਹੋਏਗੀ, ਉਹਨੂੰ ਬਲਕਿ ਇਸ ਤਰ੍ਹਾਂ ਦਾ ਜਿੱਦਾਂ ਦਾ ਕ੍ਰਿਟਿਕ ਮੈਂ ਕਰਦੀ ਪਈ ਆ ਉਹਨੂੰ ਉਸ ਗੱਲ ਤੋਂ ਪ੍ਰੋਬਲਮ ਹੋਏਗੀ। ਲੇਕਿਨ ਗੱਲ ਇਹ ਹੈ ਕਿ ਫਿਰ ਦੋ ਦਾਅਵੇ ਨਾਲ ਨਾਲ ਨਹੀਂ ਚੱਲ ਸਕਦੇ ਕਿ ਅਸੀਂ ਮਨੁੱਖਤਾ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ, ਅਵਲ ਅੱਲਾ ਨੂਰੋ ਪਾਇਆ ਕੁਦਰਤ ਦੇ ਸਭ ਬੰਦੇ ਵੀ ਅਸੀਂ ਕਹੀ ਜਾਈਏ, ਤੇ ਨਾਲੋਂ ਨਾਲ ਅਸੀਂ ਜਿਹੜੇ ਇਹ ਵੀ ਮੰਨੀ ਜਾਈਏ ਕਿ ਪੰਜਾਬ ਦੇ ਅਸਲੀ ਵਾਰਸ ਜਿਹੜੇ ਨੇ ਉਹ ਸਿੱਖ ਤੇ ਜੱਟ ਲੋਕ ਨੇ ਜਾਂ ਸਿੱਖ ਲੋਕ ਨੇ। ਇਹ ਦੋਵੇਂ ਗੱਲਾਂ ਨਾਲ ਨਾਲ ਨਹੀਂ ਚੱਲ ਸਕਦੀਆਂ। ਮੈਂ ਦੇਖਿਆ ਹੈ ਕਿ ਇਹ ਨਾ ਇੱਕ ਸਿਵਲਾਈਜੇਸ਼ਨਲ ਇੱਕ ਟੈਂਡੈਂਸੀ ਹੈ, ਘਰਾਂ 'ਚ ਵੀ ਮੈਂ ਦੇਖਦੀ ਹਾਂ। ਉਹ ਸਭ ਪੈਰਾਡੌਕਸਿਸ ਨੂੰ ਅਕੋਮੋਡੇਟ ਕਰੀ ਜਾ ਰਹੇ ਨੇ ਸਾਰੇ, ਇੱਕ ਇਸ ਤਰ੍ਹਾਂ ਦੇ ਇੱਕ ਬੈਡ ਫੇਥ ਨੂੰ ਪ੍ਰੋਪੇਗੇਟ ਕਰਦੇ ਨੇ। ਮਤਲਬ ਇਹ ਵੀ ਠੀਕ ਹੈ, ਇਹ ਵੀ ਗੱਲਾਂ ਕਰੀ ਜਾਣੀਆਂ, ਯਾਨੀ ਜਿਵੇਂ ਕਹਿੰਦੇ ਕਿ ਨਾਲ ਹੀ ਨਾਲ ਜਿਵੇਂ ਕਿ ਗੁਰਦਾਸ ਮਾਨ ਦਾ ਚੁਗਲੀਆਂ ਗਾਣਾ ਕਿ ਵੈਸੇ ਤਾਂ ਭੈਣੇ ਚੁਗਲੀ ਦੀ ਮੈਨੂੰ ਆਦਤ ਨਹੀਂ, ਤੇ ਨਾਲੋਂ ਨਾਲ ਉਹ ਸਾਰਾ ਚੁਗਲ ਦਰਬਾਰ ਵੀ ਉੱਥੇ ਲੱਗਾ ਰਹਿੰਦਾ। ਸੋ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੇਕਰ ਅਸੀਂ ਸੱਚੀ ਮੁੱਚੀ ਜੋ ਮੈਂ ਨਾਨਕ ਨੂੰ ਸਮਝ ਸਕੀ ਹਾਂ, ਜੋ ਮੈਂ ਜੋ ਉਸ ਇਨਸਾਨ ਦੀ ਉਸ ਤਰ੍ਹਾਂ ਦੇ ਜਿਹਨੂੰ ਮੈਂ ਕਹਿ ਸਕਦੀ ਹਾਂ ਜਿੱਦਾਂ ਦੇ ਪੰਜਾਬ ਦੀ ਕਲਪਨਾ, ਜਿੱਦਾਂ ਦੀ ਕਲਪਨਾ ਜੋ ਮੈਂ ਉਹਨਾਂ ਦੇ ਜੀਵਨ ਤੋਂ ਤੇ ਉਹਨਾਂ ਦੇ ਲਿਖੇ ਹੋਏ ਤੋਂ ਜੋ ਮੈਂ ਸਮਝ ਸਕੀ ਹਾਂ, ਮੈਨੂੰ ਹਰਗਿਜ਼ ਨਹੀਂ ਲੱਗਦਾ ਕਿ ਜਿਹੜੀ ਪੰਜਾਬ ਦੀ ਕਲਚਰਲ ਹੈਜੀਮਨੀ ਆ ਉਹ ਨਾਨਕ ਦੀ ਸੋਚ ਦੇ ਬਿਲਕੁਲ ਵੀ ਅਨੁਕੂਲ ਹੋਵੇ। ਹੁਣ ਦੇਖੋ, ਮੈਂ ਜਿਵੇਂ ਕਿ ਅਵਤਾਰ ਜੀ ਨੇ ਦੱਸਿਆ ਕਿ ਅਕਸ਼ੇ ਸਰ ਮੇਰੇ ਗਾਈਡ ਸੀਗੇ, ਅਕਸ਼ੇ ਸਰ ਦੇ ਨਾਲ ਮੈਂ ਨਾਨਕ ਦੇ ਉੱਪਰ ਹੀ PhD ਕਰਨੀ ਸ਼ੁਰੂ ਕੀਤੀ ਸੀ, ਤੇ ਮੈਨੂੰ ਮੇਰੀਆਂ ਬਹੁਤ ਸਾਰੀਆਂ ਚੀਜ਼ਾਂ ਬਲਕਿ ਉਹ ਸਾਰੇ ਪੜ੍ਹਨ ਦੇ ਦੌਰਾਨ ਮੈਂ ਹੋਰ ਜ਼ਿਆਦਾ ਇਸ ਮਾਮਲੇ ਵਿੱਚ ਥੋੜੀ ਸਪਸ਼ਟ ਹੋ ਸਕੀ। ਕੁਝ ਗੱਲਾਂ ਤੇ ਹੋਰ ਮੈਨੂੰ ਲਿਊਸਿਡਿਟੀ ਮਿਲੀ, ਤੇ ਮੇਰੀਆਂ ਕੁਝ ਆਪਣੀਆਂ ਓਪੀਨੀਅਨਸ, ਮੇਰੇ ਆਪਣੇ ਐਕਸਪੀਰੀਐਂਸਿਸ ਵੀ ਇੱਕ ਉਹਨਾਂ ਦੀ ਇੱਕ ਅਲੱਗ ਡਾਇਮੈਂਸ਼ਨ ਬਣ ਗਈ। ਤੇ ਮੈਂ ਇਹ ਦੇਖਦੀ ਹਾਂ ਕਿ ਹੁਣ ਸਾਨੂੰ ਇਹ ਮੌਕਾ ਆ ਗਿਆ ਜਦੋਂ ਨਾਨਕ ਇਸ ਸਮਾਜ ਵਿੱਚ ਵਿਚਰ ਰਹੇ ਸੀ, ਤੇ ਉਹਨਾਂ ਨੇ ਉਹ ਹਿੰਦੂ ਮੁਸਲਮਾਨਾਂ ਦੀ ਜੋ ਕੌਨਫਲਿਕਟ, ਜੋ ਉਹਨਾਂ ਦਾ ਕਲਚਰਲ ਡੋਮੀਨੇਸ਼ਨ ਦੇਖਿਆ, ਤੇ ਉਹਨਾਂ ਨੇ ਜਿਹੜੀ ਉਹਨਾਂ ਦੀ ਸਾਖੀ ਅਸੀਂ ਪੜ੍ਹਦੇ ਹਾਂ, ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਮੈਨੂੰ ਲੱਗਦਾ ਹੁਣ ਉਹਦੇ ਵਿੱਚ ਇਹ ਗੱਲ ਜੋੜਨ ਦਾ ਸਮਾਂ ਆ ਗਿਆ ਕਿ ਉਹਦਾ ਅਰਥ ਸ਼ਾਇਦ ਇਹ ਵੀ ਹੈ ਕਿ ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ, ਨਾ ਕੋਈ ਸਿੱਖ। ਜੋ ਨਾਨਕ ਦਾ ਦਰਸ਼ਨ ਮੈਂ ਸਮਝ ਸਕੀ ਹਾਂ, ਉਹਦੇ ਵਿੱਚ ਸ਼ਾਇਦ ਇਹ ਗੱਲ ਵੀ ਸਾਨੂੰ ਨਾਲ ਜੋੜ ਕੇ ਦੇਖਣੀ ਚਾਹੀਦੀ ਹੈ, ਕਿਉਂਕਿ ਨਾਨਕ ਦਾ ਸਾਰਾ ਜੀਵਨ ਜੇ ਮੈਂ ਦੇਖਾਂ ਤੇ ਉਹ ਮੈਂ ਤਾਂ ਬਲਕਿ ਅਗੇਨ ਆਈ ਐਮ ਨਾਟ ਸੌਰੀ ਟੂ ਸੇ, ਮੈਂ ਦੇਖਦੀ ਹਾਂ ਕਿ ਨਾਨਕ ਦੇ ਜੀਵਨ ਚਰਿੱਤਰ ਦੀ ਵੀ ਕਿੰਨੀ ਐਪਰੋਪ੍ਰੀਏਸ਼ਨ ਕੀਤੀ ਜਾਂਦੀ ਹੈ। ਇੱਕ ਪਿੱਛੇ ਜਿਹੇ ਮੈਂ ਕਿਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਦਾ ਹੀ ਇੱਕ ਇੰਟਰਵਿਊ ਦੇਖ ਰਹੀ ਸੀ, ਜਦੋਂ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਉਹ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਤੋਂ ਭੱਜ ਕੇ ਵਿਦੇਸ਼ਾਂ ਵਿੱਚ ਜਾਣ ਨੂੰ ਵੀ ਉਹ ਇਹ ਇਸ ਤਰ੍ਹਾਂ ਰਿਲੇਟ ਕਰ ਰਹੇ ਸੀ ਕਿ ਇਹ ਨਾਨਕ ਦੀ ਸਾਖੀ ਕੀ ਜਿਹੜੇ ਉਹ ਉਜੜ ਕੇ ਵੀ ਜਿਹੜੇ ਸਮਰੱਥ ਲੋਕ ਨੇ, ਜਿਹੜੇ ਗੁਣੀ ਲੋਕ ਨੇ, ਉਹ ਉਜੜ ਕੇ ਕਿਤੇ ਵੀ ਚਲੇ ਜਾਂਦੇ। ਦੇਖੋ, ਪੰਜਾਬ ਦੇ ਵਿੱਚ ਬੇਰੁਜ਼ਗਾਰੀ ਇਜ਼ ਅ ਰੀਅਲ ਪ੍ਰੋਬਲਮ। ਅਸੀਂ ਇਸ ਨੂੰ ਇਸ ਤਰ੍ਹਾਂ ਇੰਟਰਪ੍ਰੈਟ ਜੇ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਅਸੀਂ ਸ਼ਾਇਦ ਰਿਐਲਿਟੀ ਦੀ ਕੰਪਲੈਕਸਿਟੀ ਨੂੰ ਕੰਪਰੀਹੈਂਡ ਨਹੀਂ ਕਰ ਸਕਦੇ। ਨਾਨਕ ਦੀ ਜਿਹੜੀ ਟਰੈਵਲ, ਨਾਨਕ ਦਾ ਜਿਹੜਾ ਇੰਨਾ ਜ਼ਿਆਦਾ ਘੁੰਮ ਕੇ ਦੁਨੀਆ ਨੂੰ ਦੇਖਣਾ, ਜਾਣਨਾ, ਜਿਗਿਆਸਾ, ਸੈਲਫ ਕੈਂਸਲੇਸ਼ਨ, ਉਹ ਤਾਂ ਇੱਕ ਬਹੁਤ ਇੰਟੈਲੈਕਚੁਅਲ ਰਿਗਰ ਵਾਲੀ ਚੀਜ਼ ਆ। ਉਹ ਇਸ ਤਰ੍ਹਾਂ ਨਹੀਂ ਹੋ ਸਕਦੀ ਕਿ ਤੁਸੀਂ ਇੱਕ ਆਇਡੈਂਟੀਟੀ ਦੇ ਵਿੱਚ ਬਜੇ ਬਜਾਏ ਉਸ ਨਾਨਕਤਾ ਨੂੰ ਆਤਮਸਾਤ ਕਰ ਸਕੋ। ਨਾਨਕ ਨੇ ਵੀ ਕਿਸੇ ਰਿਲੀਜਨ ਨੂੰ ਬ੍ਰੇਕ ਹੀ ਕੀਤਾ ਸੀ। ਨਾਨਕ ਨੇ ਵੀ ਕਿਸੇ ਰਿਲੀਜਨ ਦੇ ਵਿੱਚ, ਤੁਸੀਂ ਉਹਨਾਂ ਦੀ ਸਿੱਧ ਗੋਸ਼ਟ ਪੜ੍ਹੋ, ਮਤਲਬ ਸਿੱਧ ਗੋਸ਼ਟ ਮੈਂ ਪੜ੍ਹੀ ਵੀ, ਤੇ ਫਿਰ ਮੈਂ ਰਾਈਟਿੰਗਸ ਫਰੋਮ ਪੰਜਾਬ
ਪੜ੍ਹਾਉਂਦੀ ਵੀ ਹਾਂ ਕਾਲਜ ਦੇ ਵਿੱਚ, ਤਾਂ ਉਸਦੇ ਵਿੱਚ ਮਤਲਬ ਮੈਂ ਦੇਖਦੀ ਹਾਂ ਕਿ ਉਹਨਾਂ ਨੇ ਕਿਸ ਤਰ੍ਹਾਂ ਕਿੰਨਾ ਉਹ ਕਿਸ ਤਰ੍ਹਾਂ ਦੀ ਡਾਇਲੈਕਟਿਕ, ਕਿਸ ਤਰ੍ਹਾਂ ਦੀ ਡਿਬੇਟ, ਕਿਸ ਤਰ੍ਹਾਂ ਦਾ ਕਾਊਂਟਰ ਕੁਐਸਚਨ, ਕਿਸ ਤਰ੍ਹਾਂ ਦਾ ਮਤਲਬ ਉਹਨਾਂ ਦਾ ਲੌਜੀਕਲ ਰੈਸ਼ਨਲ ਮਾਈਂਡ ਆ ਜਿਹੜਾ, ਜਿਹਦੀ ਪਰਸਿਊਟ ਟਰੂਥ ਆ, ਜਿਹਦੀ ਪਰਸਿਊਟ ਇਹ ਨਹੀਂ ਆ ਕਿ ਉਹ ਫਾਈਨਲੀ ਕੋਈ ਇਹੋ ਜਿਹੀ ਆਈਡੈਂਟਿਟੀ ਬਣਾਉਣਾ ਚਾਹੁੰਦੇ ਆ ਜਿਹੜੀ ਅਨਕੁਐਸਚਨੇਬਲ ਹੋਵੇ। ਸੋ ਮੈਂ ਜੋ ਨਾਨਕ ਨੂੰ ਸਮਝ ਸਕੀ, ਜਿਹੜਾ ਉਹਨਾਂ ਦੇ ਵਿਰਾਟ ਵਿਅਕਤਿਤਵ ਨੂੰ ਸਮਝ ਸਕੀ, ਮੈਨੂੰ ਨਹੀਂ ਲੱਗਦਾ ਕਿ ਅਸੀਂ ਜਿਹੜੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀਆਂ ਕਲਚਰਲ ਫਾਰਮੇਸ਼ਨਸ ਹੋ ਚੁੱਕੀਆਂ ਨੇ, ਉਹ ਨਾਨਕ ਦੀ ਦਰਸ਼ਨ ਦੇ, ਨਾਨਕ ਦੀ ਸੋਚ ਦੇ ਕਰੀਬ ਹੋਣ। ਜਦ ਕਿ ਇਹ ਵੀ ਇੱਕ ਦੇਖਣ ਵਾਲੀ ਚੀਜ਼ ਹੈ ਕਿ ਨਾਨਕ ਤੋਂ ਸ਼ੁਰੂ ਹੋ ਕੇ 10ਵੇਂ ਗੁਰੂ ਤੱਕ ਜੋ ਸਿੱਖੀ ਦੀ ਆਪਣੀ ਯਾਤਰਾ ਰਹੀ, ਉਹਦੇ ਵਿੱਚ ਵੀ ਉਹਦੇ ਬਹੁਤ ਸਾਰੇ ਪੜਾਵ ਨੇ। ਈਵਨ ਉਹ ਕੰਟੀਨਿਊਟੀ ਹੁੰਦੇ ਹੋਏ ਵੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਾਨਕ ਨੇ ਜੋ ਸ਼ੁਰੂ ਕੀਤਾ, ਉਸ ਤੋਂ ਬਾਅਦ ਉਹ ਕਿਵੇਂ ਇੱਕ ਫੁੱਲ ਕੰਪਲੀਟ ਤੇ ਕੰਪਰੀਹੈਂਸਿਵ ਆਈਡੈਂਟਿਟੀ ਬਣਨ ਦੀ ਜੋ ਉਸਦੀ ਯਾਤਰਾ ਰਹੀ, ਜੋ ਉਹਦੇ ਵਿੱਚ ਉਹਦਾ ਪੋਲੀਟੀਕਲ, ਇਕਨੋਮਿਕ, ਕਲਚਰਲ ਜੋ ਇੱਕ ਕੈਰੈਕਟਰ ਬਣਿਆ, ਉਹ ਵੀ ਇਹਦੇ ਵਿੱਚ ਇੱਕ ਗੌਰ ਕਰਨ ਦੀ ਚੀਜ਼ ਆ। ਪਰ ਫਿਰ ਵੀ ਮੈਂ ਇਹ ਧਿਆਨ ਦਿਵਾਉਣਾ ਚਾਹੁੰਦੀ ਹਾਂ ਕਿ ਨਾਨਕ ਦਾ ਨਾਮ ਲੈਣਾ ਜਾਂ ਨਾਨਕ ਦੇ ਨਾਮ ਲੇਵਾ ਹੋਣਾ ਤੇ ਨਾਨਕ ਨੂੰ ਅਸਲੀ ਸਮਝਣਾ, ਉਹਦੇ ਵਿੱਚ ਬਹੁਤ ਅੰਤਰ ਆ। ਮੈਂ ਵੀ ਬੜੀ ਕਹਿ ਲਓ ਬੜੀ ਹੌਲੀ ਹੌਲੀ ਹੀ ਇਸ ਗੱਲ ਨੂੰ ਸਮਝ ਸਕੀ ਕਿ ਇਹ ਜਿਹੜੀਆਂ ਆਈਡੈਂਟੀਟੀਜ਼ ਨੇ, ਇਹ ਜਿਹੜੀਆਂ ਬਾਉਂਡਰੀਜ਼ ਤੇ ਕੈਟਾਗਰੀਜ਼ ਨੇ, these may look indispensable and inevitable to survive in the world. मैं इस गल तो इनकार नहीं करती कि these are like inevitable. It's a network of traps. ਇਹ ਤੋਂ ਨਿਕਲਣਾ ਸ਼ਾਇਦ ਅਸੰਭਵ ਆ, ਪਰ ਇੱਕ ਜਿਹਨੂੰ ਕਹਿੰਦੇ ਹੁੰਦੇ ਇੱਕ ਗੁੰਜਾਇਸ਼ ਰੱਖਣੀ ਕਿ I am more than these categories, ਉਹ ਸਾਨੂੰ ਜ਼ਰੂਰ ਇੱਕ ਕਹਿ ਲਓ ਇੱਕ ਲਿਬਰੇਸ਼ਨ, ਇਨਕਲੂਜਨ ਤੇ ਫਰੀडम ਇਸ ਵੱਲ ਸਾਨੂੰ ਜ਼ਰੂਰ ਲੈ ਕੇ ਜਾਂਦੀ ਹੈ। ਉਹਦੇ ਵਿੱਚ ਮੈਂ ਜਦੋਂ ਇਹ ਸੋਚਦੀ ਹਾਂ ਕਿ ਆਖਿਰ ਨੁਕਸਾਨ ਕੀ ਹੁੰਦਾ ਹੈ ਜਦੋਂ ਅਸੀਂ ਸਿਰਫ ਕਲਚਰਲ ਹੈਜੀਮਨੀ ਦੇ ਵਿੱਚ ਜਿਉਂਦੇ ਹਾਂ, ਉਹਦਾ ਨੁਕਸਾਨ ਕੀ ਹੁੰਦਾ, ਮੈਂ ਉਹਨੂੰ ਕੋਈ ਅਕੈਡਮਿਕਲੀ ਨਹੀਂ ਪੁੱਟ ਕਰ ਸਕਦੀ। ਮੈਨੂੰ ਲੱਗਦਾ ਕਿ ਉਹਦਾ ਨੁਕਸਾਨ ਇਹ ਹੁੰਦਾ ਕਿ ਅਸੀਂ ਜ਼ਿੰਦਗੀ ਵਿੱਚ ਬਹੁਤ ਘੱਟ ਲੋਕਾਂ ਨੂੰ ਪਿਆਰ ਕਰ ਪਾਉਂਦੇ ਹਾਂ, ਅਸੀਂ ਬਹੁਤ ਘੱਟ ਚੀਜ਼ਾਂ ਨੂੰ ਸਮਝ ਪਾਉਂਦੇ ਹਾਂ, ਅਸੀਂ ਜੋ ਇਸ ਅਸਲੀ ਜੋ ਸ੍ਰਿਸ਼ਟੀ ਦੀ, ਇਸ ਦੁਨੀਆ ਦੀ, ਇਸਦੀ ਜੋ ਅਸਲੀ ਵਿਵਿਧਤਾ ਹੈ, ਜੋ ਇਹਦੀ ਅਸੀਂ ਉਹਦੇ ਤੋਂ ਅਛੂਤੇ ਰਹਿ ਜਾਂਦੇ ਹਾਂ। ਤੇ ਇਸ ਤੋਂ ਜ਼ਿਆਦਾ ਮੈਨੂੰ ਲੱਗਦਾ ਹੈ ਕਿਸੇ ਮਨੁੱਖ ਵਾਸਤੇ ਮੰਦਭਾਗਾ ਕੀ ਹੋ ਸਕਦਾ ਹੈ ਜੇ ਉਹ ਇਸ ਦੁਨੀਆ ਦੇ ਵਿੱਚ ਆ ਕੇ ਇਸ ਦੁਨੀਆ ਦੇ ਅਸਲੀ ਰੰਗ ਨੂੰ, ਇਹਦੇ ਰੂਪ ਨੂੰ ਜਾਣ ਹੀ ਨਾ ਸਕੇ, ਤੇ ਜਾਣ ਨਹੀਂ ਸਕੇ ਤਾਂ ਫਿਰ ਮਾਣ ਵੀ ਨਹੀਂ ਸਕੇ। ਤੇ ਜੇ ਇਸ ਤਰ੍ਹਾਂ ਦਾ ਜਿਹੜਾ ਮਤਲਬ ਜਿਹੜੀ ਸਬਜੈਕਟਿਵਿਟੀ ਹੋਏਗੀ, ਇਸ ਤਰ੍ਹਾਂ ਦਾ ਜਿਹੜਾ ਮਨੁੱਖ ਹੋਏਗਾ, ਜਿਹਨੂੰ ਮੈਂ ਹੁਣ ਕਹੂੰਗੀ ਜਿਹੜਾ ਉਹ ਪੰਜਾਬੀ ਮਨੁੱਖ ਹੋਏਗਾ, ਉਹ ਕਿੰਨਾ ਹਸੀਨ ਹੋਏਗਾ, ਉਹ ਕਿਸ ਤਰ੍ਹਾਂ ਦਾ ਦੂਸਰਿਆਂ ਨੂੰ ਕੰਫਰਟ ਕਰਨ ਵਾਲਾ ਹੋਏਗਾ। ਮੈਂ ਇਹ ਜ਼ਰੂਰ ਇਸ ਦੀ ਆਸ ਕਰਦੀ ਹਾਂ। ਹਾਲਾਂਕਿ ਮੌਜੂਦਾ ਪਰਿਪੇਖ ਵਿੱਚ ਜਿਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਰਾਈਟ ਵਿੰਗ ਦਾ ਉਭਾਰ ਹੋਇਆ ਹੈ, ਜਿਸ ਤਰ੍ਹਾਂ ਦੇ ਨਾਲ ਸੰਕੀਰਣਤਾਵਾਦੀ ਸੋਚ ਉਹ ਇੱਕ ਕਲਚਰਲ ਮੈਂਡੇਟ ਬਣਦੀ ਚਲੀ ਜਾ ਰਹੀ ਹੈ, ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਬੜੀਆਂ ਰੋਮਾਂਟਿਕ ਵੀ ਲੱਗ ਸਕਦਾ ਹੈ। ਪਰ ਮੈਂ ਹਮੇਸ਼ਾ ਇਹ ਸੋਚਦੀ ਹਾਂ ਕਿ ਬਦਲਾਵ ਦੀ ਸੋਚ ਹਮੇਸ਼ਾ ਪਹਿਲਾਂ ਇੱਕ ਵਾਰੀ ਸੋਚਣ ਤੋਂ ਹੀ ਸ਼ੁਰੂ ਹੁੰਦੀ ਹੈ। ਉਹ ਇੰਨਾ ਇਸ ਤਰ੍ਹਾਂ ਓਵਰਨਾਈਟ ਹੋ ਨਹੀਂ ਜਾਂਦਾ, ਪਰ ਉਹਦੀ ਸ਼ੁਰੂਆਤ ਜਿਹੜੀ ਆ ਉਹ ਇਸੇ ਤਰ੍ਹਾਂ ਧਾਰਾ ਦੇ ਵਿਰੁੱਧ ਸੋਚਦਿਆਂ ਹੀ ਹੁੰਦੀ ਹੈ। ਔਰ ਇਸ ਤਰ੍ਹਾਂ ਜਦੋਂ ਅਸੀਂ ਸੋਚਣਾ ਸ਼ੁਰੂ ਕਰਦੇ ਹਾਂ ਤਾਂ ਸਾਡੀ ਮਨੁੱਖਤਾ ਦੇ ਘੇਰੇ ਵਿੱਚ, ਸਾਡੀ ਇਨਸਾਨੀਅਤ ਦੇ ਘੇਰੇ ਵਿੱਚ ਬਹੁਤ ਸਾਰੇ ਲੋਕ ਆ ਸਕਦੇ ਨੇ
ਤੇ ਅਸੀਂ ਵਾਕਈ ਇਸ ਦੁਨੀਆ ਦਾ ਭਰਿਆਪਨ ਜਿਹੜਾ ਅਸਲੀ ਇਹਦਾ ਭਰਿਆਪਨ ਆ, ਅਸੀਂ ਫਿਰ ਕੋਈ ਚੀਜ਼ ਸਾਨੂੰ ਰੋਕਦੀ ਨਹੀਂ। ਇਹ ਜਿਹੜੀਆਂ ਇਹ ਸਾਨੂੰ ਜ਼ਰੂਰ ਰੋਕਣ ਵਾਸਤੇ ਮਜਬੂਰ ਕਰਦੀਆਂ ਹੈ। ਤੇ ਇਨਸਾਨ ਦੀ ਜ਼ਿੰਦਗੀ ਪੋਸਟਰਿੰਗ ਨਹੀਂ ਹੋਣੀ ਚਾਹੀਦੀ, ਮੈਂ ਇਹ ਸਮਝਦੀ ਹਾਂ। ਅਸੀਂ ਜਿੰਨਾ ਇਸ ਪੋਸਟਰਿੰਗ ਤੋਂ ਮੁਕਤ ਹੋਵਾਂਗੇ, ਓਨਾ ਹੀ ਅਸੀਂ ਇਸ ਪ੍ਰਕਿਰਤੀ ਨੂੰ ਤੇ ਇਸ ਦੇ ਲੋਕਾਂ ਨੂੰ ਅਸੀਂ ਬਿਹਤਰ ਸਮਝ ਸਕਦੇ ਹਾਂ। ਤੇ ਸਾਡਾ ਜਿਹੜਾ ਰਹਿਣਾ, ਸਾਡਾ ਕਿਸੇ ਜਗ੍ਹਾ ਤੇ ਰਹਿਣਾ, ਉਹ ਕਿਸੇ ਦੂਸਰੇ ਇਨਸਾਨ ਵਾਸਤੇ ਡਰ, ਖੌਫ ਦਾ ਆਤੰਕ ਨਹੀਂ ਹੋਣਾ ਚਾਹੀਦਾ। ਤੇ ਜੇ ਕੋਈ ਜਿਹੜਾ ਦੇਖੋ, ਕੋਈ ਮੈਂ ਇਹ ਸੋਚਦੀ ਹਾਂ ਕਿ ਰਿਲੀਜਨ ਦਾ ਇੱਕ ਰੋਲ ਹੋ ਸਕਦਾ। ਮੈਂ ਰਿਲੀਜਨ ਨੂੰ ਇਸ ਤਰ੍ਹਾਂ ਅੰਡਰਮਾਈਨ ਨਹੀਂ ਕਰਦੀ, ਇਸ ਸੈਂਸ ਵਿੱਚ ਨਹੀਂ ਕਰਦੀ, ਕਿਉਂਕਿ ਸ਼ੁਰੂ ਦੇ ਵਿੱਚ ਜਦੋਂ ਅਸੀਂ ਪੂਰੀ ਦੁਨੀਆ ਦੇ ਇਤਿਹਾਸ ਦੀ ਇੱਕ ਆਊਟਲਾਈਨ ਪੜ੍ਹਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸਾਰੀ ਤਰ੍ਹਾਂ ਦੀ ਹਿਊਮਨ ਕ੍ਰੀਏਟੀਵਿਟੀ ਜਿਹੜੀ ਸੀ ਉਹ ਇਸੇ ਤਰ੍ਹਾਂ ਦੀ ਪ੍ਰੀ ਆਕੂਪੇਸ਼ਨ ਤੋਂ ਨਿਕਲੀ ਹੈ। ਚਾਹੇ ਉਹ ਆਰਕੀਟੈਕਚਰ ਆ, ਚਾਹੇ ਉਹ ਲਿਟਰੇਚਰ ਆ, ਚਾਹੇ ਉਹ ਮਿਊਜ਼ਿਕ ਆ। ਸੋ ਉਹ ਸਾਰੇ ਇਸ ਤਰ੍ਹਾਂ ਦੀ ਜਿਹੜੀ ਐਫੀਲੀਏਸ਼ਨ ਤੋਂ, ਇਸ ਤਰ੍ਹਾਂ ਦੀ ਪ੍ਰੀ ਆਕੂਪੇਸ਼ਨ ਤੋਂ ਨਿਕਲੇ, ਔਰ ਉਹਦੇ ਵਿੱਚ ਕੁਝ ਬਹੁਤ ਖੂਬਸੂਰਤ ਚੀਜ਼ਾਂ ਵੀ ਨਿਕਲੀਆਂ ਨੇ। ਪਰ ਨਾਲ ਦੀ ਨਾਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਹਨਾਂ ਦੀਆਂ ਧਾਰਮਿਕ ਹੋਣ ਦੀਆਂ ਜਾਂ ਆਪਣੀ ਸਿਰਫ ਧਾਰਮਿਕ ਆਇਡੈਂਟੀਟੀ ਨੂੰ ਅਸਰਟ ਕਰਨ ਦੀਆਂ ਜਾਂ ਸਿਰਫ ਜਾਤ ਦੇ ਆਧਾਰ ਤੇ ਜਿਉਣ ਦੀਆਂ ਬਹੁਤ ਜ਼ਿਆਦਾ ਲਿਮਿਟੇਸ਼ਨਸ ਵੀ ਹੁੰਦੀਆਂ ਆ। ਮੈਂ ਸੋਚਦੀ ਹਾਂ, ਮੈਂ ਉਸ ਤਰ੍ਹਾਂ ਦੀ ਦੁਨੀਆ ਦੀ, ਇਸ ਤਰ੍ਹਾਂ ਦੇ ਪੰਜਾਬ ਦੀ ਕਲਪਨਾ ਕਰਦੀ ਹਾਂ ਜਿੱਥੇ ਇਹੋ ਜਿਹੀਆਂ ਗੱਲਾਂ ਕੋਈ ਨਾ ਕਰੇ ਕਿ ਇੱਥੇ ਕੋਈ ਫਲਾਣਾ ਮੁੱਖ ਮੰਤਰੀ ਨਹੀਂ ਬਣ ਸਕਦਾ, ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਇਹ ਨਹੀਂ ਹੋ ਸਕਦਾ, ਪੰਜਾਬ ਦੇ ਗਾਣਿਆਂ ਦੇ ਵਿੱਚ ਕੀ ਹੋਏਗਾ, ਪੰਜਾਬ ਦੇ ਵਿੱਚ ਹਰ ਤਰ੍ਹਾਂ ਨਾਲ ਜਿਹੜੀ ਉਹ ਜਿਹੜੀ ਉਸ ਤਰ੍ਹਾਂ ਦੀ ਇਨਕਲੂਸਿਵਨੈਸ ਆ, ਉਹਨੂੰ ਅਸੀਂ ਮਹਿਸੂਸ ਕਰ ਸਕੀਏ। ਔਰ ਮੈਂ ਇਹ ਨਹੀਂ ਕਿ ਇਹ ਸਿਰਫ ਮੇਰਾ ਐਕਸਪੀਰੀਅੰਸ ਹੈ। ਮੈਂ ਜਦੋਂ ਮੈਂ ਕਿਸੇ ਦੀ ਗੱਲ ਸੁਣਦੀ ਹਾਂ, ਜਿਵੇਂ ਮੈਂ ਕਹਿ ਲਓ ਕਿ ਪ੍ਰੋਫੈਸਰ ਕਪਿਲ ਕਪੂਰ ਪੰਜਾਬ ਦਰਸ਼ਨ ਦੇ ਵਿੱਚ ਕਹਿ ਹੀ ਰਹੇ ਸੀ ਕਿ ਵੀ ਜਿਹੜੇ ਭਾਰਤੀ ਜਿਹੜਾ ਦਰਸ਼ਨ ਆ ਉਹ ਵਾਚਨ ਦੀ ਪਰੰਪਰਾ ਵਾਲਾ ਆ, ਉਹ ਓਰਲ ਆ। ਇੱਥੇ ਲਿਖਣ ਦੀ, ਈਵਨ ਉਹ ਕਹਿ ਰਹੇ ਸੀ ਕਿ ਵੇਦ ਵਗੈਰਾ ਵੀ ਕੋਈ ਲਿਖਣ ਦੀ ਕੋਈ ਪੜ੍ਹਨ ਦੀ ਚੀਜ਼ ਨਹੀਂ, ਉਹ ਸ਼ਰਵਣ ਦੀ ਚੀਜ਼ ਨੇ। ਮੈਂ ਵੀ ਅਕਸਰ ਦੇਖਿਆ ਕਿ ਮੈਨੂੰ ਜਿਹੜੇ ਬਿਲਕੁਲ ਇਨਸਾਈਟਸ ਇਸ ਤਰ੍ਹਾਂ ਹੁੰਦੇ ਨੇ, ਮੈਂ ਆਪਣੇ ਅੰਦਰ ਦੇ ਲਿਸਨਰ ਨੂੰ ਅਟੈਂਟਿਵ ਰੱਖਣ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਤੇ ਮੇਰੀ ਇੱਕ ਫਰੈਂਡ ਸੀ, ਉਹ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਉਹ ਕਿਸੇ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਉੱਥੇ ਕੁਝ ਸਮਾਂ ਰਹਿ ਕੇ ਆਈ, 3-4 ਹਫ਼ਤੇ, ਤੇ ਉਹ ਪੰਜਾਬੀ ਨਹੀਂ ਸੀ। ਤੇ ਮੈਂ ਉਹਨੂੰ ਕਿਹਾ ਕਿ ਤੈਨੂੰ ਕਿਵੇਂ ਲੱਗਾ ਉੱਥੇ ਰਹਿਣਾ। ਉਸ ਤੋਂ ਪਹਿਲਾਂ ਮੇਰੀ ਉਹਦੇ ਬਾਰੇ ਕੋਈ ਗੱਲ ਨਹੀਂ ਹੋਈ ਸੀ। ਤਾਂ ਉਹਨੇ ਮੈਨੂੰ ਕਿਹਾ ਕਿ ਮੈਂ ਉੱਥੇ ਮਤਲਬ ਉਹ ਮਾਲਵੇ ਸਾਈਡ ਤੇ ਮੈਂ ਕਿਸੇ ਪਿੰਡ ਵਿੱਚ ਰਹੀ। ਕਹਿੰਦੀ ਮੈਂ ਦੇਖਿਆ ਕਿ ਬਹੁਤ ਹੀ ਹੋਮੋਜਨਾਈਜ਼ਡ ਕਿਸਮ ਦੀ ਲਿਵਿੰਗ ਆ, ਇੱਕੋ ਹੀ ਤਰ੍ਹਾਂ ਦੇ ਉੱਥੇ ਲੋਕ ਰਹਿੰਦੇ ਨੇ ਤੇ ਵੀ ਸਾਰਿਆਂ ਦਾ ਉਹ ਇੱਕੋ ਹੀ ਤਰ੍ਹਾਂ ਦਾ। ਕਹਿੰਦੀ ਮੈਨੂੰ ਲੱਗਦਾ ਸੀ ਕਿ ਸਾਰਿਆਂ ਦੀ ਜਿਵੇਂ ਰਿਲੀਜੀਅਸ ਵੀ ਇੱਕੋ ਜਿਹੀ ਆ, ਪੂਰੀਆਂ ਸਾਰਾ ਕੁਝ ਜਿਵੇਂ ਇੱਕੋ ਜਿਹਾ ਆ। ਤੇ ਮੈਨੂੰ ਮੈਂ ਪਰਸਪੈਕਟਿਵ ਸੀ, ਉਹਦਾ ਆਪਣਾ ਇੱਕ ਲਿਵਡ ਐਕਸਪੀਰੀਅੰਸ ਸੀ। ਸ਼ੀ ਇਜ਼ ਵੈਰੀ ਅਲਰਟ ਟੂ ਦਿਸ ਥਿੰਗਸ। ਤੇ ਮੈਨੂੰ ਲੱਗਾ ਕਿ ਇਹ ਮੈਂ ਅਕਸਰ ਦੇਖਦੀ ਹਾਂ ਕਿ ਜਿਹੜੇ ਆਮ ਪੰਜਾਬੀ ਸਾਡੇ ਲੋਕ ਨੇ ਨਾ, ਉਹ ਕਾਫੀ ਕਲੋਜ਼ਡ ਲੋਕ ਨੇ। ਉਹ ਜਿਵੇਂ ਨਾ ਆਪਣੀ ਇਸ ਆਈਡੈਂਟਿਟੀ ਨੂੰ ਜੱਫਾ ਪਾ ਕੇ ਬੈਠੇ ਰਹਿੰਦੇ। ਉਹ ਜਿਹੜਾ ਬੰਦਾ ਮੈਂ ਦੇਖਿਆ ਇੱਥੋਂ ਪੰਜਾਬ ਚ ਉੱਠ ਕੇ ਸਿੱਧਾ ਕੈਨੇਡਾ ਹੀ ਜਾਣ ਨੂੰ ਕਰਦਾ, ਉਹਦੇ ਵਾਸਤੇ ਉਹਦੇ ਵਿੱਚ ਵੀ ਦੁਨੀਆ ਸ਼ਾਇਦ ਬਹੁਤ ਘੱਟ ਐਗਜ਼ਿਸਟ ਕਰਦੀ ਹੈ। ਮੈਂ ਨਹੀਂ ਦੇਖਿਆ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ, ਰਾਜਸਥਾਨ ਤੇ ਚਲੋ ਫਿਰ ਵੀ ਨੇਬਰਿੰਗ ਆ, ਹੋਰ ਜਿਹੜੇ ਦੂਸਰਾ ਇਸ ਦੇਸ਼ ਦੇ ਜਿਹੜੇ ਬਾਕੀ ਹਿੱਸੇ ਆ ਉਹਦੇ ਨਾਲ ਵੀ ਉਹ ਕਨੈਕਟ ਕਰਦੇ ਹੋਣ। ਸੋ ਮੈਂ ਨਹੀਂ, ਮੇਰਾ ਆਪਣਾ ਐਕਸਪੀਰੀਅੰਸ ਆ, ਇੱਕ ਆਮ ਪੰਜਾਬੀ ਬੰਦਾ ਕਾਫੀ ਕਲੋਜ਼ਡ ਬੰਦਾ ਹੈ, ਉਹਦੇ
ਖਾਣ ਪਾਣ, ਰਹਿਣ ਸਹਿਣ, ਵਿਚਾਰ ਤੇ ਉਹਦੀਆਂ ਪ੍ਰਾਇਰਿਟੀਜ਼, ਉਹ ਕਾਫੀ ਮੈਂ ਇਹ ਮਹਿਸੂਸ ਕੀਤਾ ਕਿ ਉਹ ਬਹੁਤ ਜ਼ਿਆਦਾ, ਉਹਨੂੰ ਤੁਸੀਂ ਖੁੱਲਿਆ ਹੋਇਆ ਮਨੁੱਖ ਨਹੀਂ ਕਹਿ ਸਕਦੇ, ਕਿਉਂਕਿ ਮੈਂ ਨਹੀਂ ਸਮਝਦੀ ਕਿ ਪੰਜਾਬੀ ਬੰਦਾ ਇੱਥੋਂ ਜਾ ਕੇ ਸਿੱਧਾ ਬਸ ਇੰਗਲਿਸ਼ ਕਰੇ। ਹੋਰ ਅਸੀਂ ਸ਼ਾਇਦ ਇਸ ਦੇਸ਼ ਵਿੱਚ ਰਹਿੰਦਿਆਂ ਹੋਇਆ ਵੀ ਅਸੀਂ ਕਾਫੀ ਇੱਕ ਖਾਸ ਤਰ੍ਹਾਂ ਦੀ ਬਾਉਂਡਰੀਜ਼ ਮੇਨਟੇਨ ਕੀਤੀਆਂ ਹੋਈਆਂ ਸਾਡੇ ਵਾਸਤੇ। ਮਤਲਬ ਉਹ ਜਿਸ ਤਰ੍ਹਾਂ ਦੀ ਓਪਨਨੈਸ, ਜਿਹੜੀ ਉਹ ਓਪਨਨੈਸ ਆਊਗੀ ਤੇ ਸ਼ਾਇਦ ਅਸੀਂ ਜ਼ਿਆਦਾ, ਸ਼ਾਇਦ ਫਿਰ ਸਾਡੀ ਜਿਹੜੀ ਹੈ ਇਸ ਆਇਡੈਂਟੀਟੀ ਨੂੰ ਲੈ ਕੇ, ਮੈਂ ਆਪਣੀ ਗੱਲ ਦੱਸ ਸਕਦੀ ਹਾਂ ਕਿ ਮੇਰੇ ਵਿੱਚ ਇਸ ਆਇਡੈਂਟੀਟੀ ਨੂੰ ਲੈ ਕੇ ਜਿਹੜੀ ਇੰਨੀ ਕੁਝ ਸੀ ਉਹ ਇਸੇ ਤਰ੍ਹਾਂ ਖਤਮ ਦਾ, ਅੱਗੇ ਵਧੀ, ਘੁੰਮੀ ਫਿਰੀ, ਪੜ੍ਹੀ ਲਿਖੀ, ਹੋਰ ਦੇਸ਼ ਦੇ ਹੋਰ ਸਟੇਟਸ ਦੇ ਲੋਕੀ ਮੇਰੇ ਦੋਸਤ ਬਣੇ, ਹੋਰ ਲੈਂਗੁਏਜਸ ਦੇ ਲੋਕ ਮੇਰੇ ਦੋਸਤ ਬਣੇ, ਤੇ ਮੈਂ ਹਰ ਜਿਹੜੀ ਚੀਜ਼ ਮੈਨੂੰ ਚੰਗੀ ਲੱਗੀ ਮੈਂ ਆਪਣੀ ਲਾਈਫ ਚ ਨੂੰ ਐਬਜ਼ੌਰਬ ਕਰਨ ਦੀ ਕੋਸ਼ਿਸ਼ ਕੀਤੀ, ਤੇ ਉਹ ਇਸ ਤਰ੍ਹਾਂ ਖੁੱਲਦਾ ਗਿਆ, ਉਹ ਐਕਸਪੈਂਡ ਹੁੰਦਾ ਗਿਆ, ਤੇ ਮੈਨੂੰ ਲੱਗਦਾ ਕਿ ਉਹ ਐਕਸਪੈਂਸ਼ਨ, ਉਹ ਫਲੂਇਡਿਟੀ, ਉਹ ਸਭ ਕੁਝ ਜਿਹੜਾ ਉਹਨੇ ਮੈਨੂੰ ਇੱਕ ਇਨਸਾਨ ਦੇ ਤੌਰ ਤੇ ਖੋਲਿਆ ਹੈ, ਉਹਨੇ ਮੈਨੂੰ ਇਹ ਦੇਖਣਾ ਸਿਖਾਇਆ ਕਿ ਮੈਂ ਆਪਣੇ ਆਪ ਨੂੰ ਸਿਰਫ ਇਹਨਾਂ ਆਇਡੈਂਟੀਟੀਜ਼ ਦੇ ਵਿੱਚ ਨਹੀਂ ਬੰਨਣਾ, ਔਰ ਮੈਂ ਹਰ ਤਰ੍ਹਾਂ ਦੀ ਹੈਜੀਮਨੀ ਨੂੰ ਕ੍ਰਿਟੀਕ ਕਰਨਾ। ਬਹੁਤ ਤਰ੍ਹਾਂ ਦੀਆਂ ਇੱਦਾਂ ਦੀਆਂ ਹੈਜੀਮਨੀਜ਼ ਹੈ ਜਿਹਦੇ ਵਿੱਚ ਮੈਂ ਇੱਕ ਓਪਰੈਸਰ ਦੀ ਸਥਿਤੀ ਵਿੱਚ ਹਾਂ। ਜੇ ਅਸੀਂ ਅਪਰ ਕਾਸਟ ਹਾਂ ਤੇ ਤੁਹਾਨੂੰ ਫਿਰ ਵੀ ਆਪਣੀ ਪਛਾਣ ਕਰਨੀ ਆਉਣੀ ਚਾਹੀਦੀ ਹੈ ਕਿ ਇੱਥੇ ਮੈਂ ਓਪਰੈਸਰ ਹਾਂ, ਮੇਰਾ ਜੈਂਡਰ ਕੀ ਆ, ਜੈਂਡਰ ਦੇ ਤੌਰ ਤੇ ਮੈਂ ਓਪਰੈਸਡ ਹਾਂ ਇਸ ਸਟੇਟ ਦੇ ਵਿੱਚ ਮੇਰੀ। ਇਹ ਅਸੀਂ ਮਤਲਬ ਸਿਰਫ ਪਾਠ ਦੀ ਰਟੰਤ ਕਰਕੇ ਹੀ ਇਸ ਦੁਨੀਆ ਦੇ ਵਿੱਚ ਇੱਕ ਬਿਹਤਰ ਸੋਸ਼ਲ ਲਾਈਫ, ਕਲਚਰਲ ਲਾਈਫ ਨਹੀਂ ਜੀ ਸਕਦੇ। ਇਹ ਅਸੀਂ ਇਹ ਕਿਹਾ ਜ਼ਰੂਰ ਗਿਆ, ਇਹ ਸਿਰਫ ਸਾਡੇ ਨਿਰਵਾਣ ਦਾ ਸਿਰਫ ਇਹੀ ਮਾਰਗ ਨਹੀਂ ਹੋ ਸਕਦਾ, ਬਲਕਿ ਮੇਰਾ ਤਾਂ ਜੀ ਕਰਦਾ ਮੈਂ ਇਹ ਕਹਾਂ ਕਿ ਇੱਕ ਵਧੀਆ ਆਥੈਂਟਿਕ ਸੋਸ਼ਲ ਲਾਈਫ is like everything। ਕਿਉਂਕਿ ਜਦੋਂ ਅਸੀਂ ਸਮਾਜ ਨੂੰ ਚੰਗਾ ਬਣਾਉਂਦੇ ਹਾਂ, ਜਦੋਂ ਅਸੀਂ ਸਮਾਜ ਦੇ ਵਿੱਚ ਆਪਣੇ ਖੁੱਲੇਪਨ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਹਾਂ, ਤੇ ਉਦੋਂ ਸਾਡਾ ਇਸ ਦੁਨੀਆ ਦੇ ਨਾਲ ਜੋ ਕਨੈਕਸ਼ਨ ਆ ਉਹ ਬਹੁਤ ਗਹਿਰਾ ਬਣ ਜਾਂਦਾ। ਫਿਰ ਸਾਨੂੰ ਦੂਸਰੇ ਲੋਕ ਦੀ, ਪਰਲੋਕ ਦੀ, ਤੇ ਕਿਸੇ ਤਰ੍ਹਾਂ ਦੇ, ਜਿਹਨੂੰ ਕਹਿੰਦੇ ਆ ਕਿਸੇ ਤਰ੍ਹਾਂ ਦੇ ਸਵਰਗ, ਨਰਕ, ਸੱਚਖੰਡ ਦੀ ਕੋਈ ਸਾਨੂੰ ਚਾਹ ਨਹੀਂ ਰਹਿੰਦੀ, ਕਿਉਂਕਿ ਫਿਰ ਜਦੋਂ ਅਸੀਂ ਇਸ ਤਰ੍ਹਾਂ ਨਾਲ ਇੱਕ ਖੁੱਲੇ ਮਨੁੱਖ ਦੀ ਤਰ੍ਹਾਂ ਜਿਉਂਦੇ ਆ ਤਾਂ ਸਾਨੂੰ ਲੱਗਦਾ ਹੈ ਕਿ ਉਹ ਸਭ ਕੁਝ। ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹਨੂੰ ਗਾਇਬ ਕਿਵੇਂ ਕੀਤਾ ਗਿਆ ਹੋਏਗਾ ਹਿਸਟੋਰੀਕਲੀ। ਇਹਨੂੰ ਗਾਇਬ ਜੋ ਹੈ ਨਹੀਂ ਔਰ ਜੋ ਹੈ ਉਹਦੇ ਵਿੱਚ ਅਸੀਂ ਇਸ ਤਰ੍ਹਾਂ ਕਿਵੇਂ ਆਪਣੀ ਪ੍ਰਾਇੋਰਿਟੀ ਨੂੰ ਮਿਸਪਲੇਸ ਕਰ ਦਿੱਤਾ ਕਿ ਮੇਰੀ ਜਵਾਬਦੇਹੀ ਮੇਰੇ ਨਾਲ ਵਸਦੇ ਮਨੁੱਖ ਦੇ ਪ੍ਰਤੀ ਕਿਤੇ ਜ਼ਿਆਦਾ ਆ। ਜਿਵੇਂ ਕਿ ਮੈਂ ਕਹਿੰਦੀ ਹੁੰਦੀ ਕਿ ਬੰਦੇ ਦਾ ਬੰਦਾ ਦਾਰੂ, ਜੇ ਅਸਲ ਵਿੱਚ ਮੇਰੀ ਜ਼ਿੰਦਗੀ ਦੇ ਦੁੱਖ ਸੁੱਖ ਨੂੰ ਜੇ ਕੋਈ ਦੂਰ ਕਰ ਸਕਦਾ ਤਾਂ ਉਹ ਤੁਸੀਂ ਹੋ ਸਕਦੇ ਆ, ਉਹ ਸਮਾਜ ਹੋ ਸਕਦਾ, ਮੇਰੇ ਨਾਲ ਰਹਿਣ ਵਾਲੇ ਮਨੁੱਖ ਹੋ ਸਕਦੇ ਜੋ ਬਹੁਤ ਹੀ ਪ੍ਰਤੱਖ ਤੇ ਪ੍ਰਮਾਣਿਕ ਕੰਮ ਕਰ ਸਕਦੇ ਆ। ਸੋ ਇਹ ਲੋਕ ਜਿਹੜਾ ਸਮਾਜ, ਜਿਹੜਾ ਇਹਦੀ ਮਤਲਬ ਪਤਾ ਨਹੀਂ ਕਿਉਂ ਸੋਸ਼ਲ ਲਾਈਫ ਨੂੰ ਸਪਿਰਿਚੁਅਲ ਲਾਈਫ ਤੋਂ ਕਿਵੇਂ ਘੱਟ ਮੰਨਿਆ ਗਿਆ, ਕਿਵੇਂ ਅਸੀਂ ਜਿਹੜਾ ਅਧਿਆਤਮਿਕ ਜਿਹੜਾ ਵਰਲਡ ਆ, ਜਿਹੜੀਆਂ ਸਾਡੀਆਂ ਇਨਰ ਸਕੇਪਸ ਨੇ, ਉਹਨੂੰ ਅਸੀਂ ਆਪਣੀ ਆਊਟਰ ਸਕੇਪਸ ਨੂੰ ਤੋਂ ਕਿਵੇਂ ਜ਼ਿਆਦਾ ਮੰਨ ਲਿਆ। ਇਹੀ ਕਾਰਨ ਹੈ ਕਿ ਅਸੀਂ ਦੇਖੋ ਆਪਣੇ ਬਾਹਰ ਦੇ ਵਾਤਾਵਰਨ ਤੱਕ ਨੂੰ ਕਿੰਨਾ ਦੂਸ਼ਣ ਦੇ ਵਾਤਾਵਰਨ ਦੇ ਜਿਹੜੇ ਸੰਕਟ ਆ ਉਹ ਵੀ ਕੋਈ ਇਸ ਤੋਂ ਬਚੇ ਨਹੀਂ ਹੋਏ। ਅਕਸਰ ਉਹਨਾਂ ਦੇ ਬਾਰੇ ਵੀ ਗੱਲ ਕੀਤੀ ਜਾਂਦੀ ਹੈ। ਤੋਂ ਪੰਜਾਬ ਦੇ ਵਿੱਚ ਜੇ ਮੈਂ ਕਹਿਣਾ ਹੋਵੇ ਕਿ ਮੈਂ ਕੀ ਬਦਲੇ, ਕਿ ਪੰਜਾਬ ਦੀ ਆਇਡੈਂਟੀਟੀ ਦੇ ਜਿਹੜੇ ਮਾਰਕਰਸ ਨੇ ਉਹ ਅਸੀਂ ਇਹਨਾਂ ਨੂੰ ਬਦਲੀਏ,
ਔਰ ਇੱਥੇ ਅਸੀਂ ਮਨੁੱਖਤਾ ਦੇ ਹੱਕ ਵਿੱਚ ਭੁਗਤਣ ਦੀ ਕੋਸ਼ਿਸ਼ ਕਰੀਏ, ਨਾ ਕਿ ਕਿਸੇ ਧਰਮ ਜਾਂ ਜਾਤੀ ਦੇ ਹੱਕ ਵਿੱਚ ਅਸੀਂ ਭੁਗਤੀਏ। ਇਸ ਤਰ੍ਹਾਂ ਕਰਨ ਨਾਲ ਹੋ ਸਕਦਾ ਸਾਨੂੰ ਇਕੱਲਤਾ ਦਾ ਸਾਹਮਣਾ ਕਰਨਾ ਪਵੇ, ਹੋ ਸਕਦਾ ਬਹੁਤੇ ਦੋਸਤ ਪਰ ਮੈਨੂੰ ਲੱਗਦਾ ਹੈ ਇੱਕ ਖੁੱਲੇ ਇਨਸਾਨ ਨੂੰ ਕੋਈ ਬਹੁਤ ਜ਼ਿਆਦਾ ਇਸ ਤਰ੍ਹਾਂ ਲੋੜ ਨਹੀਂ ਪੈਂਦੀ ਕਿ ਹਰ ਵੇਲੇ ਉਹਦੀ ਗੱਲ ਦਾ ਕੋਈ ਸਮਰਥਨ ਕਰਦਾ ਰਹੇ। ਜਦੋਂ ਹੁਣ ਇਸ ਤਰ੍ਹਾਂ ਦੀ ਗੱਲ ਨਹੀਂ, ਤੁਹਾਨੂੰ ਲੋਕ ਮਿਲ ਵੀ ਜਾਂਦੇ ਆ, ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਇਹੋ ਜਿਹਾ ਸੋਚਣ ਵਾਲਿਆਂ ਦੀ ਮੈਜੋਰਿਟੀ ਜ਼ਿਆਦਾ ਹੋ ਜਾਵੇ, ਅਸੀਂ ਸੱਚੀ ਮੁੱਚੀ ਇਹਨਾਂ ਆਈਡੈਂਟੀਟੀਜ਼ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਬਾਰੇ ਜ਼ਿਆਦਾ ਸੋਚਣਾ ਸ਼ੁਰੂ ਕਰੀਏ। ਅਸੀਂ ਮਤਲਬ ਇਹ ਸੋਚੀਏ ਕਿ ਪੰਜਾਬ ਦੀ ਲੈਂਡਸਕੇਪ, ਪੰਜਾਬ ਦਾ ਵਾਤਾਵਰਨ ਹੀ, ਪੰਜਾਬ ਦੀ ਜਿਹੜੀ ਕਲਚਰਲ ਓਪਨਨੈਸ ਆ, ਉਹੀ ਇਜ਼ ਰਿਲੀਜਨ, ਤੇ ਉਹੀ ਮੇਰੀ ਪਹਿਚਾਨ ਹੋਵੇ ਇੱਕ ਪੰਜਾਬੀ ਹੋਣ ਦੇ ਨਾਤੇ ਕਿ ਮੈਂ ਇੱਕ ਪੰਜਾਬੀ ਤਰ੍ਹਾਂ ਦੀ ਅਸੁਰੱਖਿਆ, ਕਿਸੇ ਤਰ੍ਹਾਂ ਦੀ ਆਸ਼ੰਕਾ, ਕਿਸੇ ਤਰ੍ਹਾਂ ਦੇ ਅਹਿਤ ਦਾ ਸਬਬ ਤਾਂ ਨਹੀਂ ਆ। ਸੋ ਮੈਂ ਇਸ ਤਰ੍ਹਾਂ ਦੀ ਕਲਪਨਾ ਕਰਦੀ ਹਾਂ ਕਿ ਦੂਸਰੇ ਦੇਸ਼ ਜੋ ਕਰਨ ਪਏ ਜਾਂ ਪੰਜਾਬ ਜਾਂ ਇਸ ਦੇਸ਼ ਵਿੱਚ ਬਾਕੀਆਂ ਸਟੇਟਸ ਵਿੱਚ ਜੋ ਹੋਇਆ ਪਵੇ, if Punjab is really different and if Punjab is really great, ਤਾਂ ਮੈਂ ਇਹੀ ਚਾਹੁੰਦੀ ਹਾਂ ਕਿ ਅਸੀਂ ਇਸ ਤਰ੍ਹਾਂ ਦੀ ਸੋਚ ਨਾਲ ਦੁਬਾਰਾ ਤੋਂ ਸੋਚਣਾ, ਇਸ ਤਰ੍ਹਾਂ ਦੀ ਚੇਤਨਾ ਦਾ ਵਿਕਾਸ ਕਰਨਾ ਸ਼ੁਰੂ ਕਰੀਏ, ਇਸ ਤਰ੍ਹਾਂ ਦੀ ਚੇਤਨਾ ਵਰਤੀਏ ਕਿ ਜਿਹੜੀ ਸਾਡੀ ਅਸਲੀ ਪਹਿਚਾਨ ਜੋ ਹੈ ਉਹ ਸਾਡਾ ਹੋਮਲੈਂਡ, ਸਾਡੀ ਜਿਹੜੀ ਉਹ ਹੈ, ਉਹ ਅਸੀਂ ਉਹਨੂੰ ਰੀਇਨਸਟੇਟ ਕਰ ਸਕੀਏ। ਹਾਂਜੀ ਅਵਤਾਰ ਜੀ, ਤੁਸੀਂ ਕਿਹਾ ਹੀ ਸੀਗਾ ਕਿ ਸਮੇਂ ਦੀ ਕੋਈ ਸੀਮਾ ਨਹੀਂ, ਤੇ ਹੋ ਸਕਦਾ ਮੈਂ ਉਸ ਗੱਲ ਨੂੰ ਜ਼ਿਆਦਾ ਹੀ ਓਵਰ ਸਟੈਪ ਵੀ ਕਰ ਦਿੱਤਾ। ਚਲੋ, ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੀ ਗੱਲ ਨੂੰ ਹੁਣ ਇੱਥੇ ਰੁਕਣਾ ਚਾਹੀਦਾ ਹੈ। ਮੋਨਿਕਾ ਜੀ, ਮੈਂ ਤਾਂ ਆਇਆ ਵੀ ਤੁਹਾਨੂੰ ਇਹ ਨਾ ਲੱਗੇ ਵੀ ਅਸੀਂ ਕਿਤੇ ਸੌਂ ਹੀ ਗਏ। ਮੈਂ ਤਾਂ ਇਹ ਦੱਸਣ ਲਈ ਆਇਆ ਵੀ ਤੁਹਾਨੂੰ ਸੁਣ ਰਹੇ ਹਾਂ। ਹਾਂਜੀ, ਤੁਸੀਂ ਆਪਣੀ ਗੱਲ ਜਾਰੀ ਰੱਖੋ। ਇਹ ਗੱਲ ਵੈਸੇ ਪਹੁੰਚ ਹੀ ਲਗਭਗ ਮੇਰੀ ਗੱਲ ਦਾ ਸਮਾਪਨ ਹੀ ਹੈ। ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਪੰਜਾਬ ਜਿਹੜਾ ਆ, ਅਸੀਂ ਠੀਕ ਆ, ਪੰਜਾਬ ਦੇ ਵਿੱਚ ਇੱਕ ਕਮਿਊਨਿਟੀ ਨੇ ਬਹੁਤ, ਭਾਵੇਂ ਜਿੰਨੀ ਮਰਜ਼ੀ ਸਟੇਟ ਹਿੰਸਾ ਸਹੀ ਹੋਵੇ, ਜ਼ਿਆਦਤੀਆਂ ਸਹੀਆਂ ਹੋਵੇ, ਪਰ ਅਸੀਂ ਉਹਨਾਂ ਲੋਕਾਂ ਵਰਗੇ ਨਹੀਂ ਬਣਨਾ ਜਿਹੜੇ ਲੋਕ ਐਕਚੁਅਲੀ ਸਾਨੂੰ ਪਸੰਦ ਨਹੀਂ ਆ। ਐਂਡ ਆਈ ਫਰਮਲੀ ਬਿਲੀਵ ਕਿ ਅਸੀਂ ਏਦਾਂ ਕਰ ਸਕਦੇ ਹੁੰਦੇ ਆ। ਏਦਾਂ ਕਰਨ ਨਾਲ ਕੁਛ ਘਟਦਾ ਨਹੀਂ ਆ, ਕੁਛ ਨਹੀਂ ਥੁੜਦਾ। ਮਤਲਬ ਕਿ ਅਸੀਂ ਇਸ ਦੁਨੀਆ 'ਚ ਵਾਕਈ ਜੇ ਨਿਰਭਉ ਤੇ ਨਿਰਵੈਰ ਦੀ ਜਿਹੜੀ ਚੇਤਨਾ 'ਚ ਵਿਸ਼ਵਾਸ ਰੱਖਦੇ ਆ, ਤੇ ਨਿਰਭਉ ਤੇ ਨਿਰਵੈਰ ਹੋਣ ਦੀ ਰਾਹ ਮੈਨੂੰ ਤਾਂ ਇਹੀ ਸਮਝ ਆਈ ਆ ਕਿ ਅਸੀਂ ਇਹਨਾਂ ਆਈਡੈਂਟੀਟੀਜ਼ ਤੋਂ ਮੁਕਤ ਹੋ ਕੇ ਇੱਕ ਇਸ ਤੋਂ ਜਿਹੜਾ ਵਿਸ਼ਾਲ ਪੰਜਾਬੀ ਆਈਡੈਂਟੀਟੀ ਦੀ ਕਲਪਨਾ ਕਰ ਸਕੀਏ। ਪੂਰੀ ਮਤਲਬ ਕਹਿ ਲਓ ਪੰਜਾਬ ਦੀ ਪੂਰੀ ਇਮੈਜੀਨੇਸ਼ਨ ਨੂੰ ਮੈਂ ਬਦਲਦਿਆਂ ਹੋਇਆ ਦੇਖਣਾ ਚਾਹੁੰਦੀ ਹਾਂ। ਤੇ ਇੱਕ ਚੀਜ਼ ਮੈਂ ਹੋਰ ਮੈਂਸ਼ਨ ਕਰਨਾ ਚਾਹੁੰਦੀ ਹਾਂ, ਕਿਉਂਕਿ ਸਾਨੂੰ ਪਤਾ ਨਹੀਂ ਚੱਲਦਾ ਜਦੋਂ ਅਸੀਂ ਖਾਸ ਤਰ੍ਹਾਂ ਦੇ ਰਾਜਨੀਤਿਕ ਦਬਾਅ ਵਿੱਚ ਕੰਮ ਕਰਦੇ ਹਾਂ, ਸਾਨੂੰ ਪਤਾ ਨਹੀਂ ਚੱਲਦਾ ਕਿ ਅਸੀਂ ਉਹਨਾਂ ਦਾ ਹੀ ਅਨੁਸਰਨ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਐਕਚੁਅਲੀ ਪਸੰਦ ਨਹੀਂ ਕਰਦੇ। ਮੈਂ ਦੇਖਿਆ ਕਿ ਪੰਜਾਬ ਦੇ ਵਿੱਚ ਵੀ ਬੜੇ ਵਿਦਵਾਨ ਪੰਜਾਬ ਦਰਸ਼ਨ ਤੇ ਵੀ ਮੈਂ ਸੁਣੇ ਬਈ ਉਹ ਲੋਕ ਜਦੋਂ ਪੰਜਾਬ ਦੇ ਇਤਿਹਾਸ ਦੀ ਗੱਲ ਕਰਦੇ ਆ ਤੇ ਉਹ 1469 ਤੋਂ ਸ਼ੁਰੂ ਕਰਦੇ ਆ। ਉਹ ਸਿੱਖੀ ਦੇ ਉਦਗਮ ਤੋਂ ਪੰਜਾਬ ਦੀ ਸ਼ੁਰੂਆਤ ਕਰਦੇ ਆ। ਮੈਂ ਇਹ ਗੱਲ ਪੁੱਛਣਾ ਚਾਹੁੰਦੀ ਹਾਂ ਕਿ ਕੀ ਇਹ ਬਿਲਕੁਲ ਉਹੋ ਜਿਹੀ ਰਿਡਕਸ਼ਨਿਜ਼ਮ ਨਹੀਂ ਆ ਜੋ ਕਿ ਦੇਸ਼ ਦੇ ਵਿੱਚ ਦੂਸਰੀ ਤਰ੍ਹਾਂ ਦੇ ਲੋਕ ਕਰਦੇ ਆ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਮਤਲਬ ਉਹ ਪੂਰੀ ਸਿੰਧੂ ਘਾਟੀ ਸੱਭਿਅਤਾ ਨੂੰ ਹਿੰਦੂ ਸੱਭਿਅਤਾ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦੇ ਆ। ਪੰਜਾਬ ਦਾ ਇਤਿਹਾਸ 1469 ਤੋਂ ਨਹੀਂ ਸ਼ੁਰੂ ਹੁੰਦਾ। ਪੰਜਾਬ ਬਹੁਤ ਪੁਰਾਣੀ ਸਟੇਟ ਆ। 1469 ਵਿੱਚ ਬਾਬੇ ਨਾਨਕ ਦਾ ਜਨਮ ਹੋਇਆ ਸੀ। ਇਹ ਕੋਈ ਛੋਟੀ, ਮੈਨੂੰ ਕੋਈ ਛੁਟਿਆ ਨਹੀਂ ਰਹੀ, ਮੈਨੂੰ ਕੋਈ ਉਹਨਾਂ ਦੇ ਜਨਮ ਨੂੰ ਕੋਈ ਛੋਟਾ ਨਹੀਂ ਕਰ ਰਹੀ, ਪਰ ਮੈਂ ਉਹਨਾਂ ਨੂੰ ਉਸ ਇਤਿਹਾਸ ਦੀ ਨਿਰੰਤਰਤਾ ਦੇ ਵਿੱਚ ਜ਼ਰੂਰੀ ਪੜਾਵ ਦੀ ਤਰ੍ਹਾਂ ਦੇਖਣਾ ਪਸੰਦ ਕਰਦੀ ਹਾਂ, ਨਾ ਕਿ ਮੈਂ ਪੰਜਾਬ ਦੇ ਇਤਿਹਾਸ ਨੂੰ ਇਸ ਤਾਰੀਖ ਤੱਕ
ਇਹਨੂੰ ਮੈਂ ਲਿਮਿਟ ਨਹੀਂ ਕਰਨਾ ਚਾਹੁੰਦੀ। ਸੋ ਇਹ ਬਿਲਕੁਲ ਉਹੋ ਜਿਹੀਆਂ ਗਲਤੀਆਂ ਨੇ ਜਿਹੜੀਆਂ ਗਲਤੀਆਂ ਸਾਨੂੰ ਦੂਸਰੀਆਂ ਕਮਿਊਨਿਟੀਜ਼ ਦੀਆਂ ਚੰਗੀਆਂ ਨਹੀਂ ਲੱਗਦੀਆਂ। ਦੂਸਰਿਆਂ ਤੇ ਮੇਰਾ ਸ਼ਾਇਦ ਕੋਈ ਹੱਕ ਨਹੀਂ, ਪਰ ਮੈਂ ਜਿੱਥੇ ਪੈਦਾ ਹੋਈ ਹਾਂ, ਜਿੱਥੇ ਮੇਰਾ ਵਾਹ ਪੈਂਦਾ ਆ, ਜਿੱਥੋਂ ਦੇ ਲੋਕਾਂ ਦੇ ਬੋਲਣ ਸੁਣਨ ਕਹਿਣ ਦਾ ਮੇਰੇ ਤੇ ਅਸਰ ਹੁੰਦਾ, ਉੱਥੇ ਤਾਂ ਘੱਟੋ ਘੱਟ ਮੈਂ ਕਹਿ ਹੀ ਸਕਦੀ ਹਾਂ। ਸੋ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਹਿਸਟਰੀ ਨੂੰ ਇਰੇਜ਼ ਨਹੀਂ ਕਰ ਸਕਦੇ। ਪੰਜਾਬ ਦੇ ਵਿੱਚ ਈਵਨ ਸਿੱਖ ਧਰਮ ਦੇ ਆਉਣ ਤੋਂ ਪਹਿਲਾਂ ਵੀ ਪੰਜਾਬ ਸੀ। ਪੰਜਾਬ ਨੇ ਸਿੱਖੀ ਨੂੰ ਕੰਟੇਨ ਕੀਤਾ ਹੈ, ਉਹਨੂੰ ਐਨਰਿਚ ਕੀਤਾ ਹੈ, ਬਟ ਪੰਜਾਬ ਇਜ਼ ਅ ਲੋਟ more than these things। ਸੋ ਮੇਰਾ ਇਹੀ ਕਹਿਣਾ, ਤੇ ਮੈਂ ਉਮੀਦ ਕਰਦੀ ਹਾਂ ਕਿ ਜਿਸ ਤਰ੍ਹਾਂ ਦੀ ਭਾਵਨਾ ਨਾਲ ਮੈਂ ਕਿਹਾ ਹੈ, ਮੇਰੇ ਪੰਜਾਬੀ ਲੋਕ ਉਸੇ ਤਰ੍ਹਾਂ ਦੀ ਭਾਵਨਾ ਨਾਲ ਇਹਨੂੰ ਗ੍ਰਹਿਣ ਵੀ ਕਰਨਗੇ। ਤੇ ਮੈਨੂੰ ਇਸ ਤਰ੍ਹਾਂ ਤੁਸੀਂ ਕੋਈ ਨੇਵ ਨਾ ਸਮਝੋ ਕਿ ਮੈਂ ਸਮਝਦੀ ਨਹੀਂ ਕਿ ਜਿੱਦਾਂ ਦਾ ਸਮਾਂ ਚੱਲ ਰਿਹਾ ਉੱਥੇ ਕਿਸ ਤਰ੍ਹਾਂ ਦੀ ਪੋਲਿਟਿਕਸ ਕਰਨ ਦੀ ਜ਼ਰੂਰਤ ਆ। ਪਰ ਮੈਂ ਫਿਰ ਵੀ ਮੈਂ ਹਮੇਸ਼ਾ ਜਿਹਨੂੰ ਕਹਿੰਦੇ ਇੱਕ ਪੋਇਟਿਕ ਲੀਪ ਵਿੱਚ ਬਿਲੀਵ ਕਰਦੀ ਹਾਂ। ਮੈਂ ਕਵੀ ਦੀ ਕਲਪਨਾ ਵਿੱਚ ਬਿਲੀਵ ਕਰਦੀ ਹਾਂ, ਜਿਹਦੀ ਕਲਪਨਾ ਨੂੰ ਕੋਈ ਰੋਕ ਨਹੀਂ ਹੁੰਦੀ। ਸੋ ਉਹ ਇਸ ਤਰ੍ਹਾਂ ਦੀ ਕਲਪਨਾ ਮੈਂ ਬਾਵਜੂਦ ਇਹਨਾਂ ਕਠਿਨ ਸਮਿਆਂ ਦੇ ਵਿੱਚ, ਇਹਨਾਂ ਸੰਘਰਸ਼ਾਂ ਦੇ ਵਿੱਚ ਇਸੇ ਤਰ੍ਹਾਂ ਦੀ ਕਲਪਨਾ ਕਰਦੀ ਹਾਂ। ਤੇ ਬਸ ਮੈਂ ਇਹੋ ਹੀ ਕਹਿਣਾ ਚਾਹੁੰਦੀ ਸੀ। ਬਾਕੀ ਤੁਸੀਂ ਕੋਈ ਗੱਲ ਕਹਿਣਾ ਚਾਹੋ ਤਾਂ ਫਿਰ ਆਪਾਂ ਹੋਰ ਗੱਲ ਕਰਦੇ ਹਾਂ। ਜੀ, ਪੰਜਾਬ ਦਰਸ਼ਨ ਦੇ ਦੋਸਤੋ, ਸਰੋਤਿਓ ਤੇ ਦਰਸ਼ਕੋ, ਮੈਨੂੰ ਅੱਜ ਯਾਦ ਆ ਰਿਹਾ ਕਿ ਜਦੋਂ ਪੰਜਾਬ ਦਰਸ਼ਨ ਦਾ ਪਹਿਲਾ ਲੈਕਚਰ ਹੋਇਆ ਸੀਗਾ, ਡਾਕਟਰ ਹਰਜੀਤ ਸਿੰਘ ਗਿੱਲ ਹੋਰਾਂ ਨੇ ਆਪਣੇ ਲੈਕਚਰ ਵਿੱਚ ਇੱਕ ਗੱਲ ਕਹੀ ਸੀ, ਖਾਸ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ, ਕਿ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਲੋਕ 5-7 ਮਹੀਨੇ ਆਪਣਾ ਮੂੰਹ ਬੰਦ ਰੱਖਣ ਅਤੇ ਆਪਣੀਆਂ ਮਾਵਾਂ ਭੈਣਾਂ ਦੇ ਕੋਲ ਬਹਿਣ ਅਤੇ ਬੋਲਣਾ ਸਿੱਖਣ। ਡਾਕਟਰ ਹਰਜੀਤ ਗਿੱਲ ਇੱਕ ਬਹੁਤ ਵੱਡੇ ਲਿੰਗੁਇਸਟ ਮੰਨੇ ਜਾਂਦੇ ਆ ਸਾਰੇ ਦੇਸ਼ ਵਿੱਚ, ਅਤੇ ਉਹਨਾਂ ਦਾ ਇਹ ਕਹਿਣਾ ਕੋਈ ਛੋਟੀ ਗੱਲ ਨਹੀਂ ਸੀ। ਅਤੇ ਅਸੀਂ ਆਪਣੇ ਬੋਲਚਾਲ ਦੀ ਭਾਸ਼ਾ ਬਹੁਤ ਖਰਾਬ ਕਰ ਲਈ। ਭਾਸ਼ਾ ਇਸ ਕਰਕੇ ਖਰਾਬ ਹੋ ਗਈ ਕਿਉਂਕਿ ਸਾਡੀ ਮਾਨਸਿਕਤਾ ਜਿਹੜੀ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ। ਅਤੇ ਅੱਜ ਮੇਰਾ ਇਹ ਕਹਿਣ ਨੂੰ ਜੀਅ ਕਰਦਾ ਉਸੇ ਤਰ੍ਹਾਂ ਦੀ ਗੱਲ ਕਿ ਪੰਜਾਬ ਦੇ ਪੜ੍ਹੇ ਲਿਖੇ ਲੋਕ, ਉਹਨਾਂ ਨੂੰ ਬੇਨਤੀ ਆ ਕਿ ਉਹ ਮੋਨਿਕਾ ਕੁਮਾਰ ਜੀ ਤੋਂ ਸੋਚਣਾ ਸਿੱਖਣ। ਸ਼ਾਇਦ ਕਿਸੇ ਨੂੰ ਇਹ ਗੱਲ ਮੇਰੀ ਲੱਗੇ ਵੀ ਮੈਂ ਉਹਨਾਂ ਦੀ ਤਾਰੀਫ ਕਰ ਰਿਹਾ, ਅਤੇ ਮੈਨੂੰ ਖੁਦ ਨੂੰ ਇਹ ਮਹਿਸੂਸ ਹੋ ਰਿਹਾ ਕਿ ਸਾਡੀਆਂ ਜਿਹੜੀਆਂ ਸੋਚਣ ਦੀਆਂ ਲੀਹਾਂ ਉਹ ਬਹੁਤੀਆਂ ਚੰਗੀਆਂ ਨਹੀਂ ਹੈਗੀਆਂ, ਅਤੇ ਸਾਨੂੰ ਇਸ ਤਰ੍ਹਾਂ ਬੇਬਾਕ ਹੋ ਕੇ ਬੜੀ ਸੰਵੇਦਨਸ਼ੀਲਤਾ ਨਾਲ, ਨਿਸ਼ਠਾ ਦੇ ਨਾਲ ਸਾਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ, ਅਤੇ ਸ਼ਾਇਦ ਅਸੀਂ ਫਿਰ ਪੰਜਾਬ ਦੀ ਕੋਈ ਸੇਵਾ ਕਰ ਸਕਾਂਗੇ। ਮੈਂ ਸ਼ੁਰੂ ਵਿੱਚ ਇੱਕ ਗੱਲ ਕਹਿਣੀ ਭੁੱਲ ਗਿਆ ਸੀਗਾ। ਮੈਂ ਨਾਲ ਇਹ ਵੀ ਸੋਚਣ ਲੱਗ ਪਿਆ ਕਿ ਮੈਂ ਇਹ ਗੱਲ ਭੁੱਲਿਆ ਕਿਉਂ, ਕਿ ਅੱਜ ਦਾ ਲੈਕਚਰ ਅਸੀਂ ਡੈਡੀਕੇਟ ਕੀਤਾ ਸੀਗਾ ਸ਼ਿਵ ਕੁਮਾਰ ਬਟਾਲਵੀ ਜੀ ਨੂੰ। ਅਤੇ ਜਿਸ ਤਰ੍ਹਾਂ ਦਾ ਉਹਨਾਂ ਦੀ ਕਵਿਤਾ ਵਿੱਚੋਂ ਸਾਨੂੰ ਪੰਜਾਬ ਦੇ ਦਰਸ਼ਨ ਹੁੰਦੇ ਆ, ਸਾਨੂੰ ਪੰਜਾਬ ਮਹਿਸੂਸ ਹੁੰਦਾ, ਅਸੀਂ ਉਹ ਪੰਜਾਬ ਦੀ ਮੁੜ ਕੇ ਸਿਰਜਣਾ ਕਰਨਾ ਚਾਹੁੰਦੇ ਹਾਂ, ਅਸੀਂ ਉਹ ਪੰਜਾਬ ਦੇਖਣਾ ਚਾਹੁੰਦੇ ਹਾਂ। ਮੈਂ ਬਹੁਤ ਜ਼ਿਆਦਾ ਗੱਲ ਦਰਦ ਨਾਲ ਮਹਿਸੂਸ ਕਰਦਾ ਕਿ ਅਸੀਂ ਬੇਸ਼ੱਕ ਪੰਜਾਬ ਦੇ ਵਿੱਚ ਜਿੰਨੀਆਂ ਮਰਜ਼ੀ ਡੀਂਗਾਂ ਮਾਰੀ ਜਾਈਏ ਕਿ ਪੰਜਾਬ ਇਹ ਆ, ਪੰਜਾਬ ਉਹ ਆ, ਜੇ ਅਸੀਂ ਆਪਣੇ ਬੱਚਿਆਂ ਤੋਂ ਪੁੱਛੀਏ, ਕਿਸੇ ਵੀ ਬੱਚੇ ਨੂੰ ਤੁਸੀਂ ਪੁੱਛ ਲਓ ਜਿਹੜਾ +1 +2 ਜਾਂ BA ਤੱਕ ਵੀ ਹੈਗਾ, ਉਹਨੂੰ ਪੁੱਛੋ ਤੁਸੀਂ ਪੰਜਾਬ 'ਚ ਰਹਿਣਾ ਚਾਹੁੰਦਾ, ਅਤੇ ਉੱਥੋਂ ਸਾਨੂੰ ਪਤਾ ਲੱਗ ਜੂਗਾ ਵੀ ਪੰਜਾਬ ਅਸੀਂ ਕੀ ਬਣਾਇਆ, ਜਿੱਥੇ ਕੋਈ ਵੀ ਬੱਚਾ ਕਿਸੇ ਵੀ ਧਰਮ ਦਾ, ਕਿਸੇ ਵੀ ਜਾਤ ਦਾ, ਅਤੇ ਕਿਸੇ ਵੀ ਮਤਲਬ ਕਿ ਉਹਦੀ ਆਰਥਿਕਤਾ ਕਿਸੇ ਵੀ ਪੱਧਰ ਦੀ ਹੋਵੇ, ਉਹ ਪੰਜਾਬ ਵਿੱਚ ਰਹਿਣਾ ਨਹੀਂ ਚਾਹੁੰਦਾ ਹੈ। ਅਤੇ ਤੁਹਾਡੇ ਤੋਂ ਮੈਂ ਉਹ ਸ਼ਬਦ ਸੁਣਿਆ ਸੀਗਾ, ਤੁਸੀਂ ਕਿਹਾ ਸੀਗਾ ਸੋਸ਼ਲ ਕੈਪੀਟਲ। ਬੇਸ਼ੱਕ ਦੂਸਰੀ ਜਿਹੜੀ ਕੈਪੀਟਲ ਜਿਹੜੀ ਪ੍ਰੋਪਰ ਕੈਪੀਟਲ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਵਿੱਚ
ਸਾਡੇ ਕੋਲ ਆ ਜਾਵੇ, ਪਰ ਜਿਹੜੀ ਸੋਸ਼ਲ ਕੈਪੀਟਲ ਆ ਉਹ ਅਸੀਂ ਇਸ ਤਰ੍ਹਾਂ ਖਾਰਜ ਕਰ ਦਿੱਤੀ ਹੈ ਲੋਕਾਂ ਦੇ ਖਾਤਿਆਂ ਵਿੱਚੋਂ ਕਿ ਲੋਕਾਂ ਕੋਲ ਮਾਣ ਕਰਨਯੋਗ ਗੌਰਵ ਕਰਨਯੋਗ ਕੋਈ ਚੀਜ਼ ਨਹੀਂ ਰਹੀ ਹੈ। ਅਤੇ ਇਸ ਕਰਕੇ ਸਾਰੇ ਲੋਕ ਜਿਹੜੇ ਆ ਉਹ ਬੱਚੇ ਖਾਸ ਤੌਰ ਦੇ ਉੱਤੇ ਪੰਜਾਬ ਤੋਂ ਜਾਣਾ ਚਾਹੁੰਦੇ ਆ। ਅਤੇ ਮੈਨੂੰ ਯਾਦ ਹੈ ਕਿਉਂਕਿ ਮੈਂ ਸਿੱਖ ਇਤਿਹਾਸ ਜ਼ਿਆਦਾ ਪੜ੍ਹਿਆ ਅਤੇ ਉਹਦੇ ਵਿੱਚੋਂ ਮੇਰੇ ਸਾਹਮਣੇ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਆ ਜਾਂਦੀਆਂ ਅਤੇ ਮੈਂ ਉਹਨਾਂ ਨੂੰ ਜਦੋਂ ਰਿਲੇਟ ਕਰਕੇ ਦੇਖਦਾ ਅਤੇ ਮੈਨੂੰ ਸੱਚ ਸਾਹਮਣੇ ਆਉਂਦਾ। ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਤੋਂ ਛੋਟੇ ਜਿਹੇ ਬਾਲ ਉਮਰ ਵਿੱਚ ਲਾਹੌਰ ਗਏ ਸੀਗੇ ਅਤੇ ਉਹਨਾਂ ਨੂੰ ਕੁਛ ਦਿਨ ਹੋ ਗਏ ਅਤੇ ਉਹਨਾਂ ਨੇ ਚਿੱਠੀ ਲਿਖੀ ਸੀ ਵੀ, ਔਰ ਚਿੱਠੀ 'ਚ ਇਹ ਲਿਖਿਆ ਸੀਗਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਵੀ ਆਪਣੇ ਮਾਪਿਆਂ ਤੋਂ ਬੱਚਾ ਦੂਰ ਗਿਆ ਹੋਇਆ, ਉਹ ਇਹ ਕਹਿ ਰਿਹਾ ਕਿ ਇੱਕ ਘੜੀ ਜਿਹੜੀ ਹੈ ਮੇਰੇ ਲਈ ਕਲਯੁਗ ਵਾਂਗ ਲੰਘ ਰਹੀ ਆ। ਅਤੇ ਹੁਣ ਜਿਹੜੇ ਆ ਮਾਪੇ ਪੰਜਾਬ ਦੇ ਆਪਣੇ ਬੱਚਿਆਂ ਨੂੰ ਪੱਕੇ ਸਦਾ ਲਈ ਦੂਰ ਭੇਜ ਰਹੇ ਆ ਅਤੇ ਬੱਚੇ ਵੀ ਖੁਸ਼ ਹੁੰਦੇ ਆ ਅਤੇ ਮਾਪੇ ਵੀ ਖੁਸ਼ ਹੁੰਦੇ ਆ। ਇਹ ਜਿਹੜੀ ਇੱਕ ਚੇਂਜ ਆਈ ਹੈ ਸਾਡੇ ਸੱਭਿਆਚਾਰ ਦੇ ਵਿੱਚ, ਇਹਦਾ ਕਾਰਨ ਇਹੀ ਹੈ ਕਿ ਅਸੀਂ ਪੰਜਾਬ ਨੂੰ ਪੰਜਾਬ ਨਹੀਂ ਰਹਿਣ ਦਿੱਤਾ। ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ, ਸਾਰੇ ਕਰਦੇ ਹਾਂ, ਔਰ ਮੇਰਾ ਖਿਆਲ ਕਰਨ 'ਚ ਹਰਜ ਵੀ ਕੋਈ ਨਹੀਂ, ਪਰ ਉਹਨੂੰ ਪੂਰੇ ਉਹਦੀ ਸਮਗਰਤਾ ਵਿੱਚ ਦੇਖਣਾ ਚਾਹੀਦਾ। ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਉਹ ਆਉਂਦਾ ਹਲੀਮੀ ਰਾਜ। ਕਦੇ ਅਸੀਂ ਇਹ 'ਤੇ ਸੋਚ ਕੇ ਨਹੀਂ ਦੇਖਿਆ ਵੀ ਉਹ ਹਲੀਮੀ ਦਾ ਰਾਜ ਕਿਹੋ ਜਿਹਾ ਹੋਏਗਾ। ਮੇਰੇ ਸਾਹਮਣੇ ਇੱਕ ਹਦੀਸ ਆਈ ਹਜ਼ਰਤ ਮੁਹੰਮਦ ਸਾਹਿਬ ਦੀ, ਕਹਿੰਦੇ ਉਹਨਾਂ ਨੇ ਮੁਹੰਮਦ ਸਾਹਿਬ ਨੇ ਕਿਤੇ ਕਿਹਾ ਕਿ ਮੈਨੂੰ ਕਦੇ ਵੀ ਕਿਸੇ ਸਭਾ 'ਚੋਂ ਉਠਾਲਿਆ ਨਹੀਂ ਗਿਆ। ਅਤੇ ਮੈਂ ਸ਼ਾਇਦ ਪਹਿਲਾਂ ਵੀ ਕਦੀ ਗੱਲ ਸੁਣਾਈ ਹੋਵੇ ਅਤੇ ਕਿਸੇ ਨੇ ਪੁੱਛਿਆ ਵੀ ਤੁਹਾਡੀ ਇੰਨੀ ਇੱਜ਼ਤ ਹੁੰਦੀ ਹੈ ਵੀ ਤੁਹਾਨੂੰ ਕਦੇ ਵੀ ਕਿਸੇ ਨੇ ਉਠਾਲਿਆ ਨਹੀਂ? ਕਹਿੰਦੇ ਇੱਜ਼ਤ ਨਹੀਂ, ਮੈਂ ਪਹਿਲੇ ਹੀ ਉਸ ਥਾਂ 'ਤੇ ਬੈਠ ਜਾਂਦਾ ਜਿੱਥੋਂ ਕੋਈ ਹੋਰ ਪਿੱਛੇ ਥਾਂ ਹੀ ਨਹੀਂ ਹੁੰਦੀ ਵੀ ਹੋਰ ਪਿੱਛੇ ਬੰਦਾ ਕਿੱਥੇ ਉਠਾਲ ਦੇਵੇ। ਇਸ ਤਰ੍ਹਾਂ ਦੀ ਹਲੀਮੀ, ਇਸ ਤਰ੍ਹਾਂ ਦੀ ਨਿਮਰਤਾ, ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਦੀ ਹਲੀਮੀ ਅਤੇ ਇਸ ਤਰ੍ਹਾਂ ਦੀ ਨਿਮਰਤਾ ਦਾ ਰਾਜ ਦੱਸਿਆ ਵੀ ਜਦੋਂ ਇਹ ਚੀਜ਼ ਡੋਮੀਨੇਟ ਕਰੂਗੀ, ਤੁਸੀਂ ਦੇਖੋ ਵੀ ਇਸ ਤਰ੍ਹਾਂ ਦੀ ਡੋਮੀਨੈਂਸ ਕਿਸ ਤਰ੍ਹਾਂ ਦੀ ਹੋਊਗੀ, ਜਿਹਦੇ ਵਿੱਚ ਹਲੀਮੀ ਲਈ ਲੋਕ ਲੜਨਗੇ ਵੀ ਮੈਂ ਪਿੱਛੇ ਹਟਣਾ, ਮੈਂ ਪਿੱਛੇ ਹਟਣਾ, ਮੈਂ ਪਿੱਛੇ ਹਟਣਾ। ਅਤੇ ਇੱਕ ਪਾਸੇ ਕਬਜ਼ੇ ਦੀ ਭਾਵਨਾ ਅਤੇ ਦੂਜੇ ਪਾਸੇ ਤਿਆਗ ਦੀ ਭਾਵਨਾ। ਅਤੇ ਜਦੋਂ ਜਿਵੇਂ ਉਹ ਗਾਲਿਬ ਸਾਹਿਬ ਨੇ ਲਿਖਿਆ ਵੀ ਕਿਆ ਹੀਰੇ ਜ਼ਬਾਨ ਸੇ ਲੜਾਈ ਹੋ ਗਈ, ਘਰ ਤੇਰਾ ਖੁਲਦ ਮੇਂ ਘਰ ਯਾਦ ਆਇਆ, ਵੀ ਲੋਕ ਸਵਰਗ ਵਿੱਚ ਜਾਣ ਲਈ ਲੜਨਗੇ ਅਤੇ ਮੈਂ ਸਵਰਗ ਤੋਂ ਬਾਹਰ ਜਾਣ ਲਈ ਲੜੂੰਗਾ। ਅਤੇ ਜਦੋਂ ਲੋਕ ਤਿਆਗ ਲਈ ਲੜਨਗੇ, ਗੁਰੂ ਨਾਨਕ ਸਾਹਿਬ ਦੀ ਹਲੀਮੀ ਤਾਂ ਇਸ ਤਰ੍ਹਾਂ ਦੀ ਆ। ਉਸ ਹਲੀਮੀ ਦੀ ਡੋਮੀਨੈਂਸ, ਉਸ ਹਲੀਮੀ ਦਾ ਰਾਜ, ਉਹ ਕਿਹੋ ਜਿਹਾ ਰਾਜ ਹੋਊਗਾ। ਅਤੇ ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਨੀ ਹੈ ਤਾਂ ਸਾਨੂੰ ਉਸ ਹਲੀਮੀ ਦੀ ਗੱਲ ਕਰਨੀ ਚਾਹੀਦੀ ਆ। ਅਤੇ ਫਿਰ ਹੀ ਮੇਰੇ ਖਿਆਲ ਅਸੀਂ ਸੱਚੇ ਪੰਜਾਬੀ ਜਾਂ ਸੱਚੇ ਸਿੱਖ ਅਸੀਂ ਹੋ ਸਕਾਂਗੇ। ਫਿਰ ਹੀ ਸ਼ਾਇਦ ਪੰਜਾਬ ਦੇ ਬੱਚਿਆਂ ਦਾ ਮੂੰਹ ਅਸੀਂ ਪੰਜਾਬ ਵੱਲ ਨੂੰ ਮੁੜ ਕੇ ਕਰ ਸਕਾਂਗੇ। ਅਤੇ ਇੱਕ ਗੱਲ ਜਿਹੜੀ ਤੁਸੀਂ ਕਹੀ ਉਹ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਟੁੰਬ ਗਈ। ਉਹਦੇ ਬਾਰੇ ਮੈਸੇਜ ਵੀ ਆਏ ਵੀ ਸਾਰਿਆਂ ਨੇ ਬਹੁਤ ਜ਼ਿਆਦਾ ਮਹਿਸੂਸ ਕੀਤਾ ਵੀ ਕਈ ਵਾਰੀ ਸਾਨੂੰ ਆਪਣੀ ਹੈਜਮਨੀ ਜਾਂ ਆਪਣਾ ਜਿਹੜਾ ਕਬਜ਼ਾ ਉਹ ਛੱਡ ਕੇ ਇੱਦਾਂ ਲੱਗਦਾ ਵੀ ਸ਼ਾਇਦ ਅਸੀਂ ਫਿਰ ਕਿਤੇ ਕਾਸ਼ ਦੇ ਬਿਨਾਂ ਰਵਾਂਗੇ। ਪਰ ਜਿਹੜੀ ਤੁਸੀਂ ਕਹੀ ਇਹ ਗੱਲ ਇੱਕ ਵੀ ਜੇ ਅਸੀਂ ਉਸ ਦੇ ਉੱਤੇ ਧਿਆਨ ਧਰੀਏ ਕਿ ਅਗਰ ਅਸੀਂ ਉਸ ਸੁਭਾਅ ਨੂੰ ਤਿਆਗ ਦਈਏ, ਅਸੀਂ ਮਿਲ ਵਰਤਣੇ ਹੋ ਜਾਈਏ, ਅਸੀਂ ਪਿਆਰ ਕਰਨ ਵਾਲੇ ਹੋ ਜਾਈਏ, ਅਸੀਂ ਸਾਰਿਆਂ ਨੂੰ ਉਹ ਜਿਹੜਾ ਗੌਰਵ ਹੈਗਾ, ਉਹ ਮਾਣ ਹੈ, ਉਹ ਸਤਿਕਾਰ, ਇੱਜ਼ਤ ਜਾਂ ਉਹ ਬਿਲੋਂਗਿੰਗ ਜਿਹੜੀ ਆ, ਤੁਸੀਂ ਕੁਝ ਦਿਨ ਪਹਿਲਾਂ ਗੱਲ ਕਹੀ ਸੀਗੀ ਵੀ ਇੱਕ ਹੋਮਲੈਂਡ ਦੀ ਬਿਲੋਂਗਿੰਗ ਜਿਹੜੀ ਆ, ਉਹ ਜੇ ਗੌਰਵ ਵਾਲੀ ਗੱਲ ਨਾ ਵੀ ਹੋਵੇ, ਜਿਵੇਂ ਸਾਹ ਲੈਣਾ ਸਾਡੇ ਲਈ ਗੌਰਵ ਵਾਲੀ ਗੱਲ ਨਹੀਂ, ਪਰ ਸਾਹ ਲੈਣਾ ਸਾਡੇ ਲਈ ਜ਼ਰੂਰੀ ਆ। ਇਸੇ ਤਰ੍ਹਾਂ ਜਿਹੜਾ ਪੰਜਾਬ ਦੀ ਬਿਲੋਂਗਿੰਗ ਜਿਹੜੀ ਆ, ਜੇ ਅਸੀਂ ਗੌਰਵ ਨੂੰ ਪਾਸੇ ਵੀ ਕਰ ਦਈਏ, ਪਰ ਸਾਡੇ ਲਈ ਬਿਲੋਂਗਿੰਗ ਬਹੁਤ ਜ਼ਰੂਰੀ ਹੈ। ਉਹ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ। ਅਤੇ ਜੇ ਕਿਸੇ ਤੋਂ ਪੰਜਾਬ ਦੀ ਬਿਲੋਂਗਿੰਗ ਜਿਹੜੀ ਖੋਈ ਜਾਵੇ ਜਾਂ ਕਿਸੇ ਨੂੰ ਉਹ ਖਾਰਜ ਕਰ ਦਿੱਤਾ ਜਾਵੇ ਤਾਂ ਉਹ ਲੋਕ ਮਾਨਸਿਕ ਤੌਰ 'ਤੇ, ਆਤਮਿਕ ਤੌਰ 'ਤੇ ਜੀ ਨਹੀਂ ਸਕਣਗੇ। ਅਤੇ ਅਸੀਂ ਕਿਸ ਤਰ੍ਹਾਂ ਲੋਕਾਂ ਤੋਂ ਉਹਨਾਂ ਦੀ ਆਤਮਾ ਖੋਹ ਲੈਂਦੇ ਹਾਂ, ਉਹਨਾਂ ਦਾ ਜਿਹੜਾ ਅਸੀਂ ਵਿਸ਼ਵਾਸ ਖੋਹ ਲੈਂਦੇ ਹਾਂ। ਅਤੇ ਜਦੋਂ ਅਸੀਂ ਪੰਜਾਬ ਦੀ ਬਿਲੋਂਗਿੰਗ ਨੂੰ ਰਿਡਿਊਸ ਕਰ ਦਿੰਦੇ ਹਾਂ। ਅਤੇ ਤੁਸੀਂ ਜਿਹੜੀ ਗੱਲ ਕਹੀ ਸੀ ਵੀ ਅਗਰ ਅਸੀਂ ਖੁੱਲ੍ਹ ਦਿਲ ਹੋ ਜਾਈਏ ਅਤੇ ਅਸੀਂ ਕਿੰਨੇ ਲੋਕਾਂ ਨਾਲ ਪਿਆਰ ਕਰ ਸਕਦੇ ਹਾਂ, ਅਸੀਂ ਕਿੰਨੇ ਲੋਕਾਂ ਨੂੰ ਦੇਖ ਸਕਦੇ ਹਾਂ, ਕਿੰਨੇ ਲੋਕਾਂ ਨੂੰ ਜਾਣ ਸਕਦੇ ਹਾਂ, ਔਰ ਕਿੰਨੀਆਂ ਚੀਜ਼ਾਂ ਨੂੰ ਅਸੀਂ ਮਾਣ ਸਕਦੇ ਹਾਂ। ਅਤੇ ਮੇਰਾ ਖਿਆਲ ਹੈ ਵੀ ਅਸੀਂ ਜਿਹੜਾ ਇਹ ਆਪਣੇ ਆਪ ਨੂੰ ਰਿਡਿਊਸ ਕੀਤਾ ਹੋਇਆ, ਇਹਦੇ ਵਿੱਚ ਅਸੀਂ ਕੁਝ, ਸਾਨੂੰ ਬੇਸ਼ੱਕ ਲੱਗਦਾ ਹੋਵੇ ਅਸੀਂ ਬਹੁਤ ਕੁਝ ਅਸੀਂ ਪ੍ਰਾਪਤ ਕਰ ਰਹੇ ਹਾਂ, ਪਰ ਅਸੀਂ ਅਸਲ ਵਿੱਚ ਅਸੀਂ ਗਵਾ ਰਹੇ ਹਾਂ। ਅਸੀਂ ਪੰਜਾਬ ਨੂੰ ਗਵਾ ਰਹੇ ਹਾਂ, ਅਸੀਂ ਪੰਜਾਬ ਨੂੰ ਘਟਾ ਰਹੇ ਹਾਂ। ਅਤੇ ਤੁਹਾਡੀਆਂ ਇਹ ਗੱਲਾਂ, ਤੁਹਾਡਾ ਇਹ ਗਿਆਨ
ਮੈਂ ਸਮਝਦਾ ਕਿ ਪੰਜਾਬ ਦਰਸ਼ਨ ਦਾ ਜਿਹੜਾ ਪਰਪਸ ਜਿਹੜਾ ਹੈਗਾ ਉਹਨੂੰ ਸੰਪੂਰਨਤਾ ਵੱਲ ਜ਼ਰੂਰ ਲੈ ਕੇ ਜਾਣਗੀਆਂ। ਅਤੇ ਤੁਸੀਂ ਕੁਝ ਹੋਰ ਮੈਨੂੰ ਲੱਗਦਾ ਤੁਹਾਡੇ ਜ਼ਿਹਨ 'ਚ ਕੁਝ ਆ ਰਿਹਾ, ਤੁਸੀਂ ਕਹਿਣਾ ਚਾਹੁੰਦੇ ਆ? ਹਾਂਜੀ। ਬਸ ਮੈਂ ਇਹੀ ਕਹਿਣਾ ਚਾਹੁੰਦੀ ਸੀ ਕਿ ਜਿਹੜੀ ਮੈਂ ਓਪਨਨੈਸ ਦੀ ਗੱਲ ਕਰਦੀ ਪਈ ਹਾਂ ਅਵਤਾਰ ਜੀ, ਇਹ ਮਹਿਜ਼ ਜਜ਼ਬਾਤੀ ਗੱਲ ਨਹੀਂ ਹੈ। ਔਰ ਇਹ ਨਹੀਂ ਕਿ ਇਹ ਲੋਕਾਂ ਨੂੰ ਸਿਰਫ ਇੱਕ ਧਰਵਾਸ, ਇੱਕ ਇਮੋਸ਼ਨਲ ਧਰਵਾਸ ਦੇਣ ਵਾਸਤੇ ਹੈ। ਮੈਂ ਪੰਜਾਬ ਦੀ ਇਕਨੋਮਿਕ ਤੇ ਪੋਲੀਟੀਕਲ ਪ੍ਰੋਸਪੈਰਿਟੀ ਲਈ ਵੀ ਮੈਨੂੰ ਲੱਗਦਾ ਹੈ ਕਿ ਉਹ ਉਨੀ ਹੀ ਜ਼ਿਆਦਾ ਇੰਸਟਰੂਮੈਂਟਲ ਹੋਏਗੀ, ਕਿਉਂਕਿ ਜਦੋਂ ਸਾਡਾ ਮਨ ਬਦਲਦਾ ਹੈ ਤਾਂ ਫਿਰ ਸਾਡੇ ਸਾਰੇ ਨਿਰਣੇ, ਸਾਡੇ ਸਾਰੇ ਫੈਸਲੇ ਬਦਲਣ ਲੱਗ ਪੈਂਦੇ ਆ। ਸੋ ਇਹ ਜਿਵੇਂ ਤੁਸੀਂ ਕਿਹਾ ਕਿ ਜੇ ਪੰਜਾਬ ਐਡਾ ਹੀ ਸੋਹਣਾ ਆ ਤਾਂ ਫਿਰ ਸਾਰੇ ਭੱਜਣਾ ਕਿਉਂ ਚਾਹੁੰਦੇ ਆ, ਹੈ ਕਿ ਜੇ ਇੰਨਾ ਹੀ ਚੰਗਾ ਆ ਜਿੰਨੀਆਂ ਅਸੀਂ ਗੱਲਾਂ ਕਰਦੇ ਆ ਤਾਂ ਫਿਰ ਇੱਥੋਂ ਵਿਛੋੜਾ ਪਾ ਕੇ ਕੋਈ ਚਲੇ ਕਿਵੇਂ ਜਾਂਦਾ ਹੈ? ਫਿਰ ਸਿੱਖੀ ਦੀ ਧਰਤੀ ਨੂੰ ਸਿਫਤੀ ਦੇ ਘਰ ਛੱਡ ਕੇ ਕੋਈ ਜਾ ਕਿਵੇਂ ਸਕਦਾ ਹੈ? ਇਹਦਾ ਮਤਲਬ ਕਿਤੇ ਨਾ ਕਿਤੇ ਇਹੀ ਹੈ ਨਾ ਕਿ ਅਸੀਂ ਕਹਿੰਦੇ ਕੁਝ ਹੋਰ ਆ ਤੇ ਜਿਉਨੇ ਕੁਝ ਹੋਰ ਆ। ਬਸ ਮੈਂ ਇਹ ਚਾਹੁੰਦੀ ਹਾਂ ਕਿ ਅਸੀਂ ਇਸ ਫਰਕ ਨੂੰ ਘਟਾ ਸਕੀਏ, ਇਸ ਫਰਕ ਨੂੰ ਅਸੀਂ ਖਤਮ ਕਰ ਸਕੀਏ ਤੇ ਇਹੋ ਜਿਹੀ ਕਹਿ ਲਓ ਵਿਚਾਰ ਜਿਹੜਾ ਆ ਉਹ ਇਵੈਂਚੁਅਲੀ ਗ੍ਰੈਜੂਅਲੀ ਉਹ ਇੱਕ ਪੋਲੀਟੀਕਲ ਵਿਲ, ਕਿਉਂਕਿ ਆਖਿਰਕਾਰ ਸਾਰੀਆਂ ਚੀਜ਼ਾਂ ਪੋਲੀਟੀਕਲ ਵਿਲ ਨਾਲ ਖਤਮ ਹੁੰਦੀਆਂ, ਖਤਮ ਤਾਂ ਹੋ ਹੀ ਸਕਦੀਆਂ ਹੁੰਦੀਆਂ। ਜਾਤੀਵਾਦ ਵੀ ਖਤਮ ਕੀਤਾ ਜਾ ਸਕਦਾ, ਅਸੀਂ ਕੁਝ ਵੀ ਖਤਮ ਕਰ ਸਕਦੇ ਹੁੰਦੇ ਆ, ਗੱਲ ਤੇ ਉਸ ਪੋਲੀਟੀਕਲ ਵਿਲ ਦੀ ਹੈ। ਔਰ ਮੇਰਾ ਯਕੀਨ ਹੈ ਕਿ ਇਸ ਤਰ੍ਹਾਂ ਅਸੀਂ ਆਪਣੀਆਂ ਫੀਅਰਸ, ਆਪਣੀਆਂ ਐਪਰੀਹੈਂਸ਼ਨਸ, ਆਈਡੈਂਟੀਟੀ ਦੇ ਡਰ ਤੋਂ ਨਿਕਲ ਕੇ ਅਸੀਂ ਉਸ ਤਰ੍ਹਾਂ ਦੀ ਪੋਲੀਟੀਕਲ ਵਿਲ ਬਣਾ ਕੇ ਬਲਕਿ ਬਾਕੀ ਦੇਸ਼ ਵਾਸਤੇ ਇੱਕ ਸੱਚਾ ਆਦਰਸ਼ ਸਥਾਪਿਤ ਕਰ ਸਕਦੇ ਹਾਂ। ਤੇ ਅਸੀਂ ਮਤਲਬ ਮੈਨੂੰ ਯਕੀਨ ਹੈ ਕਿ ਇਹ ਮਹਿਜ਼ ਜਜ਼ਬਾਤੀ ਗੱਲ ਜਾਂ ਸਿਰਫ ਕੋਈ ਉਹ ਗੱਲ ਨਹੀਂ ਹੈ। ਸਾਡੀ ਪ੍ਰਬੁੱਧਤਾ, ਸਾਡੇ ਕੋਲ ਪ੍ਰਬੁੱਧ ਹੋਣ ਵਾਸਤੇ ਬਹੁਤ ਕਾਰਨ ਨੇ। ਇੰਨਾ ਵਰਹਿਤ ਗੁਰੂ ਗ੍ਰੰਥ ਸਾਹਿਬ, ਇੰਨਾ ਜੇ ਪੰਜਾਬ ਇਜ਼ ਏ ਹੋਮਲੈਂਡ ਟੂ ਇੰਡੀਅਨ ਫਿਲੋਸੋਫੀਕਲ ਵਿਜ਼ਡਮ, ਜਿਵੇਂ ਪ੍ਰੋਫੈਸਰ ਕਪਿਲ ਕਪੂਰ ਨੇ ਕਿਹਾ, ਤਾਂ ਫਿਰ ਜੇ ਕੁਦਰਤ ਦੇ ਸਭ ਬੰਦੇ ਨੇ ਤੇ ਹਾਸ਼ੀਏ ਤੇ ਕੌਣ ਹੈ? ਬੁਰੀ ਹਾਲਤ ਕਿਉਂ ਹੈ? ਸੋ ਇਹ ਬੇਸਿਕਲੀ ਮਤਲਬ ਹਰ ਤਰ੍ਹਾਂ ਦੀ ਜਿਹੜੀ ਮਤਲਬ ਮਾਰਜਨਲਾਈਜੇਸ਼ਨ ਹੈ ਉਹ ਕਿਸੇ ਵੀ ਤਰ੍ਹਾਂ ਦੀ ਹੈ, ਮੈਨੂੰ ਲੱਗਦਾ ਕਿ ਪੰਜਾਬੀਆਂ ਨੂੰ ਉਹਦੇ ਬਾਰੇ ਸੁਚੇਤ ਹੋਣ ਦੀ ਬਹੁਤ ਲੋੜ ਹੈ। ਇਹ ਚੀਜ਼ ਸਾਨੂੰ ਇੱਕ ਬਿਲਕੁਲ ਵਿਕਲਪ ਦੀ ਰਾਜਨੀਤੀ, ਵਿਕਲਪ ਦਾ ਕਲਚਰ, ਵਿਕਲਪ ਦੀ ਇਕਨੋਮਿਕਸ ਦੇ ਸਕੇ ਨਾ ਕਿ ਅਸੀਂ ਸਿਰਫ ਪ੍ਰਵਾਸੀ ਬਣ ਕੇ ਹੀ ਪੰਜਾਬ ਦੀ ਸ਼ੋਭਾ ਗਾ ਸਕੀਏ, ਮਤਲਬ ਪ੍ਰਵਾਸ ਕਰਕੇ ਪੰਜਾਬ ਦੀ ਸਿਫਤ ਕੀਤੀ ਜਾ ਸਕੇ ਤੇ ਪੰਜਾਬ ਵਿੱਚ ਰਹਿਣ ਦਾ ਅਨੁਭਵ ਜਿਹੜਾ ਆ ਉਹ ਓਨਾ ਸੋਹਣਾ ਨਾ ਹੋਵੇ। ਬਸ ਅਵਤਾਰ ਜੀ ਇਹੋ ਹੀ ਮੈਂ ਕਹਿਣਾ ਚਾਹੁੰਦੀ ਸੀ। ਮੈਂ ਅੱਜ ਇਸ ਮੌਕੇ ਦੇ ਉੱਤੇ ਪੰਜਾਬ ਦੀਆਂ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰ ਸਾਹਿਬਾਨ ਜਿਹੜੇ ਉਹ ਵੀ ਲੈਕਚਰ ਸੁਣ ਰਹੇ ਆ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹਰ ਯੂਨੀਵਰਸਿਟੀ ਵਿੱਚ ਕੁਝ ਇਸ ਤਰ੍ਹਾਂ ਦਾ ਡਿਪਾਰਟਮੈਂਟ ਹੁੰਦੇ ਜਿੱਥੇ ਸਾਡੇ ਓਰੀਐਂਟੇਸ਼ਨ ਕੋਰਸ ਜਾਂ ਰਿਫਰੈਸ਼ਰ ਕੋਰਸ ਲੱਗਦੇ ਆ। ਅਤੇ ਮੈਂ ਯੂਨੀਵਰਸਿਟੀ ਵਾਲੇ ਅਦਾਰਿਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪ੍ਰੋਫੈਸਰ ਮੋਨਿਕਾ ਜੀ ਦੇ ਲੈਕਚਰ ਉੱਥੇ ਜ਼ਰੂਰ ਹੋਣ, ਪੰਜਾਬ ਦੇ ਅਧਿਆਪਕ ਇਹ ਗੱਲਾਂ ਜ਼ਰੂਰ ਸੁਣਨ ਤਾਂ ਕਿ ਸਾਡੇ ਵਿਦਿਆਰਥੀਆਂ ਤੱਕ ਇਹ ਗੱਲਾਂ ਜਾਣ। ਅਤੇ ਮੈਂ ਬਹੁਤ ਸੱਚੇ ਮਨ ਨਾਲ ਚਾਹੁੰਦਾ ਕਿ ਪੰਜਾਬ ਜਿਹੜਾ ਅਸੀਂ ਪੰਜਾਬ ਵਿੱਚ ਰਹੀਏ ਅਤੇ ਪੰਜਾਬ ਸਾਡੇ ਰਹਿਣ ਯੋਗ ਬਣ ਜਾਵੇ। ਅਤੇ ਜਿਸ ਵੇਲੇ ਕਈ ਸਾਲ ਪਹਿਲਾਂ ਪੰਜਾਬ ਦੇ ਇੱਕ ਮੁੱਖ ਮੰਤਰੀ ਨੇ ਗੱਲ ਕਹੀ ਸੀ ਕਿ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ, ਅਤੇ ਮੈਨੂੰ ਉਸ ਗੱਲ ਦੀ ਖੁਸ਼ੀ ਨਹੀਂ ਹੋਈ। ਮੈਨੂੰ ਇੱਦਾਂ ਲੱਗਿਆ ਸੀ ਵੀ ਇਹ ਪੰਜਾਬ ਨੂੰ ਇੱਕ ਗਾਲ ਕੱਢੀ ਗਈ ਆ ਕਿ ਪੰਜਾਬ ਨੂੰ ਪੰਜਾਬ ਬਣਨਾ ਚਾਹੀਦਾ, ਪੰਜਾਬ ਨੇ ਕੈਲੀਫੋਰਨੀਆ ਕਿਉਂ ਬਣਾਉਣਾ? ਕੈਲੀਫੋਰਨੀਆ ਵਾਲੇ ਕਹਿਣ ਵੀ ਅਸੀਂ ਕੈਲੀਫੋਰਨੀਆ ਨੂੰ ਪੰਜਾਬ ਬਣਾਉਣਾ, ਲੇਕਿਨ ਅਸੀਂ ਸਾਡੇ ਸਾਹਮਣੇ ਇਸ ਤਰ੍ਹਾਂ ਦੀ ਗੱਲਾਂ, ਐਡੀਆਂ ਗੱਲਾਂ ਵੱਡੀਆਂ ਵੱਡੇ ਬੰਦੇ ਕਰ ਜਾਂਦੇ ਆ, ਸਾਨੂੰ ਅਹਿਸਾਸ ਹੀ ਨਹੀਂ ਹੁੰਦਾ ਵੀ ਉਹ ਕਿੰਨੀ ਗੱਲ ਗਲਤ ਕਹੀ ਜਾਂਦੀ ਹੈ। ਔਰ ਉਹ ਗਲਤ ਗੱਲ ਵੀ ਬੜੀ ਇਮਾਨਦਾਰੀ ਨਾਲ ਨਹੀਂ ਕਹੀ ਜਾਂਦੀ, ਇਹ ਵੱਖਰੀ ਗੱਲ ਹੈ, ਪਰ ਉਹ ਗੱਲ ਆਪਣੇ ਆਪ 'ਚ ਗਲਤ ਹੈ ਕਿ ਪੰਜਾਬ ਨੂੰ ਅਸੀਂ ਕੈਲੀਫੋਰਨੀਆ ਬਣਾਉਣਾ। ਅਤੇ ਕਿਉਂ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ? ਕਿਉਂ ਅਸੀਂ ਪੰਜਾਬ ਨੂੰ ਪੰਜਾਬ ਨਹੀਂ ਬਣਾ ਸਕਦੇ? ਅਤੇ ਅਗਰ ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਤਾਂ ਪ੍ਰੋਫੈਸਰ ਮੋਨਿਕਾ ਕੁਮਾਰ ਜੀ ਦਾ ਲੈਕਚਰ ਜਿਹੜਾ ਉਹਦੇ ਵਿੱਚ ਜ਼ਰੂਰ ਸਹਾਈ ਹੋਊਗਾ, ਅਤੇ ਮੇਰਾ ਇਹ ਵਿਸ਼ਵਾਸ ਹੈ। ਬਹੁਤ ਬਹੁਤ ਤੁਹਾਡੀ ਮਿਹਰਬਾਨੀ। ਤੁਸੀਂ, ਮੈਨੂੰ ਪਤਾ ਕਿ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਸੀਗੇ
ਔਰ ਕੁਛ ਤੁਸੀਂ ਅੱਜ ਕੱਲ੍ਹ ਸਹਿਜ ਵੀ ਵਿੱਚ ਵੀ ਨਹੀਂ ਸੀਗੇ ਪਰਿਵਾਰਕ ਸਮੱਸਿਆ ਕਰਕੇ, ਲੇਕਿਨ ਫਿਰ ਵੀ ਤੁਸੀਂ ਟਾਈਮ ਕੱਢਿਆ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਮੈਂ ਅੱਜ ਸਾਡੇ ਪੰਜਾਬ ਦਰਸ਼ਨ ਦੇ ਜਿਨ੍ਹਾਂ ਨੂੰ ਮੈਂ ਆਪਣੇ ਇੰਸਪਾਇਰ ਜਿਹੜੇ ਸਾਨੂੰ ਕਰਦੇ ਰਹਿੰਦੇ ਆ ਆਪਣੀਆਂ ਸਲਾਹਾਂ ਨਾਲ, ਪ੍ਰੋਫੈਸਰ ID ਗੌਰ ਅਤੇ ਪ੍ਰੋਫੈਸਰ ਹਰਪਾਲ ਸਿੰਘ ਜੀ, ਉਹਨਾਂ ਦਾ ਧੰਨਵਾਦ ਕਰਦਾ। ਅਤੇ ਜਿਹੜੇ ਦੋਸਤਾਂ ਨੇ ਅੱਜ ਲਗਾਤਾਰ ਇਹ ਲੈਕਚਰ ਸੁਣਿਆ, ਸਾਡੀ ਰਵਾਇਤ ਹੈ, ਮੈਨੂੰ ਵਧੀਆ ਲੱਗਦਾ ਕਿ ਅਸੀਂ ਉਹਨਾਂ ਦਾ ਨਾਂ ਜ਼ਰੂਰ ਪੜ੍ਹਦੇ ਹਾਂ, ਜਿਵੇਂ ਰੇਡੀਓ ਦੇ ਉੱਤੇ ਚਿੱਠੀਆਂ ਪੜ੍ਹਦੇ ਹੁੰਦੇ ਸੀਗੇ, ਜਿਵੇਂ ਰਮਨਦੀਪ, ਜੀਵਨ ਸੰਗਮ, ਨਿਕਿਤਾ ਆਜ਼ਾਦ, ਇਹਨਾਂ ਨੇ ਅੱਜ ਕਾਫੀ ਲੈਕਚਰ ਨੂੰ ਪਸੰਦ ਕੀਤਾ ਔਰ ਕਈ ਕੌਮੈਂਟ ਵੀ ਕੀਤੇ, ਇਹਨਾਂ ਨੇ ਬਾਅਦ 'ਚ ਦੇਖ ਲਵਾਂਗੇ। ਸੁਮਨਦੀਪ, ਗੁਰਦਾਸ ਟਡਵਾਲ, ਦਵਿੰਦਰ ਸਿੰਘ ਭੁੱਲਾ ਰਾਈ, ਜਪਨੂਰ ਕੌਰ, ਤਲੋਚਨ ਸਿੰਘ, ਪ੍ਰਿਆ ਆਨੰਦ, ਡਾਕਟਰ ਮਨਜਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਗੁਰਬਚਨ ਸਿੰਘ ਸਾਗਰੀ ਅੰਡੇਮਾਨ ਤੋਂ, ਪਰਮਿੰਦਰ ਸੋਢੀ ਜਾਪਾਨ ਤੋਂ, ਪ੍ਰਭਜੋਤ ਕੌਰ ਆਲ ਇੰਡੀਆ ਰੇਡੀਓ ਜਲੰਧਰ ਤੋਂ, ਅਸ਼ਵਿੰਦਰ ਕੌਰ USA, ਡਾਕਟਰ ਸੁਰਿੰਦਰ ਮੋਹਨ ਸਿੰਘ ਸਿੱਧੂ ਜਾੜਲੇ ਤੋਂ, ਦੀਦਾਰ ਛੇਤਰਾ ਨਵਾਂਸ਼ਹਿਰ ਤੋਂ, ਡਾਕਟਰ ਇੰਦਰਜੀਤ ਕਾਜਲਾ, ਰਵਿੰਦਰ ਸੋਹਲ, ਸੁਰਿੰਦਰ ਸਿੰਘ, ਅਜੈ ਕਲੇਰ, ਪ੍ਰੋਫੈਸਰ ਹਰਜਿੰਦਰ ਸਿੰਘ ਸੇਖੋਂ, ਹਰਕਮਲ ਕੌਰਪਾਲ, ਗੁਰਮੇਲ ਸਿੰਘ, ਪ੍ਰੋਫੈਸਰ ਸ਼ਾਮ ਸਿੰਘ ਗੜ੍ਹਦੀਵਾਲੇ ਤੋਂ, ਵੈਸ਼ਨੋ ਸ਼ਰਮਾ ਜੀ ਨਵਾਂਸ਼ਹਿਰ ਤੋਂ, ਜਗਮੋਹਨ ਸਿੰਘ ਸ਼ਿਮਲਾ ਤੋਂ, ਪ੍ਰੋਫੈਸਰ ਕੌਲ SN ਕਾਲਜ ਬੰਗੇ ਤੋਂ, ਸਿੰਘ ਪ੍ਰਵਿੰਦਰ, ਕੇਸ਼ਵ ਜੈਨ ਬੰਗੇ ਤੋਂ, ਪਰਮਿੰਦਰ ਸਿੰਘ ਬੈਂਸਾਂ ਤੋਂ, ਬਲਵਿੰਦਰ ਸਿੰਘ, ਪ੍ਰੋਫੈਸਰ ਵਿਕਾਸ ਦੁੱਗਲ, ਦਰਸ਼ਨਦੀਪ, ਡਾਕਟਰ ਪਰਮਜੀਤ ਸਿੰਘ, ਜੋਗਿੰਦਰ ਸਿੰਘ, ਰਾਮ ਰਤਨ, ਰਾਜਵਿੰਦਰ ਰਾਹੀ, ਰਾਜਵਿੰਦਰ ਸੋਹਲ, ਚਰਨਜੀਤ ਮਾਨ ਮੁਕੰਦਪੁਰ ਤੋਂ, ਪ੍ਰੋਫੈਸਰ ਖੁਰਾਨਾ DAV ਕਾਲਜ ਜਲੰਧਰ ਤੋਂ, ਹੋਰ ਵੀ ਬਹੁਤ ਸਾਰੇ ਲੋਕਾਂ ਨੇ ਲੈਕਚਰ ਸੁਣਿਆ ਜਿਨ੍ਹਾਂ ਦੇ ਮੈਂ ਨੋਟ ਨਹੀਂ ਨਾ ਕਰ ਸਕਿਆ, ਅਤੇ ਇਹਨਾਂ ਨੇ ਉਹਦੇ ਵਿੱਚ ਕੌਮੈਂਟ ਕੀਤੇ, ਕੁਛ ਤੁਹਾਡੇ ਲੈਕਚਰ ਦੀ ਤਾਰੀਫ ਕੀਤੀ ਔਰ ਇਹਨਾਂ ਨੇ ਕਈ ਗੱਲਾਂ ਨੂੰ ਬਹੁਤ ਜ਼ਿਆਦਾ ਮਹਿਸੂਸ ਕੀਤਾ। ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਅਤੇ ਅਖੀਰ ਦੇ ਵਿੱਚ ਇਸ ਲੈਕਚਰ ਨੂੰ ਜਿਹੜੇ ਟੈਕਨੀਕਲੀ ਸਿਰੇ ਚਾੜ੍ਹਨ ਵਿੱਚ ਜਿਹੜੇ ਸਾਥ ਦਿੰਦੇ ਆ ਲਗਾਤਾਰ, ਪ੍ਰੋਫੈਸਰ ਪਰਮਿੰਦਰ ਅਤੇ ਪ੍ਰੋਫੈਸਰ ਹਰਪ੍ਰੀਤ, ਅਤੇ ਪੰਜਾਬ ਦਰਸ਼ਨ ਦੀ ਸਿਰਜਕ ਟੀਮ ਮੈਡਮ ਹਰਮੀਤ ਕੌਰ, ਪ੍ਰੋਫੈਸਰ ਜਸਕਰਨ ਸਿੰਘ, ਕਮਲੇਸ਼ ਦਿਲਦਾਰ ਮਹਿਤਾਬ, ਅਤੇ ਇਸ ਪੰਜਾਬ ਦਰਸ਼ਨ ਦੀ ਟੀਮ ਦੀ ਰੂਹੇ ਰਵਾਂ ਕੁਲਵਿੰਦਰ ਕੌਰ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਖੀਰ ਵਿੱਚ ਮੋਨਿਕਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਬਹੁਤ ਧੰਨਵਾਦ ਤੁਹਾਡਾ ਵੀ। ਤੁਸੀਂ ਜਿਵੇਂ ਇੱਕ ਸ਼ੀਸ਼ਾ ਦਿਖਾ ਦਿੱਤਾ ਪੰਜਾਬ ਨੂੰ, ਅਤੇ ਇਹ ਸ਼ੀਸ਼ਾ ਦਿਖਾਉਣਾ ਕੋਈ ਚੜਾਉਣ ਵਾਲੀ ਗੱਲ ਨਹੀਂ ਹੈ, ਅਤੇ ਮੇਰੇ ਖਿਆਲ ਪੰਜਾਬ ਇਹਦੇ ਵਿੱਚ ਆਪਣਾ ਮੂੰਹ ਦੇਖ ਕੇ ਆਪਣੀਆਂ ਖਾਮੀਆਂ ਪਹਿਚਾਣ ਸਕਦਾ ਹੈ ਅਤੇ ਉਹਨਾਂ ਨੂੰ ਠੀਕ ਕਰਨ ਬਾਰੇ ਪੰਜਾਬ ਜ਼ਰੂਰ ਸੋਚੂਗਾ। ਅਤੇ ਜਿੰਨੀ ਨਿਮਰਤਾ ਨਾਲ, ਜਿੰਨੀ ਕਲੈਰਿਟੀ ਦੇ ਨਾਲ ਤੁਸੀਂ ਗੱਲਾਂ ਕੀਤੀਆਂ, ਅਤੇ ਇਹਦੇ ਵਿੱਚੋਂ ਇਹ ਜ਼ਰੂਰ ਸਾਡਾ ਫਾਇਦਾ ਕਰਨਗੀਆਂ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜਾਂਦੇ ਜਾਂਦੇ ਕੋਈ ਇੱਕ ਗੱਲ ਤੁਸੀਂ ਹੋਰ ਕਹਿਣੀ ਹੋਵੇ ਤਾਂ ਤੁਸੀਂ ਕਹਿ ਸਕਦੇ ਹਾਂ। ਬਸ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਕੋਲ ਪੰਜਾਬ ਦੇ ਵਿੱਚ ਨਾ ਜਿਹਨੂੰ ਕਹਿੰਦੇ ਨਾ ਵਿਚਾਰ ਤੋਂ ਸਭ ਕੁਝ, ਵਿਚਾਰ ਤੋਂ ਸੰਕਲਪ ਬਣਦਾ, ਜਿਵੇਂ ਪ੍ਰੋਫੈਸਰ ਕਪਿਲ ਕਪੂਰ ਕਹਿ ਰਹੇ ਸੀ, ਮੈਨੂੰ ਲੱਗਦਾ ਹੈ ਕਿ ਇਹ ਸੰਕਲਪ ਲਿਆ ਜਾ ਸਕਦਾ ਹੈ ਨਾ, ਜਿਵੇਂ ਬੁੱਲਿਆ ਰੱਬ ਦਾ ਕੀ ਪਾਉਣਾ, ਇੱਥੋਂ ਪੁੱਟਣਾ ਉੱਥੇ ਲਾਉਣਾ। ਤੇ ਮੈਨੂੰ ਲੱਗਦਾ ਇਹ ਯੁਕਤੀ ਸਮਝਣ ਦੀ ਗੱਲ ਆ, ਇਹ ਸਿਰਫ ਕੋਈ ਪਰਸਨਲੀ ਇੰਡੀਵਿਜੂਅਲ ਦੇ ਸਮਝਣ ਦੀ ਨਹੀਂ। ਮੇਰਾ ਯਕੀਨ ਆ ਕਿ ਪੂਰੀ ਕੌਮ ਵੀ ਇੱਥੋਂ ਪੁੱਟ ਕੇ ਉੱਥੇ ਲਾ ਸਕਦੀ ਹੁੰਦੀ ਆ। ਜੇ ਇੱਕ ਬੰਦਾ ਲਾ ਸਕਦਾ ਆ, ਜੇ ਬੁੱਲੇ ਸ਼ਾਹ ਲਾ ਸਕਦਾ ਹੈ, ਤਾਂ ਮੈਨੂੰ ਲੱਗਦਾ ਪੰਜਾਬੀ ਵੀ ਲਾ ਸਕਦੇ ਆ। ਸੋ ਇਹ ਸਾਰਾ ਕੁਝ ਉਹੀ ਆ, ਉਹੀ ਤਵੱਜੋ, ਉਹੀ ਇੰਟੈਂਸਿਟੀ, ਪਰ ਸਿਰਫ ਉਹਦਾ ਜਿਹੜਾ ਕੇਂਦਰ ਆ ਉਹ ਅਸੀਂ ਬਦਲ ਸਕਦੇ ਹਾਂ। ਮੈਨੂੰ ਇਸ ਤਰ੍ਹਾਂ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਸੋਰਸਿਸ ਨੇ। ਜਿਸ ਕਲਚਰ ਦੇ ਕੋਲ ਸੂਫੀ ਬਾਣੀ ਹੋਵੇ, ਜਿਹੜਾ ਉੱਥੋਂ ਛੁੱਟ ਜਾਂਦਾ ਉਹ ਗੁਰਬਾਣੀ 'ਚ ਪੂਰਾ ਹੁੰਦਾ ਹੈ। ਜੇ ਕਿਤੇ ਗੁਰਬਾਣੀ 'ਚ ਕੁਛ ਰਹਿ ਜਾਂਦਾ ਉਹ ਲੋਕ ਬਾਣੀ ਵਿੱਚ ਹੁੰਦਾ ਹੈ। ਜਿਹਦੇ ਕੋਲ ਸੂਫੀ ਬਾਣੀ ਹੋਵੇ, ਗੁਰਬਾਣੀ ਹੋਵੇ, ਲੋਕ ਬਾਣੀ ਹੋਵੇ, ਮੈਨੂੰ ਲੱਗਦਾ ਉਹ ਤੇ ਅਨੈਤਿਕ ਹੈ ਜੇ ਫਿਰ ਵੀ ਉਸ ਸਟੇਟ ਦੇ ਲੋਕ ਪ੍ਰਬੁੱਧ ਨਾ ਹੋਣ। ਫਿਰ ਹੋਰ ਕੀ ਹੋਣਾ ਚਾਹੀਦਾ? ਬਾਕੀ ਅੰਨ ਜਲ ਤੇ ਹੈ ਹੀ ਹੈ, ਪੰਜਾਬ ਦੀ ਸਮਰਿੱਧ ਲੈਂਡਸਕੇਪ ਚੱਲ ਰਹੀ ਹੈ ਜਿਹਨੂੰ ਅਸੀਂ ਸਭ ਜਾਣਦੇ ਹਾਂ। ਸੋ ਜਿਹੜੀ ਵਿਚਾਰ ਦੀ ਕ੍ਰਾਂਤੀ ਹੈ, ਮੈਨੂੰ ਲੱਗਦਾ ਹੈ ਕਿ ਉਹ ਸਾਨੂੰ ਦੁਬਾਰਾ ਤੋਂ ਮੁੜ ਤੋਂ ਮਤਲਬ ਇੱਕ ਪੰਜਾਬੀ ਹੋਣ ਦਾ
ਹਲੀਮੀ ਰਾਜ, ਤੁਸੀਂ ਬਹੁਤ ਵਧੀਆ ਸ਼ਬਦ ਕੀਤਾ ਕਿ ਦੇਖੋ ਹਲੀਮੀ ਕਿੰਨੀ ਅੰਡਰ ਐਸਟੀਮੇਟਿਡ ਵਰਚੂ ਹੋ ਚੁੱਕੀ ਦੁਨੀਆ ਦੇ ਵਿੱਚ। ਏਦਾਂ ਲੱਗਦਾ ਹੈ ਕਿ ਹੰਬਲ ਪਰਸਨ ਇਜ਼ ਅ ਵੀਕ ਡਿਸਐਮਪਾਵਰਡ ਪਰਸਨ, ਜਿਹੜਾ ਰੋਸ਼ ਨਾਲ ਬੋਲ ਨਹੀਂ ਰਿਹਾ, ਜਿਹੜਾ ਕ੍ਰੋਧ ਵਿੱਚ ਨਹੀਂ ਆ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਬੰਦਾ ਹੀ ਨਹੀਂ ਹੈ, ਜਿਵੇਂ ਜਿਹਨੂੰ ਜਿਹੜਾ ਇਸ ਤਰ੍ਹਾਂ ਮਤਲਬ ਆਪਣੀ ਗੱਲ ਨੂੰ, ਆਪਣੇ ਗੁੱਸੇ ਨੂੰ, ਆਪਣੀ ਕਿਸੇ ਆਕਾਂਖਿਆ ਨੂੰ, ਕਿਸੇ ਕਾਮਨਾ ਨੂੰ ਹਲੀਮੀ ਨਾਲ ਨਹੀਂ ਰੱਖ ਰਿਹਾ। ਸਾਨੂੰ ਲੱਗਦਾ ਜਿਵੇਂ ਅਸੀਂ ਉਹਨੂੰ ਧਿਆਨ ਹੀ ਨਹੀਂ ਕਰਨਾ। ਸੋਚੋ ਕਿੰਨਾ ਵੱਡਾ ਇੱਕ ਕਲਚਰਲ ਡਿਕਲਾਈਨ। ਸੋ ਮਿਲ ਕੇ ਰਹਿਣ ਦੇ ਵਿੱਚ ਵੀ ਅਸੀਂ ਦੁਨੀਆ ਨੂੰ ਕਿਤੋਂ ਕਰ ਦੋ ਤੇ ਸ਼ਾਇਦ ਸਭ ਲਈ ਜਗ੍ਹਾ ਬਣ ਹੀ ਜਾਂਦੀ ਹੈ। ਸੋ ਇਹੀ ਬਸ ਆਖਰੀ ਮੇਰੀ ਗੱਲ ਸੀਗੀ। ਤੇ ਹੁਣ ਮੇਰਾ ਖਿਆਲ ਆਪਾਂ ਪੰਜਾਬ ਦਰਸ਼ਨ ਦੇ ਆਪਣੇ ਸਰੋਤਿਆਂ ਨੂੰ ਰੋਟੀ ਆਪਾਂ ਨੂੰ ਉਹਨਾਂ ਨੂੰ ਖਾਣ ਦੇਣੀ ਚਾਹੀਦੀ ਹੈ। ਇੱਕ ਗੱਲ ਮੈਂ ਵੀ ਕਹਿ ਲਵਾਂ ਜੀ, ਚਲੋ ਤੁਸੀਂ ਪਿਛਲੇ ਦਿਨਾਂ ਕਿਹਾ ਸੀਗਾ ਵੀ ਪੱਛਮੀ ਸਾਹਿਤਕਾਰਾਂ ਨੇ ਜਦੋਂ ਉੱਥੇ ਹੋਲੋਕਾਸਟ ਜਿਹੜੀਆਂ ਹੋਈਆਂ ਤੇ ਉਹਨਾਂ ਨੇ ਹਨੇਰੀਆਂ ਲਿਆ ਦਿੱਤੀਆਂ ਕਿ ਵੀ ਲਿਖ ਲਿਖ ਕੇ ਵੀ ਹਰ ਇੱਕ ਬੰਦੇ ਤੱਕ ਉਹਨਾਂ ਨੇ ਅਹਿਸਾਸ ਪਹੁੰਚਾ ਦਿੱਤਾ ਕਿ ਅਸੀਂ ਇਹ ਮੁੜ ਕੇ ਗੱਲ ਨਹੀਂ ਹੋਣ ਦੇਣੀ। ਅਤੇ ਮੇਰਾ ਖਿਆਲ ਹੈ ਕਿ ਮੈਨੂੰ ਉਹ ਪਾਤਰ ਸਾਹਿਬ ਦੀ ਉਹ ਲਾਈਨ ਬਹੁਤ ਯਾਦ ਆਉਂਦੀ ਆ, ਜਿਹੜਾ ਉਹਨਾਂ ਨੇ ਲਿਖਿਆ ਸੀਗਾ ਬਹੁਤ ਦੇਰ ਪਹਿਲਾਂ ਕਿ ਪਹਿਲਾਂ ਬਾਦਸ਼ਾਹ ਨੂੰ ਵੰਡਿਆ ਸੀ, ਹੁਣ ਸ਼ਿਵ ਕੁਮਾਰ ਦੀ ਵਾਰੀ ਹੈ। ਵੀ ਜਦੋਂ 1947 ਅਸੀਂ ਦੇਖੀ ਆ ਅਤੇ ਸਾਨੂੰ ਉਹ ਮੇਰੇ ਖਿਆਲ ਬਹੁਤ ਸਾਰੇ ਲੇਖਕਾਂ ਨੇ ਉਦੋਂ ਹਨੇਰੀਆਂ ਲਿਆਂਦੀਆਂ ਉਹ ਵੀ 1947 ਮੁੜ ਕੇ ਨਾ ਵਾਪਰੇ, ਪਰ ਉਹ ਹਨੇਰੀਆਂ ਹੁਣ ਕਮਜ਼ੋਰ ਹੋ ਗਈਆਂ। ਅਤੇ ਮੇਰਾ ਖਿਆਲ ਹੈ ਪੰਜਾਬ ਦਰਸ਼ਨ ਮੁੜ ਕੇ ਹਵਾ ਜ਼ਰੂਰ ਚਲਾ ਸਕਦਾ। ਅਤੇ ਜੇ ਪੰਜਾਬ ਦੇ ਸਾਹਿਤਕਾਰ, ਪੰਜਾਬ ਦੇ ਲੇਖਕ ਜੇ ਮੁੜ ਕੇ ਇਸ ਹਵਾ ਦੇ ਵਿੱਚ ਸ਼ਾਮਲ ਹੋ ਜਾਣ ਅਤੇ ਉਹ ਹਨੇਰੀਆਂ ਲਿਆ ਦੇਣ ਤਾਂ ਕਿ ਪੰਜਾਬ ਮੁੜ ਕੇ ਆਪਣੀ ਉਸ ਹਲੀਮੀ ਨੂੰ ਪ੍ਰਾਪਤ ਕਰ ਲਵੇ। ਬਹੁਤ ਬਹੁਤ ਮਿਹਰਬਾਨੀ ਪੰਜਾਬ ਦਰਸ਼ਨ ਦੇ ਸਾਰੇ ਸਰੋਤਿਆਂ ਦਰਸ਼ਕਾਂ ਦਾ ਅਤੇ ਮੈਡਮ ਮੋਨਿਕਾ ਕੁਮਾਰ ਜੀ ਦੀ ਬਹੁਤ ਮਿਹਰਬਾਨੀ। ਪੰਜਾਬ